शेरे पंजाब 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:16 ਹੋਏ ਨੇ ਤੇ 16 ਮਈ ਦਾ ਦਿਨ ਹੈ, ਵਰਾ 2022 ਦਾ ਸੋਮਵਾਰ ਹੈ। 3 ਜੇਠ ਨਾਨਕ ਸੰਮਤ 554 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲ ਚੱਲਾਂਗੇ। ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਗੱਲਬਾਤ ਹੋਏਗੀ। ਉਸ ਤੋਂ ਬਾਅਦ 2 ਦਿਨਾਂ ਦੀ ਇੱਕ ਲੜੀ ਮੈਂ ਤੁਹਾਡੇ ਨਾਲ ਸ਼ੁਰੂ ਕਰ ਰਿਹਾ, ਕਿਉਂਕਿ ਸਮੇਂ ਦੀ ਘਾਟ ਹੁੰਦੀ ਆ, ਪੂਰੀ ਗੱਲ ਨਹੀਂ ਹੁੰਦੀ। ਉਹ ਲੜੀ ਇਹ ਹੈ, ਬਫਲੋ ਦੇ ਵਿੱਚ ਅਫਰੀਕਨ ਅਮਰੀਕਨ 'ਤੇ ਜਿਹੜਾ ਹਮਲਾ ਹੋਇਆ, ਜਾਂ ਪਹਿਲਾਂ ਐਲ ਪੈਸੋ ਟੈਕਸਸ ਦੇ ਵਿੱਚ ਹਿਸਪੈਨਿਕ ਲੋਕਾਂ 'ਤੇ ਹਮਲਾ ਹੋਇਆ, ਪਿਟਸਬਰਗ ਦੇ ਵਿੱਚ ਯਹੂਦੀਆਂ 'ਤੇ ਹਮਲਾ ਹੋਇਆ, ਓਕ ਕਰੀਕ ਦੇ ਵਿੱਚ ਸਿੱਖਾਂ 'ਤੇ ਹਮਲਾ ਹੋਇਆ। ਤਬਦੀਲੀ ਦਾ ਇੱਕ ਸਿਧਾਂਤ ਕਿਤਾਬ ਇੱਕ ਫਰਾਂਸੀਸੀ ਲੇਖਕ ਨੇ ਲਿਖੀ, ਜਿਸ ਦਾ ਨਾਮ ਰੈਨੋ ਖਿਮਿਊ ਹੈ, ਜਿਸ ਨੇ ਫਰਾਂਸ ਦੇ ਵਿੱਚ ਸਾਡੀ ਹੋਂਦ ਨੂੰ ਖਤਰੇ ਦੀ ਗੱਲ ਕਿ ਇਹ ਸਾਡੇ ਦੇਸ਼ ਨੇ, ਇਹਨਾਂ 'ਚ ਪ੍ਰਵਾਸੀਆਂ ਦਾ ਆਉਣਾ, ਪ੍ਰਵਾਸੀਆਂ ਨੂੰ ਹਾਲਾਂਕਿ ਲਿਆਉਣ ਦਾ ਕਾਰਨ ਵੀ ਇੱਥੇ ਦੇ ਇੰਡਸਟਰੀਅਲਿਸਟ, ਇੰਪੀਰੀਅਲਿਸਟ ਲੋਕ, ਪੈਸੇ ਧੇਲੇ ਵਾਲੇ ਲੋਕ ਆਪਣੇ ਕੱਚਾ ਮਾਲ ਬਾਕੀ ਦੁਨੀਆ ਤੋਂ ਲਿਆਉਂਦੇ ਰਹੇ, ਨਾਲ ਹੀ ਲੇਬਰ ਲਿਆਉਂਦੇ ਰਹੇ, ਅਤੇ ਉਸ ਤੋਂ ਬਾਅਦ ਉਹਨਾਂ ਦਾ ਇੱਥੇ ਵਸਣਾ ਅਤੇ ਇਹਨਾਂ ਨੂੰ ਆਪਣੀ ਹੋਂਦ ਦਾ ਖਤਰਾ। ਅਤੇ ਇਸ 'ਤੇ ਗਹਿਰ ਚਿੰਤਨ ਜਿਹੜਾ ਹੈ ਉਹ ਮੰਗ ਕਰਦਾ ਕਿ ਅਸੀਂ ਇੱਥੇ ਕਿਵੇਂ ਵਿਚਰਨਾ ਹੈ, ਕਿਵੇਂ ਰਹਿਣਾ ਹੈ, ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ, ਅਤੇ ਸਾਡੇ ਰਹਿਣ ਦਾ ਢੰਗ, ਆਈਸੋਲੇਸ਼ਨ ਇੱਕ ਬਹੁਤ ਵੱਡਾ ਕੌਨਸੈਪਟ ਹੈ। ਵਿਭਿੰਨਤਾ ਦੀ ਗੱਲ ਧਰਮ ਦੇ ਵਿੱਚ ਬਹੁਤ ਹੋਈ ਹੈ ਕਿ ਜਿਵੇਂ ਕੋਈ ਹੈ ਉਸ ਤਰ੍ਹਾਂ ਹੀ ਰਹਿਣਾ, ਪਰ ਉਹਦਾ ਜਿਹੜਾ ਵਿਭਿੰਨਤਾ ਦਾ ਕਾਰਨ ਹੈ ਉਹ ਨਿੱਜ ਨਹੀਂ ਹੈ ਕਿ ਮੈਂ ਇਸ ਤਰ੍ਹਾਂ ਹੀ ਰਹਿਣਾ। ਚੌਗਿਰਦੇ ਨੂੰ ਨਾਲ ਕਿਵੇਂ ਰੱਖਣਾ, ਚੌਗਿਰਦੇ ਦੇ ਵਿੱਚ ਯੋਗਦਾਨ ਕੀ ਪਾਉਣਾ, ਗੁਆਂਢੀ ਨਾਲ ਕਿਵੇਂ ਵਿਚਰਨਾ, ਉੱਥੇ ਦੀ ਆਬੋ ਹਵਾ ਫਿਜ਼ਾ ਕਿਵੇਂ ਵਧੀਆ ਰੱਖਣੀ ਹੈ, ਸੇਵਾ ਦਾ ਕੌਨਸੈਪਟ ਕੀ ਹੈ, ਫੁਕਰਾਪਣ ਤੋਂ ਕਿਵੇਂ ਪਰਾਂ ਰਹਿਣਾ, ਬਰਾਬਰਤਾ ਦੀ ਗੱਲ, ਜਿਹੜੀ ਗੱਲ ਦੀ ਵਿਰੋਧਤਾ ਸਿੱਖ ਕਰਦੇ ਨੇ ਕਿ ਅਸਿਮੀਲੇਸ਼ਨ, ਅੰਦਰ ਖ਼ਤਮ ਕਰ ਦੇਣਾ ਕਿਸੇ ਨੂੰ, ਨੇਸ਼ਨ ਸਟੇਟ ਦੇ ਕੌਨਸੈਪਟ ਦੇ ਖਿਲਾਫ ਗੱਲ ਕਰਦੇ ਆ, ਪਰ ਆਪ ਉਸ ਭੈੜੀ ਬਾਦੀ ਤੋਂ ਕਿਵੇਂ ਬਚਣਾ ਅਤੇ ਭਵਿੱਖ ਇਹਨਾਂ ਦੇਸ਼ਾਂ 'ਚ ਇਸ ਤੋਂ ਬਾਅਦ ਅੱਗੇ ਕਿੱਥੇ, ਇਸ ਦੀ ਗੱਲਬਾਤ 2 ਦਿਨਾਂ ਦੀ ਇਸ ਲੜੀ 'ਚ ਕਰਨੀ ਹੈ। ਮੈਂ ਤੁਸੀਂ ਸ਼ਾਮਲ ਹੋਣਾ, ਚਿੰਤਨ ਦੀ ਲੋੜ ਹੈ। ਸਾਡਾ ਤਰੀਕਾ ਰਹਿਣਾ ਬਹਿਣਾ ਕਿਸ ਤਰ੍ਹਾਂ ਦਾ ਹੈ, ਪਰ ਇਹਦੀ ਪਿੱਠ ਭੂਮੀ, ਇਹ ਕੌਣ ਨੇ ਜਿਹੜੇ ਰਿਪਲੇਸਮੈਂਟ ਥਿਊਰੀ 'ਤੇ ਗੱਲ ਕਰ ਰਹੇ ਨੇ, ਕਿਸ ਤਰ੍ਹਾਂ 180 ਪੇਜਸ ਦਾ ਇੱਕ ਮੈਨੀਫੈਸਟੋ ਇਸ ਮੁੰਡੇ ਨੇ, 18 ਵਰ੍ਹਿਆਂ ਦਾ ਜਵਾਕ ਹੈ, ਮਾਨਸਿਕ ਉਸ ਦੀ ਤਬਦੀਲੀ ਕੀ ਸੀ, ਉਸ ਨੂੰ ਪੁਲਿਸ ਨੇ ਅਰੈਸਟ ਕੀਤਾ, ਉਸ ਤੋਂ ਬਾਅਦ ਛੱਡ ਦਿੱਤਾ, ਅਤੇ 10 ਬੰਦੇ ਉਹਨੇ ਮਾਰ ਕੱਥੇ, ਜਿਨ੍ਹਾਂ ਨੂੰ ਕਿਸੇ ਸਮੇਂ ਗੁਲਾਮ ਬਣਾ ਕੇ ਇਹਨਾਂ ਦੇਸ਼ਾਂ ਦੇ ਵਿੱਚ ਲੇਬਰਰ ਦੇ ਤੌਰ 'ਤੇ ਲਿਆਂਦਾ ਗਿਆ। ਉਹਨਾਂ ਦੀਆਂ ਜਿਹੜੀਆਂ ਨਸਲਾਂ ਬਸ ਗਈਆਂ ਅੱਗੇ, ਹੁਣ ਉਹਨਾਂ ਨੂੰ ਉਹਨਾਂ ਦੇ ਬਾਰੇ ਕੀ ਸੋਚਿਆ ਜਾਂਦਾ। ਫੌਕਸ ਨਿਊਜ਼ ਦਾ ਜਰਨਲਿਸਟ ਟੱਕਰ ਕੀ ਕਹਿੰਦਾ, ਉਸ ਦਾ ਰਿਪਲੇਸਮੈਂਟ ਥਿਊਰੀ ਦੀ ਕੀ ਗੱਲ ਹੈ, ਫਰਾਂਸ 'ਚ, ਆਸਟਰੀਆ 'ਚ, ਜਰਮਨ 'ਚ ਕਿੱਥੇ ਕਿੱਥੇ ਕਿਹੜੀਆਂ ਗੱਲਾਂ ਹੋ ਰਹੀਆਂ ਨੇ, ਪੂਰਾ ਖੁੱਲ੍ਹ ਕੇ ਤੁਹਾਡੇ ਨਾਲ ਗੱਲਬਾਤ ਕਰਾਂਗਾ। ਤੁਸੀਂ ਸ਼ਾਮਲ ਹੋਣਾ 604 204 0600 6042040600 ਔਨ ਏਅਰ ਨੰਬਰ ਹੈ, ਅਤੇ 604 729 1224 ਵਟਸਐਪ 'ਤੇ ਟੈਕਸਟ ਲਈ ਨੰਬਰ ਹੈ। ਮੁਲਾਂਕਣ ਹੋਏਗਾ ਕਿ ਪੰਜਾਬ ਦੇ ਵਿੱਚ, ਪਿੰਡ ਦੇ ਵਿੱਚ, ਯੂਪੀ ਬਿਹਾਰ ਤੋਂ ਆਇਆ ਬੰਦਾ ਜੇ ਫੋਰਚੂਨਰ ਲੈ ਕੇ ਲੰਘ ਜੇ ਤਾਂ ਅਸੀਂ ਕੀ ਸੋਚਦੇ ਹਾਂ। ਇਹਨਾਂ ਦੇਸ਼ਾਂ ਦੇ ਵਿੱਚ ਜਿੱਥੇ ਆਮ 20-50 ਹਜ਼ਾਰ ਦੀ ਗੱਡੀ ਕੋਈ ਲਈ ਫਿਰਦਾ, ਉੱਥੇ ਜਦ ਅਸੀਂ 8-8, 9-9 ਲੱਖ ਦੀਆਂ ਗੱਡੀਆਂ ਲੈ ਕੇ ਫਿਰਦੇ ਹਾਂ, ਤਾਂ ਉਹਦਾ ਕੀ ਪ੍ਰਤੀਬਿੰਬ ਹੈ, ਕਿੱਧਰ ਨੂੰ ਚੱਲੀ ਕਹਾਣੀ। ਸੋ ਇਸ 'ਤੇ ਗੱਲਬਾਤ ਹੋਏਗੀ। ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਉਸਰੇ ਮੀਨਾਰਾਂ ਦੀ ਉਸਤਤ, ਕੀ ਸੋਭਾ ਕੀ ਸਜਦੇ ਕੀ ਸੋਹਲੇ ਕਸੀਦੇ, ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ, ਫੁੱਲਾਂ ਦੀ ਉਸਤਤ, ਫਕੀਰਾਂ ਦੀ ਉਸਤਤ, ਲਹੂਆਂ ਦੀ ਰੌਣਕ, ਸਰੀਰਾਂ ਦੀ ਉਸਤਤ, ਜੋ ਰੇਤੇ ਦੇ ਆਸ਼ਕ ਨਿਗਾਹਾਂ ਦੇ ਸੁੱਚੇ ਨਲੂਏ ਜੇ ਸ਼ਾਹ ਸਵਾਰਾਂ ਦੀ ਉਸਤਤ, ਰੁੱਖਾਂ ਮਨੁੱਖਾਂ ਤੇ ਕੁੱਖਾਂ ਦੀ ਉਸਤਤ, ਖੇੜੇ ਦੀ ਬੈਠਕ 'ਚ ਦੁੱਖਾਂ ਦੀ ਉਸਤਤ, ਹਵਾਵਾਂ ਦੇ ਢੋਲਕ ਜ਼ਮੀਨ ਦੇ ਵਿਛਾਉਣੇ, ਕਿ ਰੁੱਤਾਂ ਦੇ ਲਹਿੰਗੇ ਤਿਉਹਾਰਾਂ ਦੀ ਉਸਤਤ, ਢਾਬਾਂ ਦੀ ਉਸਤਤ, ਰਬਾਬਾਂ ਦੀ ਉਸਤਤ, ਜੋ ਵੰਡੇ ਗਏ ਸੀ ਪੰਜਾਬਾਂ ਦੀ ਉਸਤਤ, ਉਹ ਰੋਹੀ ਦੇ ਨਗਮੇ, ਉਹ ਕੁੜੀਆਂ ਤੇ ਕੂੰਜਾਂ, ਖੂਹਾਂ, ਖਤਾਨਾਂ, ਝਲਾਰਾਂ ਦੀ
ਉਸਤਤ ਉਜਾੜਾਂ ਦੀ ਉਸਤਤ, ਪਹਾੜਾਂ ਦੀ ਉਸਤਤ ਹੈ, ਕਣਕਾਂ ਦੀ ਕਲੰਗੀ ਸਿਆੜਾਂ ਦੀ ਉਸਤਤ, ਉਹ ਸੱਗੀਆਂ ਤੇ ਕੈਂਠੇ, ਉਹ ਜੁੱਤੀਆਂ ਤੇ ਜਰਕਾਂ, ਉਹ ਚੜ੍ਹਦੇ ਜਵਾਨੀ ਦੇ ਯਾਰਾਂ ਦੀ ਉਸਤਤ, ਅੱਖਰ ਦੀ ਉਸਤਤ, ਨਗਾਰੇ ਦੀ ਉਸਤਤ, ਸ਼ਹਾਦਤ ਆਰਾਧਾਨ ਤੇ ਆਰੇ ਦੀ ਉਸਤਤ, ਉਹ ਨਾਨਕ ਦੀ ਵਾਦੀ, ਉਹ ਗੀਤਾਂ ਦਾ ਪਾਣੀ ਤੇ ਗੀਤਾਂ 'ਚ ਪੰਜਾ, ਕਕਾਰਾਂ ਦੀ ਉਸਤਤ, ਰੰਗਾਂ ਦੀ ਉਸਤਤ, ਆਕਾਰਾਂ ਦੀ ਉਸਤਤ, ਖਿਆਲਾਂ 'ਚ ਉਸਰੇ ਮਨਾਰਾਂ ਦੀ ਉਸਤਤ, ਕਿ ਸੋਭਾ ਕਿ ਸਜਦੇ ਕਿ ਸੋਹਲੇ ਕਸੀਦੇ, ਜੰਮਣ ਤੇ ਮਰਨਾ ਬਹਾਰਾਂ ਦੀ ਉਸਤਤ। ਉਸਤਤ ਦੀ ਗੱਲ ਕਰਦਾ ਹੈ, ਬਰਾਬਰਤਾ ਦੀ ਗੱਲ ਕਰਦਾ ਹੈ, ਪਿਆਰ ਦੀ ਗੱਲ ਕਰਦਾ ਹੈ ਹਰਮਨਜੀਤ। ਸਰ ਨਮਕਿਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਗਰਮੀ ਭਲਾ ਕਿੰਨੀ ਕੁ ਹੈ, ਪਿਆ ਫਰਕ ਕੁਛ? ਗਿੱਲ ਸਾਹਿਬ, ਗਰਮੀ ਬਹੁਤ ਜ਼ਿਆਦਾ ਕਹਿਰ ਦੀ ਪੈ ਰਹੀ ਆ। ਮਾਰਚ ਦੇ ਅਖੀਰਲੇ ਹਫ਼ਤੇ 120 ਸਾਲ ਦਾ ਰਿਕਾਰਡ ਟੁੱਟਿਆ ਸੀ, ਅਪ੍ਰੈਲ ਦੇ ਅਖੀਰਲੇ ਹਫ਼ਤੇ 122 ਸਾਲ ਦਾ ਰਿਕਾਰਡ ਟੁੱਟਿਆ ਸੀ, ਤੇ ਹੁਣ ਮਈ ਦੇ ਵਿੱਚ ਆ ਕੇ 8 ਸਾਲਾਂ ਦਾ ਰਿਕਾਰਡ ਤਾਂ ਟੁੱਟ ਗਿਆ। ਪਿਛਲੇ 8 ਸਾਲ ਇੰਨੀ ਗਰਮੀ ਨਹੀਂ ਪਈ। ਔਰ ਅੰਮ੍ਰਿਤਸਰ ਸਾਹਿਬ, ਜਲੰਧਰ ਦੇ ਵਿੱਚ 46 ਡਿਗਰੀ ਨੂੰ ਟੈਂਪਰੇਚਰ ਟੱਪਿਆ ਫਿਰਦਾ, ਲੁਧਿਆਣੇ 46 ਡਿਗਰੀ ਤੇ ਫਿਰਦਾ ਟੈਂਪਰੇਚਰ, ਔਰ ਆਮ ਨਾਲੋਂ ਹੀ 8 ਡਿਗਰੀ ਵੱਧਦਾ। ਅਜੇ ਗਰਮੀ ਦੇ ਮਹੀਨੇ ਤਾਂ ਆਉਣੇ ਨੇ। ਜੇ ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਵਿੱਚ 49 ਡਿਗਰੀ ਨੂੰ ਟੈਂਪਰੇਚਰ ਟੱਪ ਗਿਆ। ਹੁਣ 49-50 ਡਿਗਰੀ ਦੇ ਉੱਤੇ ਗਿੱਲ ਸਾਹਿਬ ਟੈਂਪਰੇਚਰ ਆਹ ਦਿਨਾਂ ਦੇ ਵਿੱਚ, ਜੇ ਜੂਨ ਦਾ ਮਹੀਨਾ ਆਉਣਾ ਗਾ, ਅਜੇ ਭਾਦੋਂ ਆਉਣੀ ਹੈ, ਤਾਂ ਇਹ ਬਹੁਤ ਮੰਦਭਾਗੀ ਗੱਲ ਹੈ। ਹਾਲਾਂਕਿ ਚਲੋ ਹਿਮਾਚਲ ਦੇ ਵਿੱਚ ਥੋੜ੍ਹੀ ਰਾਹਤ ਮਿਲੀ ਹੈ, ਹਿਮਾਚਲ 'ਚ ਮੀਂਹ ਪਿਆ ਗਾ, ਗਰਮੀ ਤੋਂ ਕੁਛ ਰਾਹਤ ਮਿਲੀ ਹੈ, ਲੇਕਿਨ ਜਿਹੜਾ ਬਾਕੀ ਹਿੱਸਿਆਂ ਦੇ ਵਿੱਚ ਗਰਮੀ ਆ ਬਹੁਤ ਕਹਿਰ ਦੀ ਪੈ ਰਹੀ ਆ। ਜੀ ਗਿੱਲ ਸਾਹਿਬ, ਆਮ ਸਰਕਾਰ ਦੇ, ਆਮ ਆਦਮੀ ਪਾਰਟੀ ਦੀ ਸਰਕਾਰ ਦੇ 2 ਮਹੀਨੇ ਪੂਰੇ ਹੋ ਗਏ, ਕੀ ਕਹਿੰਦੇ ਆ? ਗਿੱਲ ਸਾਹਿਬ, ਅੱਜ 2 ਮਹੀਨੇ ਪੂਰੇ ਹੋਣ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਹੋਰਾਂ ਦੇ ਵੱਲੋਂ ਲੋਕ ਮਿਲਣੀ ਪ੍ਰੋਗਰਾਮ ਲੀਕਿਆ ਗਿਆ, ਔਰ ਉੱਥੇ ਲੋਕਾਂ ਨੂੰ ਮਿਲਣ ਦੇ ਲਈ ਬੁਲਾਇਆ ਗਿਆ ਸੀਗਾ। ਇੱਕ ਤਰੀਕੇ ਨਾਲ ਦਰਬਾਰ ਲੱਗਿਆ ਉੱਥੇ, ਜਿਸ ਤਰੀਕੇ ਨਾਲ ਪ੍ਰਕਾਸ਼ ਸਿੰਘ ਬਾਦਲ ਹੋਰੀ ਸੰਗਤ ਦਰਸ਼ਨ ਕਰਦੇ ਹੁੰਦੇ ਸੀ ਪਿੰਡਾਂ ਜਾ ਕੇ, ਉਵੇਂ ਜਿਵੇਂ ਚੰਡੀਗੜ੍ਹ ਦੇ ਵਿੱਚ ਅੱਜ ਭਗਵੰਤ ਮਾਨ ਹੋਰਾਂ ਨੇ ਲੋਕ ਮਿਲਣੀ ਕੀਤੀ ਆ। ਔਰ ਭਗਵੰਤ ਮਾਨ ਹੋਰਾਂ ਨੂੰ ਮਿਲਣ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚ ਗਏ। ਉੱਥੇ ਗਰਮੀ ਸੀ, ਬੈਠਣ ਦਾ ਪ੍ਰਬੰਧ ਨਹੀਂ ਸੀ, ਕੁਛ ਲੋਕਾਂ ਨੇ ਨਾਅਰੇਬਾਜ਼ੀ ਵੀ ਕੀਤੀ, ਕੁਛ ਉਹ ਲੋਕ ਨੌਜਵਾਨ ਵੀ ਪਹੁੰਚ ਗਏ ਜਿਹੜੇ ਪਿਛਲੇ 10-10, 15-15 ਸਾਲਾਂ ਤੋਂ ਨਗੂਣੀਆਂ ਤਨਖਾਹਾਂ ਦੇ ਉੱਤੇ ਆ, ਜਿਨ੍ਹਾਂ ਨੂੰ ਕਹਿੰਦੇ ਸੀ ਵੀ ਹਰੀ ਸ਼ਾਹੀ ਆ ਪੈਨ ਮਿਲਣ ਦਿਓ, ਪਹਿਲਾਂ ਤੁਹਾਨੂੰ ਹੀ ਪੱਕੇ ਕਰਾਂਗੇ। ਕਹਿੰਦੇ ਜੀ 2 ਮਹੀਨੇ ਪੂਰੇ ਹੋ ਗਏ, ਸਾਡੇ ਕਣੀ ਝਾਕੇ ਹੀ ਨਹੀਂ ਤੁਸੀਂ, ਤਾਂ ਉਹਨਾਂ ਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ। ਫਤਿਹਗੜ੍ਹ ਸਾਹਿਬ ਤੋਂ ਇੱਕ ਬਜ਼ੁਰਗ ਔਰਤ ਪਹੁੰਚੀ, ਉਹਨੇ ਕਿਹਾ ਮੇਰੇ ਪੋਤੇ ਦੀ ਨਸ਼ਿਆਂ ਕਰਕੇ ਮੌਤ ਹੋ ਗਈ, ਸਾਡੇ ਪਿੰਡ 'ਚ ਚਿੱਟਾ ਵਿਕਦਾ, ਪੁਲਿਸ ਕੁਛ ਨਹੀਂ ਕਰਦੀ, ਫੜ ਲੈਂਦੇ ਨੇ, ਛੱਡ ਦਿੰਦੇ ਨੇ, ਸਾਨੂੰ ਇੱਥੇ ਲੈ ਕੇ ਆਉਣ ਵਾਲਾ ਵੀ ਕੋਈ ਨਹੀਂ ਸੀ, ਮੈਂ ਪਿੰਡ ਵਾਲਿਆਂ ਨਾਲ ਆਈ ਹਾਂ, ਮੈਂ ਦਰਦ ਦੱਸਣ ਆਈ ਹਾਂ ਮਾਨ ਸਾਹਿਬ, ਆਹ ਹਾਲਤ ਆ। ਇੱਕ ਔਰਤ ਗਈ, ਉਹ ਕਹਿੰਦੀ 307 ਦੇ 2 ਪਰਚੇ ਕਰਾਤੇ ਮੇਰੇ ਤੇ, ਮੇਰੀ ਜ਼ਮੀਨ ਦੱਬ ਰਹੇ ਨੇ। ਇੱਕ ਫੌਜੀ ਰਿਟਾਇਰਡ ਔਰ ਉਹਨਾਂ ਦੀ ਡਾਕਟਰ ਬੇਟੀ ਦੋਨੇ ਪਹੁੰਚੇ, ਉਹ ਕਹਿੰਦੇ ਜੀ ਫਰੀਦਕੋਟ ਦਾ ਕੋਈ ਸਾਬਕਾ MLA ਆ, ਸਾਡੀ ਹਰਿਆਣੇ 'ਚ ਇੱਕ ਕੋਠੀ ਸੀ, ਉੱਥੋਂ ਗੁੰਡੇ ਭੇਜ ਕੇ ਉਹ ਦੱਬ ਲਈ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਸੋ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਦਰਦ ਕਹਾਣੀਆਂ ਨੇ ਜਿਹੜੀਆਂ ਭਗਵੰਤ ਮਾਨ ਨੂੰ ਜਾ ਕੇ ਦੱਸੀਆਂ ਨੇ। ਜਿਹੜੇ ਲੋਕਾਂ ਦੀ ਸੁਣੀ ਗਈ ਉਹ ਖੁਸ਼ ਵੀ ਹੋਏ ਨੇ, ਉਹਨਾਂ ਨੂੰ ਆਸ ਵੀ ਵੱਜੀ ਹੈ, ਤੇ ਜਿਨ੍ਹਾਂ ਦੀ ਨਹੀਂ ਸੁਣੀ ਗਈ, ਜਿਨ੍ਹਾਂ ਨਹੀਂ ਅੰਦਰ ਜਾਣ ਦਿੱਤਾ, ਉਹਨਾਂ ਨੇ ਨਾਅਰੇਬਾਜ਼ੀ ਵੀ ਕੀਤੀ ਆ। ਉਧਰੋਂ ਸੁਖਬੀਰ ਬਾਦਲ ਨੇ ਕਮੈਂਟ ਕੀਤਾ ਗਾ। ਸੁਖਬੀਰ ਬਾਦਲ ਕਹਿੰਦਾ ਵੀ 2 ਮਹੀਨਿਆਂ ਦੇ ਵਿੱਚ ਨਸ਼ਿਆਂ ਦੇ ਨਾਲ ਮੌਤਾਂ ਓਵਰਡੋਜ਼ ਨਾਲ ਹੋਈਆਂ, 2 ਮਹੀਨਿਆਂ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਰੁਕੀਆਂ ਨਹੀਂ, ਵਧੀਆਂ ਨੇ, ਔਰ ਇਸ 2 ਮਹੀਨਿਆਂ ਦੇ ਦੌਰਾਨ ਕਹਿੰਦਾ ਬਹੁਤ ਹਮਲੇ ਵੀ ਹੋਏ ਨੇ, ਤਾਂ ਇਸ ਕਰਕੇ ਉਹਨਾਂ ਨੇ ਕਾਰਜ ਪ੍ਰਣਾਲੀ ਦੇ ਉੱਤੇ 2 ਮਹੀਨੇ ਦੀ ਤੇ ਸਵਾਲ ਉਠਾਏ ਆ। ਜੀ ਗਿੱਲ ਸਾਹਿਬ, ਅੱਛਾ ਜੀ, ਇਹ ਦੱਸਿਓ ਵੀ ਕਿਹੜੀ ਮਸਜਿਦ ਦੇ ਵਿੱਚੋਂ ਹੁਣ ਸ਼ਿਵਲਿੰਗ ਮਿਲਿਆ ਜੀ? ਜੀ ਗਿੱਲ ਸਾਹਿਬ, ਇਹ ਮਸਲਾ ਬਹੁਤ ਭਰ ਗਿਆ ਜੀ ਅੱਜ। ਇਹ ਦਰਅਸਲ ਉੱਤਰ ਪ੍ਰਦੇਸ਼ ਦੇ ਵਿੱਚ ਵਾਰਾਣਸੀ ਦੀ ਗਿਆਨ ਵਾਪੀ ਮਸਜਿਦ ਆ, ਔਰ ਗਿਆਨ ਵਾਪੀ ਮਸਜਿਦ ਸੁਰਖੀਆਂ 'ਚ ਆ ਗਈ। ਗਿੱਲ ਸਾਹਿਬ, ਹੋਇਆ ਇਹ ਕਿ ਦਿੱਲੀ ਦੀਆਂ 5 ਔਰਤਾਂ ਨੇ ਬਨਾਰਸ ਦੀ ਇੱਕ ਅਦਾਲਤ ਦੇ ਵਿੱਚ ਪਿਛਲੇ ਦਿਨਾਂ 'ਚ ਪਟੀਸ਼ਨ ਦਾਇਰ ਕੀਤੀ। ਰਾਖੀ ਸਿੰਘ ਇਹਨਾਂ ਔਰਤਾਂ ਦੀ ਅਗਵਾਈ ਕਰ ਰਹੀ ਹੈ। 5 ਔਰਤਾਂ ਨੇ ਜਿਹੜੀ ਬਨਾਰਸ ਦੀ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ, ਉੱਥੇ ਜਾ ਕੇ ਕਿਹਾ ਕਿ ਇੱਕ ਮਸਜਿਦ ਹੈ ਵਾਰਾਣਸੀ ਦੇ ਵਿੱਚ ਗਿਆਨ ਵਾਪੀ, ਉਹਦੇ ਵਿਹੜੇ ਦੇ ਵਿੱਚ ਸਾਨੂੰ ਜਿਹੜੀ ਉਹ ਦੇਵੀ ਦੇਵਤਿਆਂ ਦੇ ਦਰਸ਼ਨ ਕਰਨ, ਪੂਜਾ ਕਰਨ ਦੀ ਇਜਾਜ਼ਤ ਹੈ ਜਿਹੜੀ ਮਿਲਣੀ ਚਾਹੀਦੀ ਹੈ, ਕਿਉਂਕਿ ਇੱਥੇ ਚਿੰਨ੍ਹ ਨੇ ਇਸ ਮਸਜਿਦ ਦੇ ਵਿੱਚ ਜਿਹੜੇ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਨੇ। ਉਸ ਤੋਂ ਬਾਅਦ ਅਦਾਲਤ ਦੇ ਵਿੱਚ ਗਿੱਲ ਸਾਹਿਬ ਇਹ ਮਸਲਾ ਚੱਲਿਆ, ਔਰ ਅਦਾਲਤ ਦੇ ਵਿੱਚ ਇਹਨਾਂ ਔਰਤਾਂ ਨੇ ਦਾਅਵਾ ਕੀਤਾ ਕਿ ਵਿਸ਼ਵਨਾਥ ਕੋਰੀਡੋਰ ਦੇ ਨਾਲ ਲੱਗਦੇ ਜਿਹੜਾ ਵਾਰਡ
ਤੇ ਪਲਾਟ ਨੰਬਰ 9130 ਆ, ਉੱਥੇ ਚਿੰਨ੍ਹ ਨੇ। ਔਰ ਉਦੋਂ ਬਾਅਦ ਅਦਾਲਤ ਨੇ ਇੱਕ ਟੀਮ ਬਣਾਈ ਸਰਵੇ ਕਰਨ ਦੇ ਲਈ, ਸਰਵੇਖਣ ਦੇ ਲਈ। ਔਰ ਉਸ ਟੀਮ ਦੇ ਵਿੱਚ ਅਦਾਲਤ ਨੇ ਐਡਵੋਕੇਟ ਕਮਿਸ਼ਨਰ ਲਾਏ, 3 ਗਿੱਲ ਸਾਹਿਬ ਕੋਰਟ ਕਮਿਸ਼ਨਰਾਂ ਦੀ ਮੌਜੂਦਗੀ ਦੇ ਵਿੱਚ ਵੀਡੀਓਗ੍ਰਾਫੀ ਹੋਈ 3 ਦਿਨ ਸਰਵੇਖਣ ਚੱਲਿਆ। ਹਾਲਾਂਕਿ ਉਹ ਰਿਪੋਰਟ ਲੀਕ ਵੀ ਹੋ ਗਈ ਸੀਗੀ ਅੱਜ, ਉਦੋਂ ਬਾਅਦ ਇੱਕ ਮੈਂਬਰ ਨੂੰ ਹਟਾ ਵੀ ਦਿੱਤਾ ਗਿਆ। ਪਰ ਅੱਜ ਦਾਅਵਾ ਕੀਤਾ ਗਿਆ ਗਾ ਕਿ ਉੱਥੇ ਇੱਕ ਤਲਾਬ ਆ ਮਸਜਿਦ ਦੇ ਵਿੱਚ ਛੋਟਾ, ਔਰ ਉਸ ਤਲਾਬ ਦੇ ਵਿੱਚ ਹੇਠਾਂ ਜਿਹੜਾ ਸ਼ਿਵਲਿੰਗ ਹੈ। ਔਰ ਉਦੋਂ ਬਾਅਦ ਗਿੱਲ ਸਾਹਿਬ ਇਹਦੇ ਉੱਤੇ ਹਿੰਦੂ ਜਥੇਬੰਦੀਆਂ ਨੇ ਦਾਅਵਾ ਜਤਾਈ ਸ਼ੁਰੂ ਕਰ ਦਿੱਤੀ ਆ। ਹੁਣ ਇਹ ਮਸਲਾ ਬਹੁਤ ਭਖ ਗਿਆ, ਦੋਨੇ ਧਿਰਾਂ ਆਪੋ ਆਪਣੇ ਦਾਅਵੇ ਕਰ ਰਹੀਆਂ। ਇੱਕ ਧਿਰ ਤਾਂ ਦਾਅਵਾ ਕਰ ਰਹੀ ਹੈ ਕਿ ਸਾਨੂੰ ਇੱਥੇ ਪੂਜਾ ਕਰਨ ਦੀ ਇਜਾਜ਼ਤ ਮਿਲੇ, ਕਿਉਂਕਿ ਇਸ ਪਲਾਟ ਦੇ ਸਰਵੇਖਣ ਤੋਂ ਇਹ ਗੱਲ ਜਿਹੜੀ ਸਾਹਮਣੇ ਆਈ ਹੈ ਗੌਰੀ ਸ਼ਿੰਗਾਰ ਦੀ ਮੂਰਤੀ ਦੀ ਹੋਂਦ ਨੂੰ ਸਾਬਤ ਕਰਦੀ ਹੈ। ਬਿਨਾਂ ਸ਼ੱਕ ਮਸਜਿਦ ਦੇ ਅੰਦਰ ਸਾਨੂੰ ਜਾਣ ਦੀ ਇਜਾਜ਼ਤ ਮਿਲਣੀ ਚਾਹੀਦੀ ਆ। ਪਰ ਦੂਜੇ ਪਾਸੇ ਜਿਨ੍ਹਾਂ ਨੇ ਪਟੀਸ਼ਨ ਉਸ ਮਸਜਿਦ ਦੇ ਜਿਹੜੇ ਮਤਲਬ ਇੰਤਜ਼ਾਮੀਆ ਦੇ ਵਕੀਲ ਨੇ ਅਭੈ ਯਾਦਵ, ਉਹਨਾਂ ਦਾ ਕਹਿਣਾ ਹੈਗਾ ਕਿ ਜੋ ਪਟੀਸ਼ਨ ਪਾਈ ਆ ਉਹਦੇ 'ਚੋਂ ਖੁਦ ਲਿਖ ਰਹੇ ਨੇ ਇਹ ਸ਼ਿੰਗਾਰ ਗੌਰੀ ਦੀ ਮੂਰਤੀ ਆ ਤੇ ਮਸਜਿਦ ਦੀ ਪੱਛਮੀ ਕੰਧ ਦੇ ਬਾਹਰ ਆ। ਉਹ ਕਹਿੰਦੇ ਸਾਨੂੰ ਸਰਵੇਖਣ ਤੇ ਕੋਈ ਇਤਰਾਜ਼ ਨਹੀਂ ਹੈ ਔਰ ਇਹ ਮਸਜਿਦ ਦੇ ਅੰਦਰ ਨਹੀਂ ਬਾਹਰ ਆ। ਦੂਸਰੇ ਪਾਸੇ ਹੁਣ ਕੱਲ੍ਹ ਨੂੰ ਸੁਪਰੀਮ ਕੋਰਟ ਦੇ ਵਿੱਚ ਇਹਦੀ ਸੁਣਵਾਈ ਜਿਹੜੀ ਉਹ ਹੋਣੀ ਹੈ, ਸੁਪਰੀਮ ਕੋਰਟ ਦੇ ਵਿੱਚ ਵੀ ਇਹ ਮਸਲਾ ਪਹੁੰਚ ਗਿਆ। ਉਧਰੋਂ PDP ਦੀ ਆਗੂ ਮਹਿਬੂਬਾ ਮੁਫਤੀ ਨੇ ਗਿੱਲ ਸਾਹਿਬ ਇਹਦੇ ਤੇ ਕਟਾਕਸ਼ ਕੀਤਾ। ਮਹਿਬੂਬਾ ਮੁਫਤੀ ਦਾ ਕਹਿਣਾ, ਉਹ ਕਹਿੰਦੀ ਤਾਜ ਮਹਿਲ, ਕੁਤਬ ਮਨਾਰ ਕੀ ਇਹ ਵੀ ਬੰਦ ਕਰੋਗੇ? ਉਹ ਕਹਿੰਦੇ ਸਾਨੂੰ ਦੱਸ ਦਿਓ ਹੋਰ ਕਿੱਥੇ ਕਿੱਥੇ ਤੁਸੀਂ ਦਾਅਵਾ ਜਤਾਈ ਕਰਨੀ ਆ। ਉਹ ਕਹਿੰਦੀ ਜੋ ਇਹ ਵਿਰਾਸਤ ਹੈ, ਤੁਸੀਂ ਜੰਮੂ ਕਸ਼ਮੀਰ ਦੇ ਵਿੱਚ 50% ਸੈਰ ਸਪਾਟਾ ਦੇਖਣ ਆਉਂਦੇ ਸੀ ਲੋਕ, 50% ਲੋਕ ਮੁਗਲਾਂ ਨੇ ਕੀ ਬਣਾਇਆ ਇੱਥੇ ਉਹ ਦੇਖਣ ਆਉਂਦੇ ਸੀਗੇ, ਔਰ ਉਹ ਵੀ ਕਹਿੰਦੀ ਸਾਰਾ ਬੰਦ ਹੋ ਗਿਆ। ਤੇ ਹੁਣ ਸਾਨੂੰ ਇਹ ਦੱਸ ਦਿਓ ਵੀ ਹੋਰ ਤੁਸੀਂ ਕੀ ਕੀ ਬੰਦ ਕਰਾਉਣਾ ਚਾਹੁੰਦੇ ਹੋ। ਤਾਂ ਇਹਦੇ ਤੇ ਹੁਣ ਸਿਆਸਤ ਵੀ ਭਰ ਗਈ ਹੈ, ਮਸਲਾ ਅਦਾਲਤ ਦੇ ਵਿੱਚ ਵੀ ਹੈ। ਦੋਨੇ ਪੱਖ ਹੀ ਨੇ ਜਿਹੜੇ ਆਪਣੀ ਦਲੀਲ ਬੜੀ ਮਜ਼ਬੂਤੀ ਦੇ ਨਾਲ ਰੱਖ ਰਹੇ ਨੇ। ਜੀ ਬਿਲਕੁਲ ਜੀ, ਦੁਨੀਆ ਦੇ ਵਿੱਚ ਵੱਡੀਆਂ ਘਟਨਾਵਾਂ ਹੁੰਦੀਆਂ ਨੇ। ਅਲੈਕਸਾ ਮਸਜਿਦ ਦੇ ਵਿੱਚ ਰਮਾਦਾਨ ਦੇ ਵਿੱਚ ਇਜ਼ਰਾਈਲ ਦੀ ਮਿਲਟਰੀ ਪੁਲਿਸ ਦਾ ਬਣਨਾ ਮੁੜ ਕੇ, ਤੇ ਇਹ ਚੀਜ਼ਾਂ ਫਿਰ ਹੋਰ ਘਟਨਾਵਾਂ ਨੂੰ ਦੁਨੀਆ 'ਚ ਜਨਮ ਦਿੰਦੀਆਂ। ਅੱਛਾ, ਹੁਣ ਗੱਲ ਇੱਕ ਦੱਸਿਓ ਮੈਨੂੰ, ਸਰਦਾਰ ਮਾਨ ਨੂੰ ਸਾਰੀਆਂ ਦੂਜੀਆਂ ਅਕਾਲੀ ਪਾਰਟੀਆਂ ਵਾਲੇ ਮਜ਼ਾਕ ਕਰਦੇ ਰਹੇ ਵੀ ਤੈਨੂੰ ਵੋਟਾਂ ਪੈਂਦੀਆਂ 5000 4000 ਤੇਰੇ ਫਲਸਫੇ ਨੂੰ। ਹੁਣ ਗੋਡੇ ਨਾਲ ਮੂੰਹ ਲਾ ਕੇ ਬੈਠੇ ਸੀ ਸੁਖਬੀਰ ਸਿੰਘ ਬਾਦਲ ਵਰਗੇ। ਸੱਚ ਦੀ ਫਿਰ ਜਿੱਤ ਹੋ ਰਹੀ ਹੈ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਕਮੇਟੀ ਕੋਈ ਗਠਨ ਹੋ ਗਈ ਜੀ? ਜੀ ਗਿੱਲ ਸਾਹਿਬ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ 9 ਮੈਂਬਰੀ ਕਮੇਟੀ ਦਾ ਗਠਨ ਆ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਹੈਗਾ। ਇਸ ਕਮੇਟੀ ਦੇ ਵਿੱਚ ਵੱਖ-ਵੱਖ ਵਿਚਾਰਾਂ ਵਾਲੇ ਪੰਥਕ ਆਗੂ ਲਏ ਗਏ। ਹੁਣ ਇਹ ਵੀ ਗਿੱਲ ਸਾਹਿਬ ਵੱਡੀ ਗੱਲ ਹੈ ਕਿ ਸੁਖਬੀਰ ਬਾਦਲ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ ਔਰ ਸਿਮਰਜੀਤ ਸਿੰਘ ਮਾਨ ਵੀ ਇਸ ਕਮੇਟੀ ਦੇ ਮੈਂਬਰ ਹੋਣਗੇ। ਤਾਂ ਜਿਹੜੀ ਇਹ 9 ਮੈਂਬਰੀ ਕਮੇਟੀ ਬਣਾਈ ਹੈ ਜੀ, ਇਹਦੇ 'ਚ ਇੱਕ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਉਹ ਮੈਂਬਰ ਨੇ, ਦੂਸਰੇ ਸੁਖਬੀਰ ਬਾਦਲ ਨੇ, ਤੀਸਰੇ ਸਿਮਰਜੀਤ ਸਿੰਘ ਮਾਨ ਨੇ, ਚੌਥੇ ਸੰਤ ਸਮਾਜ ਵੱਲੋਂ ਜਿਹੜੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਜਥੇਬੰਦੀਆਂ 'ਚੋਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਕੀਤੇ ਗਏ। 9 ਮੈਂਬਰੀ ਕਮੇਟੀ ਦੀ ਮੀਟਿੰਗ ਵੀ ਰੱਖ ਲਈ ਜੀ। 19 ਮਈ ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਵਿੱਚ ਜਿਹੜਾ ਮੀਟਿੰਗ ਹਾਲ ਆ, ਉੱਥੇ ਦੁਪਹਿਰੇ 12 ਵਜੇ ਇਹ ਮੀਟਿੰਗ ਹੋਊਗੀ। ਸੋ ਇਹਦੇ 'ਚ ਸਾਰੇ ਵਿਚਾਰਾਂ ਵਾਲੇ ਲੈ ਲਏ ਜੀ। ਇਹ ਹੁਣ ਇੱਥੋਂ ਇਹ ਵੀ ਪਤਾ ਲੱਗਦਾ ਕਿ ਸੁਖਬੀਰ ਬਾਦਲ ਹੁਰੀ ਜਿਨ੍ਹਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦੇ, ਅਮਨਜੀਤ ਜੀਕੇ, ਹਰਮੀਤ ਸਿੰਘ ਕਾਲਕਾ, ਦਾਦੂਵਾਲ, ਉਹਨਾਂ ਨੂੰ ਵੀ ਕਮੇਟੀ ਦੇ ਵਿੱਚ ਜਿਹੜਾ ਲੈਣਾ ਪਿਆ। ਅਸਲ 'ਚ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਸਿੱਖ ਭਾਈਚਾਰਾ ਜਿਹੜਾ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਿੱਛੇ ਉਸ ਰੂਪ ਦੇ ਵਿੱਚ ਅੱਜ ਨਹੀਂ ਹੈ। ਇਸੇ ਕਰਕੇ ਸਾਰੀਆਂ ਪੰਥਕ ਧਿਰਾਂ ਦੇ ਵਿੱਚੋਂ ਨੁਮਾਇੰਦੇ ਨੇ ਜਿਹੜੇ ਲੈ ਗਏ ਨੇ। ਬਾਕੀ ਚੰਗੀ ਗੱਲ ਹੈ ਜੀ, ਇਹ ਮਸਲਾ ਠੀਕ ਹੈਗਾ ਕਿ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀ ਨੇ, ਵੈਸੇ ਤਾਂ ਸਾਰਿਆਂ ਦੀ ਰਿਹਾਈ ਹੋਣੀ ਚਾਹੀਦੀ ਹੈ ਜੇ ਮੁਸਲਮਾਨ ਕੈਦੀ ਨੇ, ਕਿਉਂਕਿ ਜੇਲ੍ਹਾਂ 'ਚ ਸਜ਼ਾ ਪੂਰੀ ਕਰ ਚੁੱਕੇ ਜਿਨ੍ਹਾਂ ਦੀ ਰਿਹਾਈ ਨਹੀਂ ਹੋ ਰਹੀ ਉਹ ਹਾਨੀ ਧਾਰਮਿਕ ਘੱਟ ਗਿਣਤੀਆਂ ਜਾਂ ਦਲਿਤਾਂ ਜਾਂ ਆਦਿਵਾਸੀਆਂ ਨਾਲ ਜੁੜੇ ਹੋਏ ਲੋਕ।
ਤਾਂ ਵਾਕਈ ਰਿਹਾਈ ਆ ਜਿਹੜੀ ਉਹ ਹੋਣੀ ਚਾਹੀਦੀ ਆ। ਔਰ ਬੰਦੀ ਸਿੱਖ ਜਿਹੜੀ ਰਿਹਾਈ ਕਮੇਟੀ ਹੈਗੀ, ਆਸ ਕਰਾਂਗੇ ਕਿ ਇਸੇ ਤਰੀਕੇ ਦੇ ਨਾਲ ਸਰਗਰਮੀ ਕਰਦੀ ਰਹੇ ਜੀ। ਖੈਰ, ਇੱਕ ਤਾਂ ਗੱਲ ਪਤਾ ਹੈ, ਜਿਹੜੇ ਅੰਬ ਨੂੰ ਮਿੱਠੇ ਅੰਬ ਲੱਗੇ ਹੋਣ ਉਹਦੇ ਤੇ ਚੜ੍ਹ ਕੇ ਅੰਬ ਕਿਸ ਨੇ ਤੋੜਨਾ। ਸਿੱਖ ਧਰਮ ਤੇ ਜਦ ਜਿਹੜਾ ਵੀ ਕੋਈ ਤਰੱਕੀ ਕਰਨਾ ਚਾਹੁੰਦਾ ਹੈ ਉਹ ਹਮਲਾ ਕਰਦਾ, ਫਿਰ ਲੋਕ ਉਹਨੂੰ ਫੋਲੋ ਕਰਦੇ ਨੇ। ਹੁਣ ਭਾਰਤੀ ਸਿੰਘ ਦਾ ਦਿਮਾਗ ਹਿੱਲ ਗਿਆ, ਕੀ ਕਿਹਾ ਇਹਨੇ? ਗਿੱਲ ਸਾਹਿਬ ਦੇਖੋ, ਇਹਨੇ ਬੜਾ ਮਾੜਾ ਕਮੈਂਟ ਹੈਗਾ ਜਿਹੜੇ ਉਹ ਕੀਤੇ ਨੇ। ਇਹ ਇੱਕ ਸ਼ੋਅ ਕਰ ਰਹੀ ਸੀ, ਸ਼ੋਅ ਦੇ ਵਿੱਚ ਇਹ ਨਾਲ ਦੀ ਆਪਦੀ ਮਿੱਤਰ ਕੁੜੀ ਨੂੰ ਕਹਿ ਰਹੀ ਆ, ਕਹਿੰਦੀ ਵੀ ਜਿਹੜੀ ਦਾੜੀ ਆ, ਜਦੋਂ ਦਾੜੀ ਨਾਲ ਕਹਿੰਦੀ ਦੁੱਧ ਪੀਂਦੇ ਆ ਤਾਂ ਸੇਵੀਆਂ ਦਾ ਸਵਾਦ ਆਉਂਦਾ। ਬਹੁਤ ਭੱਦਾ ਕਮੈਂਟ ਆ ਜੀ। ਦੂਸਰਾ ਇਹਨੇ ਕਿਹਾ, ਕਹਿੰਦੀ ਵੀ ਜਿਹੜੀ ਮੇਰੀ ਕਹਿੰਦੀ ਸਹੇਲੀਆਂ ਕੁਛ ਉਹਨਾਂ ਦੀ ਮੈਰਿਜ ਹੋਈ ਹੈਗੀ ਦਾੜੀ ਵਾਲੇ ਬੰਦਿਆਂ ਨਾਲ, ਉਹ ਕਹਿੰਦੀ ਉਹ ਜੂਆਂ ਕੱਢੀ ਜਾਂਦੀਆਂ ਨੇ ਦਾੜੀ 'ਚ। ਤਾਂ ਇਸ ਤਰੀਕੇ ਦੇ ਨਾਲ ਜਿਹੜੇ ਉਹਨੇ ਕਮੈਂਟ ਕੀਤੇ ਨੇ, ਉਹਦੇ ਲਈ ਭਾਵੇਂ ਹੁਣ ਉਹ ਮਾਫੀ ਮੰਗ ਰਹੀ ਹੈ ਵੀ ਮੇਰਾ ਇਹ ਨਹੀਂ ਸੀਗਾ, ਉਹ ਨਹੀਂ ਸੀਗਾ, ਮੈਂ ਮਾਫੀ ਚਾਹੁੰਦੀ ਹਾਂ, ਲੇਕਿਨ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ, ਪੈਰਵਾਈ ਕੀਤੀ ਜਾ ਰਹੀ ਹੈ। ਤੋ ਇਹ ਤਰੀਕਾ ਠੀਕ ਨਹੀਂ ਜੀ। ਵੈਸੇ ਅੰਮ੍ਰਿਤਸਰ ਸਾਹਿਬ ਨੂੰ ਬਿਲੋਂਗ ਕਰਦੀ ਹੈ, ਪੰਜਾਬ ਦੀ ਜੰਮੀ ਜਾਈ ਹੈ, ਪਰ ਇਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਕਿਸੇ ਸ਼ੋਅ ਦੇ ਵਿੱਚ ਕਮੈਂਟਿੰਗ ਨਹੀਂ ਕਰਨੀ ਚਾਹੀਦੀ ਸੀ ਜੀ। ਜਿਹੜੀ ਜਵਾਕ ਕਿਵੇਂ ਜੰਮਣਾ, ਲੈ ਕੇ ਜੰਮਣ ਪੀੜਾਂ ਤੋਂ ਦਫ਼ਤਰ ਤੱਕ, ਤੇ ਹੁਣ ਬੱਚਾ ਪੈਦਾ ਹੋ ਗਿਆ, ਹੁਣ ਦੁੱਧ ਚੁੰਘਦਾ, ਇਸ ਖਸਲਤ ਦੀ ਮਾਲਕ ਹੈ, ਉਹਦੇ ਤੇ ਤਰਸੇ ਆਉਣਾ ਚਾਹੀਦਾ, ਜਿਹੜੀ ਇਹ ਚੀਜ਼ ਨੂੰ ਵੀ ਆਪਣੀ ਨੂੰ ਸੋਸ਼ਲ ਮੀਡੀਆ 'ਤੇ ਪਾ ਦੇਵੇ। ਪਰ ਇਹਦੇ 'ਤੇ ਕਰੜਾ ਪਹਿਰਾ ਦੇਣ ਦੀ ਲੋੜ ਹੈ, ਬਾਈਕਾਟ ਕਰਨ ਦੀ ਇਹਦੀ ਲੋੜ ਹੈ, ਇਹਦੇ ਸ਼ੋਆਂ ਦਾ। ਅਤੇ ਜਿਹੜੇ ਸ਼ੋਆਂ 'ਚ ਆਉਂਦੀ ਹੈ, ਜੇ ਉਹ ਵੀ ਕੋਈ ਆਉਂਦਾ ਉਹਨੂੰ ਵੀ ਬਿਠਾਓ ਪਰੇ ਦੇ ਵਿੱਚ, ਵੀ ਭਾਈ ਦੱਸ ਮਿੱਤਰਾ, ਤੂੰ ਗਾਂ ਨੂੰ ਉਹਨੂੰ ਬੰਦ ਕਰੇਂਗਾ ਆਪਣੇ ਸ਼ੋਅ 'ਚ। ਅਤੇ ਨਾਲ ਹੀ ਇੱਕ ਦੱਸਿਓ ਕਿ ਬਈ ਲੁਧਿਆਣੇ 'ਚ ਇੱਕ 4 ਸਾਲ ਦੇ ਜਵਾਕ ਨਾਲ ਬਦਫੈਲੀ ਹੋਈ ਹੈ ਜੀ। ਜੀ ਜੀ ਗਿੱਲ ਸਾਹਿਬ, ਬੜੀ ਮੰਦਭਾਗੀ ਘਟਨਾ ਇਹ ਲੁਧਿਆਣਾ ਦੇ ਵਿੱਚ ਵਾਪਰੀ ਹੈ। ਦਰਅਸਲ ਲੁਧਿਆਣਾ ਦਾ ਜਿਹੜਾ ਸਲੇਮ ਟਾਵਰੀ ਇਲਾਕਾ ਗਾ, ਉੱਥੇ 4.5 ਸਾਲ ਦੇ ਇੱਕ ਬੱਚੇ ਨਾਲ ਬਦਫੈਲੀ ਕਰਨ ਮਗਰੋਂ ਕਤਲ ਕਰ ਦਿੱਤਾ ਗਿਆ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਬੱਚੇ ਦੀ ਲਾਸ਼ ਨੂੰ ਜਿਹੜਾ ਫੈਕਟਰੀ ਦੇ ਹਾਲ ਦੇ ਵਿੱਚ ਹੀ ਕੱਪੜਿਆਂ ਦੇ ਹੇਠਾਂ ਦੱਬਾਇਆ। ਔਰ ਘਟਨਾ ਦਾ ਪਤਾ ਉਦੋਂ ਲੱਗਿਆ ਜਦੋਂ ਬੱਚੇ ਦੀ ਮਾਂ ਉਹਨੂੰ ਲੱਭਣ ਲੱਗੀ, ਬੱਚਾ ਨਾ ਮਿਲਿਆ, ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਦੋਂ ਬਾਅਦ ਗਿੱਲ ਸਾਹਿਬ ਪਤਾ ਲੱਗਿਆ ਕਿ ਉਸ ਬੱਚੇ ਦੀ ਲਾਸ਼ ਪਈ ਆ, ਉਹਦੇ ਨਾਲ ਬਦਫੈਲੀ ਹੋਈ ਆ। ਫਿਰ ਜਦੋਂ CCTV ਖੰਗਾਲੇ, ਫਿਰ ਜਿਹੜਾ ਬੰਦਾ ਉਹਨੂੰ ਲੈ ਕੇ ਜਾ ਰਿਹਾ ਸੀ ਉਹਦੇ ਬਾਰੇ ਪਤਾ ਲੱਗਿਆ ਕਿ ਟੌਫੀਆਂ ਦਾ ਲਾਲਚ ਦੇ ਕੇ ਲੈ ਗਿਆ। ਯੂਪੀ ਦਾ ਇਹ ਪਰਿਵਾਰ ਆ ਜੀ, ਮਜ਼ਦੂਰੀ ਕਰਨ ਇੱਥੇ ਆਇਆ ਹੋਇਆ ਸੀ। ਔਰ ਜਿਹੜੇ ਬੰਦੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ, ਜਿਹੜਾ ਦੋਸ਼ੀ ਆ, ਉਹ ਵੀ ਯੂਪੀ ਨੂੰ ਬਿਲੋਂਗ ਕਰਦਾ ਹੈ ਜੀ। ਤੇ ਅਖੀਰ ਦੇ ਵਿੱਚ ਇੱਕ ਹੋਰ ਗੱਲ ਦੱਸਿਓ ਕਿ ਉਦੈਪੁਰ ਦੇ ਵਿੱਚ ਜਿਹੜਾ ਫਿਰ ਕਾਂਗਰਸ ਦਾ ਚੱਲ ਰਿਹਾ ਚੱਕਰ, ਤੇ ਜਾਖੜ ਹੋਣੀ ਤੁਰ ਗਏ ਜੀ ਪੱਕਾ ਹੀ, ਫਿਰ ਕਿੱਧਰ ਨੂੰ ਜਾਣਗੇ ਹੁਣ? ਜੀ ਜੀ ਗਿੱਲ ਸਾਹਿਬ, ਦੇਖੋ ਕਾਂਗਰਸ ਨੇ ਜਿਹੜਾ ਉਦੈਪੁਰ ਦੇ ਵਿੱਚ ਆਪਦਾ ਚਿੰਤਨ ਸ਼ਿਵਰ ਕੀਤਾ ਗਾ, ਜਾਖੜ ਹੋਰੀ ਤਾਂ ਉਹਦੀ ਜਮਾਂ ਹੀ ਹਵਾ ਕੱਢਣ ਨੂੰ ਫਿਰਦੇ ਸੀ, ਤਾਂ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕਰਨ ਨੂੰ ਫਿਰਦੇ ਸੀ। ਟਿਕਟਾਂ ਵੀ ਲੈ ਲਈਆਂ ਸੀ ਜਹਾਜ਼ ਦੀਆਂ, ਪੂਰੀ ਤਿਆਰੀ ਸੀ ਉੱਥੇ ਪ੍ਰੈਸ ਕਾਨਫਰੰਸ ਦੀ ਵੀ ਦੇਖੋ ਮੈਂ ਛੱਡੀ ਕਾਂਗਰਸ। ਉਹ ਤਾਂ ਫਿਰ ਇਹਨਾਂ ਨੂੰ ਕੁਛ ਬੰਦਿਆਂ ਨੇ ਕਹਿਤਾ ਵੀ ਤੁਹਾਨੂੰ 50 ਸਾਲ ਹੋ ਗਏ ਕਾਂਗਰਸ 'ਚ, ਇੱਦਾਂ ਨਾ ਕਰੋ। ਅਸਲ ਦੇ ਵਿੱਚ ਗਿੱਲ ਸਾਹਿਬ ਇਹ ਹਨੇਰੇ 'ਚ ਟੱਕਰਾਂ ਮਾਰ ਰਹੇ ਨੇ ਕਾਂਗਰਸੀ। ਹੁਣ ਇਹਨਾਂ ਨੇ ਕਿਹਾ ਵੀ ਇੱਕ ਵਿਅਕਤੀ ਨੂੰ ਇੱਕ ਅਹੁਦਾ ਦੇਵਾਂਗੇ, ਸਿਰਫ ਇੱਕ ਪਰਿਵਾਰ 'ਚ ਇੱਕ ਟਿਕਟ ਦੇਵਾਂਗੇ, ਨੌਜਵਾਨਾਂ ਨੂੰ 50% ਟਿਕਟਾਂ ਦੇਵਾਂਗੇ, ਔਰ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਭਾਰਤ ਜੋੜੋ ਯਾਤਰਾ ਸ਼ੁਰੂ ਕਰਾਂਗੇ, 15 ਜੂਨ ਤੋਂ ਜ਼ਿਲ੍ਹਾ ਪੱਧਰ ਦੇ ਉੱਤੇ ਜਨ ਜਾਗਰਣ ਯਾਤਰਾ ਕੱਢਾਂਗੇ। ਕਾਂਗਰਸ ਨੇ ਇਹ ਗੱਲਾਂ ਤਾਂ ਕਰ ਲਈਆਂ, ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਵਿਰੋਧੀ ਧਿਰ ਤੋਂ ਇਹ ਕਿਵੇਂ ਮੰਨਫੀ ਹੋ ਰਹੇ ਨੇ, ਜਿਹੜੇ ਸੂਬੇ 'ਚ ਕੇਰਾਂ ਹਾਰ ਜਾਂਦੇ ਨੇ ਮੁੜ ਕੇ ਤਾਂ ਭਾਜਪਾ ਇਹਨਾਂ ਨੂੰ ਨਵੇਂ ਨਹੀਂ ਲੱਗਣ ਦਿੰਦੀ। ਔਰ ਜਿਸ ਤਰੀਕੇ ਦੀ ਅੱਜ ਵਿਰੋਧੀ ਧਿਰ ਦੀ ਲੋੜ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ, ਚਾਹੇ ਮਮਤਾ ਬੈਨਰਜੀ ਹੋਵੇ, ਮਾਇਆਵਤੀ ਹੋਵੇ, ਚਾਹੇ ਉਹ ਹੋਰ ਵੱਖ-ਵੱਖ ਸੂਬਿਆਂ ਦੀਆਂ ਖੇਤਰੀ ਪਾਰਟੀਆਂ ਹੋਣ, ਉਹਦੇ 'ਚ ਪਛੜ ਰਹੇ ਨੇ। ਸੋ ਇਸੇ ਕਰਕੇ ਕਾਂਗਰਸ ਦੇ ਵੱਡੇ ਲੀਡਰ ਛੱਡ ਕੇ ਜਾ ਰਹੇ ਨੇ। ਸੋ ਜਾਖੜ ਹੋਰੀ ਛੱਡ ਗਏ ਜੀ। ਹੁਣ ਗਿੱਲ ਸਾਹਿਬ ਸੁਨੀਲ ਜਾਖੜ ਦੇ ਭਾਜਪਾ 'ਚ ਜਾਣ ਦੇ ਵੱਧ ਚਾਂਸ ਨੇ, ਕਿਉਂਕਿ ਉਹ ਆਮ ਆਦਮੀ ਪਾਰਟੀ ਤੇ BJP ਦੋ ਰਾਹ ਉਹਨਾਂ ਕੋਲੇ ਵੱਜਦੇ ਨੇ। ਉਹਦੇ 'ਚੋਂ ਜ਼ਿਆਦਾ ਚਾਂਸਿਸ ਨੇ ਕਿ BJP ਵਾਲੇ ਪਾਸੇ ਨੂੰ ਉਹਨਾਂ ਦੀ ਤਿਆਰੀ ਹੈ ਜਿਹੜੀ ਉਹ ਖਿੱਚੀ ਹੋ ਸਕਦੀ ਆ ਜੀ। ਕੇਜਰੀਵਾਲ ਨੇ ਝੱਲਣਾ ਵੀ ਨਹੀਂ ਨਾ ਜੀ, ਵੱਧ ਪੜ੍ਹਿਆ ਲਿਖਿਆ ਬੰਦਾ। ਤੇ ਕੱਲ੍ਹ ਫੇਰ ਮੁੜਦੇ ਹਾਂ ਜੀ 9:15 ਵਜੇ, ਗੱਲਬਾਤ ਕਰਦੇ ਹਾਂ। ਧੰਨਵਾਦ, ਸ਼ੁਕਰੀਆ ਗਿੱਲ ਸਾਹਿਬ, ਸਾਡਾ ਤੇ ਸਾਰੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ। ਕੰਸਟਰਕਸ਼ਨ ਇੰਡਸਟਰੀ
ਸਾਡੀ ਸ਼ਾਹਰਾਗ ਹੈ, ਇਹਨਾਂ ਖਾਸ ਤੌਰ 'ਤੇ ਬਰੈਂਪਟਨ ਓਨਟਾਰੀਓ ਦੇ ਵਿੱਚ ਪੀਲ ਏਰੀਏ 'ਚ, ਹਾਲਾਂਕਿ ਉੱਥੇ ਇਸ ਤਰ੍ਹਾਂ ਨਹੀਂ ਹੈ ਕਿ ਜ਼ਿਆਦਾਤਰ ਤੁਸੀਂ ਕਮਿਊਨਿਟੀ ਘਰ ਬਣਾਉਂਦੀ ਹੈ, ਪਰ ਇੱਥੇ 100 ਦੇ ਵਿੱਚੋਂ 60 ਜਣਿਆਂ ਦੀ ਰੋਟੀ, ਰਾਦਰ 70 ਜਣਿਆਂ ਦੀ ਕਾਲੀ ਕਹਿ ਲਈਏ, ਇਸ 'ਤੇ ਹੀ ਚੱਲਦੀ ਹੈ। ਸਿੱਧੇ ਤਰੀਕੇ ਨਾਲ ਕੰਸਟਰਕਸ਼ਨ ਇੰਡਸਟਰੀ ਨਾਲ ਤੁਸੀਂ ਜਿਹੜਾ ਉਹ ਜੁੜੇ ਹੋਏ ਹੋ, ਅਤੇ ਇਹਨੂੰ ਸਾਂਭ ਕੇ ਰੱਖਣਾ, ਇਹਨੂੰ ਚੱਲਦੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਇਹ 'ਚ ਬੈਲੈਂਸ ਬਣਾ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਘਰ ਹਰ ਇੱਕ ਦੀ ਜ਼ਰੂਰਤ ਹੈ, ਸਿਰ ਦੀ ਛੱਤ ਹੈ, ਪਰ ਘਰ ਸਿਰ ਦੀ ਛੱਤ ਤੋਂ ਜਦ ਇੱਕ ਵਪਾਰ ਦਾ ਰੂਪ ਧਾਰਨ ਕਰਦਾ ਹੈ, ਉਹ ਫਿਰ ਵਪਾਰ ਦੇ ਤੌਰ 'ਤੇ ਹੀ ਕਮਰਸ਼ੀਅਲ ਦੇ ਵਿੱਚ ਆਉਣਾ ਚਾਹੀਦਾ। ਜਦ ਇੱਕ ਹੀ ਬੰਦਾ ਪਰਸਨਲ ਨਾਂ 'ਤੇ 1 2 3 ਜਾਂ ਇੱਕ ਹਾਊਸ ਹੋਲਡ 3 4 ਪ੍ਰੋਪਰਟੀਜ਼ ਲੈ ਕੇ ਉਸ ਨੂੰ ਅੱਗੇ ਤੋਂ ਅੱਗੇ ਕੰਮ ਕਰਦਾ, ਫਿਰ ਉਹ ਕਮਰਸ਼ੀਅਲ ਜਾਂ ਫਿਰ ਕਮਰਸ਼ੀਅਲ ਫਲੈਗਸ਼ਿਪ ਦੇ ਥੱਲੇ ਉਸ ਚੀਜ਼ ਨੂੰ ਆਉਣਾ ਚਾਹੀਦਾ। ਕੰਪਨੀ ਬਣੇ, ਉਹਦਾ GST ਨੰਬਰ ਹੋਵੇ, ਉਹਦੇ ਵਿੱਚ ਵਰਕਰ ਹੋਣ, ਫਿਰ ਉਹਦਾ ਟੈਕਸ ਹੋਵੇ। ਇਸ ਤਰ੍ਹਾਂ ਨਹੀਂ ਹੈ ਵੀ ਤੁਸੀਂ 1 ਘਰ 2 ਘਰ 3 ਘਰ ਲਓ, ਫਿਰ ਉਹਨੂੰ ਕੈਪੀਟਲ ਗੇਨ ਦੇ ਥੱਲੇ ਜਿਹੜਾ ਕੋਈ ਉਹਦਾ ਵਾਧਾ ਆਇਆ ਉਹ 'ਚ ਚੁੱਪ ਹੋ ਜਾਓ। ਇਹਦੇ ਕਰਕੇ ਹੀ ਛੱਤ ਹੈ ਜਿਹੜੀ ਉਹ ਬੜੀ ਔਖੀ ਹੋ ਗਈ। ਲੋਕ ਟਾਊਨ ਹਾਊਸਾਂ ਤੋਂ ਹੁਣ ਕੌਂਡੋਮੀਨੀਅਮਸ ਵੱਲ ਨੂੰ ਜਾ ਰਹੇ ਨੇ, ਅਤੇ ਬਹੁਤ ਨੀਤੀ ਘਾੜੇ ਜਿਹੜੇ ਸਰਕਾਰ 'ਚ ਨਹੀਂ ਬੈਠੇ, ਉਹ ਇਸ ਗੱਲ 'ਤੇ ਜ਼ੋਰ ਕਰਦੇ ਆ ਕਿ ਯਾਰ ਇਹ ਕੀ ਕਹਾਣੀ ਹੈ। ਇਹ ਪ੍ਰੋਪਰਟੀ ਟਰਾਂਸਫਰ ਟੈਕਸ ਆ ਜਿਹੜਾ ਪਹਿਲੇ ਬੰਦੇ ਨੂੰ ਘੱਟ ਕਰਕੇ, ਜੇ ਉਹੀ ਬੰਦਾ ਜਾਂ ਉਸ ਹਾਊਸ ਹੋਲਡ 'ਚੋਂ ਦੂਜਾ ਤੀਜਾ ਕਰ ਲੈਂਦੇ ਨੇ ਰੈਂਟ ਕਰਨ ਲਈ, ਫਿਰ ਉਹਨੂੰ ਵਧਾਇਆ ਕਿਉਂ ਨਾ ਜਾਵੇ। ਉਹ 8-10% ਦੂਜੇ 'ਤੇ ਅਤੇ 15-18% ਤੀਜੇ 'ਤੇ ਕਰਕੇ ਉਹਨੂੰ ਸਮਤਲ ਕਿਉਂ ਨਾ ਕੀਤਾ ਜਾਵੇ ਵੀ ਭਾਈ ਜੇ ਤੂੰ ਬਿਜ਼ਨਸ ਵਾਲੇ ਪਾਸੇ ਆਉਣਾ ਫਿਰ ਇਸ ਤਰ੍ਹਾਂ ਹੋ, ਕਿਉਂਕਿ ਸਿਰ ਦੀ ਛੱਤ ਨਸੈਸਿਟੀ ਹੈ। ਜੇ ਹੁਣ ਇੱਕ ਚੀਜ਼ ਦੇ 10 ਗਾਹਕ ਨੇ, ਉਹ 10 ਦੇ ਵਿੱਚੋਂ ਪਹਿਲੀ ਵਾਰ ਘਰ ਲੈਣ ਵਾਲਾ 1 ਅਤੇ 9 ਫਾਈਨੈਂਸਰ ਨੇ, ਉਹਦਾ ਲੱਤ ਲੱਗਣੀ ਓ ਨਹੀਂ। ਅਤੇ ਜੇ ਇਹਨੂੰ ਤਰੱਕੀ ਦਾ ਨਾਂ ਅਸੀਂ ਦੇ ਰਹੇ ਹਾਂ, ਇਹ ਤਰੱਕੀ ਨਹੀਂ ਹੈ। ਇਹ ਸੋਸ਼ਲ ਸਾਡੇ ਫੈਬਰਿਕ ਦੇ ਵਿੱਚ, ਸਥਾਨਕ ਪੱਧਰ 'ਤੇ ਭਾਈਚਾਰੇ ਦੇ ਵਿੱਚ ਐਡੀ ਅਰਾਜਕਤਾ ਫੈਲਾ ਰਿਹਾ ਹੈ। ਉਸ ਅਰਾਜਕਤਾ ਦੇ ਵਿੱਚ ਗਰੀਬੀ ਅਮੀਰੀ ਦਾ ਫਰਕ, ਜਿਹੜਾ ਗਰੀਬ ਨੂੰ ਅਮੀਰ ਬਣਨ ਦੇ ਲਈ ਫਿਰ ਟੇਢੇ ਢੰਗਾਂ ਦੇ ਰਾਹੀਂ ਜਾ ਕੇ ਅਤੇ ਫਿਰ ਅਸੀਂ ਉਹ ਮੁਸ਼ਕਿਲ 'ਚੋਂ ਆਉਣਾ। ਫਿਰ ਜੇ ਉਸ ਸਮੇਂ ਇਸ ਤਰ੍ਹਾਂ ਮਹਿਸੂਸ ਕਰਨਗੇ ਅਮੀਰ ਜਿਹੜੇ, ਇਸ ਦਾ ਮੇਨ ਵੱਡਾ ਕਾਰਨ ਨੇ ਕਿ ਜਦ ਹੁਣ ਕਮਿਊਨਿਟੀ ਟਾਰਗੇਟ ਹੋ ਰਹੀ ਹੈ ਅਸੀਂ ਨਿਕਲ ਜਾਵਾਂਗੇ, ਇਸ ਤਰ੍ਹਾਂ ਨਹੀਂ ਹੋਣਾ। ਫਿਰ ਜਦ ਪਾਣੀ ਉਬਲਣਾ ਤਾਂ ਭਾਫ ਸਾਰਿਆਂ 'ਤੇ ਜਾਣੀ ਹੈ, ਵੱਡੇ 'ਚ ਅਤੇ ਛੋਟੇ 'ਤੇ, ਜਿਹਦਾ ਅਸੀਂ ਵੇਖਿਆ ਹੋਇਆ। ਜਾਂ ਜੀਨੋਸਾਈਡ ਨਸਲਕੁਸ਼ੀਆਂ ਹੁੰਦੀਆਂ ਨੇ, ਫਿਰ ਸਿਰਾਂ ਦੀਆਂ ਪੱਗਾਂ ਨਹੀਂ ਵੇਖੀਆਂ ਜਾਂਦੀਆਂ, ਰੋਡੇ ਹੋਣ ਪਰ ਹੱਥ ਦੇ ਵਿੱਚ ਕੜਾ ਵੇਖਿਆ ਜਾਂਦਾ। ਚਪਲੀ ਝਾੜ ਹੋਣ ਚਾਹੇ ਬਾਗੀ ਹੋਣ, ਫਿਰ ਇੱਕ ਰੱਸੇ ਥਈ ਬੰਨ੍ਹਦੇ ਅਗਲੇ, ਅਤੇ ਸਰਕਾਰਾਂ ਸਿਰ 'ਤੇ ਖੜ੍ਹ ਕੇ ਫਿਰ 72 ਘੰਟੇ ਕਤਲੋ ਗਾਰਤ ਕਰਾਉਂਦੀਆਂ। ਦਿੱਲੀ 84 ਦੇਖੀ ਹੈ ਨਵੰਬਰ। ਅਤੇ ਸੋ ਇਹ ਜਿਹੜੀ ਗੱਲ ਚੱਲੀ ਹੋਈ ਹੈ ਨਾ ਬਈ, ਇਹਦੇ 'ਚ ਇਹ ਲੋਕਾਂ ਦੀ ਪਹੁੰਚ ਤੋਂ ਜਾਂ ਚੀਜ਼ਾਂ ਬਾਹਰ ਹੋ ਗਈਆਂ। ਫਿਰ ਬਹੁਤ ਦੂਜੀ ਗੱਲ, ਪ੍ਰੀ ਸੈੱਲ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਬਣੇ ਬਣਾਏ ਟਾਵਰ ਜਿਹੜੇ ਨੇ ਵਿਕ ਰਹੇ ਨੇ, ਉਹਨਾਂ ਦੇ ਵਿੱਚੋਂ 80 ਤੋਂ 90% ਫਲਿੱਪਰ ਨੇ ਬੰਦੇ। ਉਹਦੇ 'ਤੇ ਅੱਜ ਤੋਂ 4 ਸਾਲਾਂ ਨੂੰ ਬਹੁਤ ਐਡ ਚੱਲਦੀਆਂ ਨੇ ਐਕਸਪਰਟਾਂ ਦੀ, ਅਸੀਂ ਪ੍ਰੀ ਸੈੱਲ ਦੇ ਆਓ ਸਾਡੇ ਕੋਲ, ਸਾਡੀ ਖਾਸੀਅਤ ਹੈ, ਸਾਨੂੰ ਮਿਲਦੇ ਨੇ, ਇਹ 30 ਯੂਨਿਟ ਅਸੀਂ ਉਹ ਵੇਚਾਂਗੇ। ਇਹ ਸਭ ਛਲਾਵਾ ਹੈ, ਇਹ ਪਿੰਜਰੇ 'ਚ ਬੰਦਾ ਸਿੱਟਣ ਦੀ ਕਹਾਣੀਆਂ। ਪਰ ਜਿਹਨੇ ਵੀ ਬੁੱਕ ਕਰਾਉਣਾ ਉਹ ਅੱਜ ਤੋਂ 5 ਸਾਲਾਂ ਨੂੰ ਇੰਟਰਸਟ ਰੇਟ ਕੀ ਹੋਣਗੇ, ਅਤੇ ਉਸ ਸਮੇਂ ਜੇ ਇਹ 7-8 ਲੱਖ ਦਾ ਕੰਪਲੀਟ ਕਰਨਾ ਪਿਆ, ਮੇਰੇ ਕੋਲ ਕਿੰਨਾ ਚਾਹੀਦਾ, ਅਤੇ 4 ਸਾਲਾਂ ਨੂੰ ਮੇਰੀ ਮਾਨਸਿਕ ਸਰੀਰਕ ਸਥਿਤੀ ਕੀ ਹੋਊ, ਮੈਂ ਕਿੱਥੇ ਹੋਊ, ਅਤੇ ਜੇ ਮੈਂ ਰਹਿਣਾ ਜਾਂ ਨਾ ਰਹਿੰਦਾ, ਅਗਲੀ ਪੀੜ੍ਹੀ ਇਸ ਨੂੰ ਮੈਨੇਜ ਕਰੂਗੀ। ਕਿਹੜੇ ਮੇਰੇ ਪਰਿਵਾਰ ਦੇ ਜੀਅ ਨੇ 5 ਸਾਲਾਂ ਨੂੰ ਉਹ ਕਿੱਥੇ ਹੋਣਗੇ। ਆਰਥਿਕ ਜਿਹੜੀ ਮੰਦਹਾਲੀ ਜਾਂ ਕੋਈ ਦੁਨੀਆ ਦਾ ਰਿਸੈਸ਼ਨ, ਕੰਟਰੀ ਦਾ ਰਿਸੈਸ਼ਨ ਕਿੱਧਰ ਨੂੰ ਲੈ ਕੇ ਜਾਊ, ਅਤੇ
ਕਿੰਨੇ % ਇੰਟਰਸਟ ਰੇਟ ਵੱਧ ਸਕਦਾ ਹੈ। ਜੇ ਨਾ ਫਲਿੱਪ ਹੋਇਆ, ਜਿਸ 'ਚ ਜ਼ਿਆਦਾਤਰ 80% ਡਿਵੈਲਪਰ ਤੁਹਾਨੂੰ ਕੰਪਲੀਸ਼ਨ ਦੇ ਨੇੜੇ ਤੱਕ ਜਾ ਕੇ ਫਲਿੱਪ ਕਰਨੇ ਨਹੀਂ ਦਿੰਦੇ, ਪੇਪਰ ਪੜ੍ਹ ਕੇ ਦਸਤਖਤ ਕਰਿਆ ਕਰੋ। ਅੱਧਿਆਂ ਕੀ 80% ਨੂੰ ਨਹੀਂ ਪਤਾ ਵੀ ਫਲਿੱਪ ਕਦ ਹੋਊਗਾ, ਅਤੇ ਉਹਦੇ 'ਚ ਅਸਾਈਨਮੈਂਟ ਫੀਸ 3% 4% ਕਿਤੇ ਲਿਖੀ ਹੋਈ ਆ, ਉਹ ਨਹੀਂ ਤੁਹਾਨੂੰ ਪਤਾ ਕਿਉਂਕਿ ਕੋਈ ਦੱਸਦਾ ਨਹੀਂ। ਦਸਤਖਤ ਜਾਂ ਤੁਸੀਂ ਕਰਤੇ ਤਾਂ ਤੁਸੀਂ ਨਹੀਂ ਕਹਿ ਸਕਦੇ ਸਾਨੂੰ ਨਹੀਂ ਪਤਾ ਸੀ। ਉਹ ਕਹਿੰਦੇ ਨੇ ਲੈ ਜਾਓ, ਕਹਿੰਦਾ ਨਾ ਫੜਾ ਲਿਆ ਘੁੱਗੀ ਮਾਰੀ ਹੈ। ਇਹ ਘੁੱਗੀਆਂ ਜਿਹੜੀਆਂ ਨੇ ਫਿਰ ਤੰਗ ਕਰਨਗੀਆਂ। ਹੁਣ ਇਹ ਕਿਸੇ ਦੇ ਅਗੇਂਸਟ ਨਹੀਂ ਹੈ, ਨਾ ਮੈਂ ਕੰਸਟਰਕਸ਼ਨ, ਨਾ ਮੈਂ ਕਿਸੇ ਇੰਡਸਟਰੀ ਦੇ, ਪਰ ਸੱਚ ਇਹ ਹੈ ਅੜਕਾ ਲੈਣ ਦਾ ਜਿਹੜਾ ਸ਼ਬਦ ਆ ਨਾ, ਇਹ ਬਹੁਤ ਮਾਰਦਾ। ਅੜਕਾ ਲੈਂਦੇ ਆ, ਫਿਰ ਅੜਕਾਉਣ ਵਾਲੀ ਚੀਜ਼ ਹੈ ਜਿਹੜੀ, ਉਹ ਤਾਂ ਕੁੰਡੀ ਕੋਈ ਅਲ ਲੱਗਦੀ ਹੈ ਦਰਵਾਜ਼ੇ ਦੇ ਅੰਦਰ, ਜਿਹੜੇ ਅੜਕਾਇਆ ਕਹਿੰਦਾ ਆ ਮਾੜਾ ਜਿਹਾ ਬੂਹਾ ਭੇੜਿਆ। ਅਤੇ ਇੱਕ ਉਹ ਕਮਿਊਨਿਟੀਆਂ ਜਿਹਦੇ ਵਿੱਚ ਤੁਹਾਡੀ ਸ਼ੁਰੂਆਤ ਹੋਈ ਹੈ, ਖਾਸ ਤੌਰ 'ਤੇ ਵੈਨਕੂਵਰ ਸਰੀ ਬੇਸਡ ਡਿਵੈਲਪਰ ਅੱਜ ਕੱਲ੍ਹ ਵਿਕਟੋਰੀਆ ਰੀਜਨ ਦੇ ਵਿੱਚ ਬਹੁਤ ਉਹਨਾਂ ਨੇ ਧੱਕ ਪਾਈ ਹੋਈ। ਉੱਥੇ ਕਿਰਪਾ ਕਰਿਓ, ਉੱਥੇ ਵਸਦੇ ਲੋਕ ਨੇ ਜਿਹੜੇ ਉਸ ਫੈਬਰਿਕ ਦੇ ਵਿੱਚ, ਉਸ ਲੋਕਲ ਸਿਸਟਮ ਦੇ ਵਿੱਚ ਜਿਹੜਾ ਉਹ ਰਹਿ ਰਹੇ ਨੇ, ਪਲ ਰਹੇ ਨੇ। ਮਲਟੀਕਲਚਰਿਜ਼ਮ ਹੈ ਜਿਹੜਾ, ਵਿਭਿੰਨਤਾ ਦੇ ਵਿੱਚ 4 ਘਰ ਕਿਸੇ ਦੇ ਨੇ, 2 ਆਪਣੇ ਨੇ, 3 ਕਿਸੇ ਦੇ ਨੇ, ਬਹੁਤ ਖੁਸ਼ ਨੇ ਉਹ। ਉੱਥੇ ਮਹਿੰਗਾ ਸਸਤਾ ਜ਼ਿੰਦਗੀ ਜਿਉ ਰਹੇ ਨੇ, ਪਰ ਅਸੀਂ ਹੁਣ ਖੂੰਜੇ ਲਾਉਣੇ ਨੇ ਜਾ ਕੇ ਉੱਥੇ 7.5 ਬਣਦੇ ਨੇ, ਤੇਰੇ 8 ਬਣਦੇ ਨੇ, 2 ਲੱਖ ਵਾਲੀ ਚੀਜ਼ 4 ਦੀ ਕਰ ਦਿਆਂਗੇ ਇੱਕ ਦੂਜੇ ਤੋਂ ਉੱਪਰ ਕੇ, ਫੈਰੀਆਂ ਭਰੀਆਂ ਜਾਂਦੀਆਂ ਨੇ। ਬਚਿਓ, ਇਹੀ ਚੀਜ਼ ਦੀ ਮੈਂ ਅੱਗੇ ਗੱਲ ਕਰਨੀ ਹੈ। ਜਿਹੜੇ ਇਨਵੇਡਰਸ ਸ਼ਬਦ ਵਰਤ ਰਹੇ ਨੇ ਨਾ, ਜਿਹੜੀ ਨਸਲਵਾਦੀ ਹਮਲਿਆਂ ਨੂੰ ਜਸਟੀਫਾਈ ਕਰ ਰਹੇ ਨੇ, ਅਸੀਂ ਵੀ ਇਨਵੇਡਰ ਹਾਂ। ਅਸੀਂ ਜਦ ਦੇਖਦੇ ਅੱਛਾ ਹੁਣ ਫਿਰ ਕਿੱਥੇ ਹੋ ਗਿਆ, ਚੜੀਏ ਜਹਾਜ਼, ਚੱਲ ਉੱਥੇ ਤਸੀਹ ਕਰੀਏ ਕੰਮ। ਬਹੁਤ ਵੇਖੇ ਇੱਥੇ ਅਮਰੀਕਾ ਵਾਲੇ ਪਾਸੇ, ਜਿਹੜਾ ਬਹੁਤ ਵੱਡਾ ਦੇਸ਼ ਹੈ, ਉਹਦੇ ਵਿੱਚ 10-10 ਸਾਲ, 12-12 ਸਾਲ, 15-15 ਸਾਲ ਲਾ ਕੇ ਜਿਹੜੀਆਂ ਕਾਰਾਂ 'ਚ ਗਏ ਉਹਨਾਂ 'ਚ ਮੁੜ ਕੇ ਆਏ, ਕਿਉਂਕਿ ਸਰੀ ਸਟਾਈਲ ਕਰਦੇ ਸੀ ਜਾ ਕੇ, ਇਹਨੂੰ ਕਰ, ਇਹਨੂੰ ਲੈ, ਉਹਨੂੰ ਲੈ, 5 ਸਾਲ ਦੀ ਕੰਪਲੀਸ਼ਨ, 7 ਸਾਲ ਦੀ ਕੰਪਲੀਸ਼ਨ, ਇੱਥੇ ਜਾ, ਇੱਥੇ ਫਲਿੱਪ ਕਰ, ਝੁੱਗਾ ਚੌੜ ਹੋ ਗਿਆ, ਜ਼ੀਰੋ। ਫੇਰ ਸਾਡੀ ਜਿਹੜੀ ਮਾਨਸਿਕਤਾ ਹੈ, ਇਸ ਨੂੰ ਸਹੀ ਰੱਖਣ ਦੀ ਲੋੜ ਹੈ। ਇਸ ਦੇਸ਼ ਦੇ ਵਿੱਚ ਵਿਭਿੰਨਤਾ ਦੇ ਸਿਰ 'ਤੇ ਇਹ ਦੇਸ਼ ਨੇ, ਕਿਹਾ ਜਾਂਦਾ ਇਹ ਲੈਂਡ ਆਫ ਇਮੀਗਰੈਂਟਸ ਹੈ, ਪਰ ਜੇ ਤੁਸੀਂ ਇਮੀਗਰੈਂਟਸ ਬਣ ਕੇ ਫਿਰ ਇਸ ਦੇਸ਼ 'ਚ ਰਹਿੰਦੇ ਹੋਏ ਉਸ ਚੀਜ਼ ਦਾ ਖਿਆਲ ਰੱਖੋ ਵੀ ਇਹ ਦੇਸ਼ ਬਣਿਆ ਕਿਵੇਂ। ਜਦ ਅਸੀਂ ਧੱਕ ਦੇਣਾ ਹੈ ਸਾਰਿਆਂ ਨੂੰ ਇੱਕ ਬੰਨੇ, ਤੇ ਗੈਟੋ 'ਚ ਰਹਿਣਾ ਵੀ ਮੈਂ ਤੇ ਤੇਰਾ ਤੇ ਅਸੀਂ, ਬਸ ਮੈਂ ਮੇਰਾ ਕਰਦੇ, ਫਿਰ ਇੱਕ ਦਿਨ ਜਿੱਦਣ ਸ਼ੇਰ ਆਉਣਾ ਹੈ ਉਦਣ ਪਿੰਡ ਵਾਲੇ ਨਹੀਂ ਫਿਰ ਨਾਲ ਖੜਦੇ। ਇਸ ਵਿਸ਼ੇ 'ਤੇ ਮੈਂ ਡਰਾਉਣ ਦੀ ਨਹੀਂ ਗੱਲ ਕਰ ਰਿਹਾ, ਪਰ ਕੰਧ 'ਤੇ ਲਿਖੀਆਂ ਚੀਜ਼ਾਂ ਨੇ। ਜੇ ਐਲ ਪੈਸੋ ਦੇ ਵਿੱਚ ਹਿਸਪੈਨਿਕ ਲੋਕਾਂ ਦਾ ਕਤਲ ਹੁੰਦਾ ਹੈ, ਬਫਲੋ ਦੇ ਵਿੱਚ ਅਫਰੀਕਨ ਅਮੈਰੀਕਨ ਦਾ ਕਤਲ ਹੁੰਦਾ, ਪਿਟਸਬਰਗ ਦੇ ਵਿੱਚ ਯਹੂਦੀਆਂ ਦਾ ਕਤਲ ਹੁੰਦਾ, ਓਕ ਕ੍ਰੀਕ ਦੇ ਵਿੱਚ ਸਿੱਖਾਂ ਦਾ ਕਤਲ ਹੁੰਦਾ, ਇਹ ਕਹਾਣੀ ਆ ਕੋਈ। ਅਤੇ ਉਹਦੇ ਲਈ ਅਸੀਂ ਕੀ ਕਰਨਾ, ਅਗਲੇ ਵਿਸ਼ੇ 'ਤੇ ਜਾਵਾਂਗੇ। ਪਰ ਲੋਕਲ ਕੰਸਟਰਕਸ਼ਨ ਇੰਡਸਟਰੀ ਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਖਿਆਲ ਨਾਲ ਤੁਰਨ ਦੀ ਲੋੜ ਹੈ, ਸੰਭਲ ਕੇ ਤੁਰਨ ਦੀ ਲੋੜ ਹੈ, ਚਾਦਰ ਤੋਂ ਅੰਦਰ 2 ਫੁੱਟ ਪੈਰ ਰੱਖਣ ਦੀ ਲੋੜ ਹੈ। ਖਿਆਲ ਰੱਖਿਓ। ਸਿੱਖ ਕੌਮ ਦੇ ਅੱਜ ਵੱਡੇ ਦਿਨ ਨੇ 2। ਇੱਕ ਜਥੇਦਾਰ ਜਗਤਾਰ ਸਿੰਘ ਹਵਾਰਾ, ਉਹਨਾਂ ਦਾ ਜਨਮ ਦਿਨ ਹੈ ਅੱਜ। 49 ਵਰ੍ਹਿਆਂ ਦੇ ਜਥੇਦਾਰ ਜੀ ਹੋ ਗਏ। ਅਕਾਲ ਤਖਤ ਸਾਹਿਬ ਦੇ ਉਹਨਾਂ ਨੂੰ ਜਥੇਦਾਰ ਥਾਪਿਆ ਹੋਇਆ ਸਰਬੱਤ ਖਾਲਸੇ ਵਿੱਚ ਚੱਬੇਵਾਲੇ 'ਚ। ਦੂਜਾ, ਅੱਜ ਕਾਹਨੂੰਵਾਨ ਦੀ ਛੰਭ, ਛੋਟਾ ਜਿਹੜਾ ਘੱਲੂਘਾਰ ਹੈ, ਉਸ ਨੂੰ ਵੀ ਯਾਦ ਕਰਦੇ। ਅਸਲ 17 ਮਈ ਦਾ ਦਿਨ ਸੀ। 10,000 ਦੀ ਸ਼ਹੀਦੀ ਆ, ਉਹ 'ਚ 6,000 ਦੀ ਉੱਥੇ, 3-4 ਹਜ਼ਾਰ ਦੀ ਨਖਾਸ ਚੌਂਕ ਦੇ ਵਿੱਚ ਲਾਹੌਰ ਜਾ ਕੇ ਦੀਵਾਨ ਲਖਪਤ ਰਾਏ ਦੇ ਭਾਈ ਜਸਪਤ ਰਾਏ ਦਾ ਕਤਲ ਕਰਕੇ ਸਿੰਘ ਜਦ ਨਾਲ ਰਾਵੀ ਦੇ ਉੱਪਰ ਪਹਾੜੀ ਜਾ ਚੜ੍ਹੇ, ਕਾਹਨੂੰਵਾਨ ਦੀ ਛੰਭ ਨੂੰ ਘੇਰ ਲਿਆ ਯਹੀਆ ਖਾਂ ਤੇ ਲਖਪਤ ਰਾਏ ਨੇ। ਉੱਥੇ ਸ਼ਹੀਦੀਆਂ ਹੋਈਆਂ। ਜੇਠ ਦੇ ਮਹੀਨੇ ਵਰਦੀ ਅੱਗ ਸੀ। ਹਾਂਡੀਆਂ ਜਿਹੜੀ ਕੁੱਪਿਆਂ ਦੇ ਵਿੱਚ ਬਰੂਦ ਨੂੰ ਅੱਗ ਲਾ ਕੇ, ਦਰੱਖਤਾਂ ਨੂੰ ਅੱਗ ਲੱਗ ਗਈ, ਘੋੜਿਆਂ ਦੇ ਚੀਥੜੇ ਉੱਡਦੇ,
ਅੱਗ ਤੇ ਸਾਹਮਣੇ ਰਾਵੀ ਤੇ ਰੇਤਾ ਜਿਹੜਾ ਪੈਰਾਂ ਨੂੰ ਲੂੰਹਦਾ। ਡੱਲੇ ਵਾਲੀਆਂ ਸਰਦਾਰਾਂ ਨੇ ਰਾਵੀ ਦਾ ਪੱਤਣ ਵੇਖਣ ਲਈ ਘੋੜੇ ਠੱਲੇ, ਥੱਲਿਓਂ ਘੋੜੇ ਨਹੀਂ ਨਿਕਲੇ। ਤੇ ਇਹ ਅੱਤ ਦੀ ਗਰਮੀ, ਜੰਗਲ ਦੀ ਅੱਗ ਨਾਲ ਪਹਾੜ ਉੱਪਰੋਂ, ਪਹਾੜੀ ਰਾਜੇ ਤੇ ਵਿਰੋਧੀ ਉਹ ਉੱਪਰੋਂ ਪਹਾੜ ਵਾਲੇ ਪਾਸਿਓਂ ਹਮਲਾ। ਤੇ ਬਹੁਤ ਖਤਰਨਾਕ ਇਹ ਲੜਾਈ ਹੋਈ ਸੀ। ਛੋਟੇ ਘੱਲੂ ਕਰਕੇ, ਘੱਲੂਘਾਰੇ ਕਰਕੇ ਇਸ ਨੂੰ ਜਾਣਿਆ ਜਾਂਦਾ ਹੈ। ਅੱਜ 2 ਦਿਨ ਦੀ ਲੜੀ ਜਿਹੜੀ ਕੱਲ੍ਹ ਨੂੰ ਆਪਾਂ ਸੰਪੂਰਨ ਕਰਾਂਗੇ, ਉਸ ਦੀ ਸ਼ੁਰੂਆਤ ਕਰ ਰਹੇ ਹਾਂ ਬਫਲੋ ਦੇ ਵਿੱਚ। ਮਾਤਮ ਛਾਇਆ 18 ਸਾਲ ਦੇ ਇੱਕ ਸਿਰਫਿਰੇ ਨਸਲਵਾਦੀ ਗੋਰੇ ਮੁੰਡੇ ਨੇ ਅਫਰੀਕਨ ਅਮਰੀਕਨ 10 ਨੇ ਜਿਹੜੇ ਮਾਰ ਕੱਤੇ। ਹੁਣ ਇਹ ਗੱਲ ਕਰਨੀ ਕਿਉਂ ਬਣਦੀ ਹੈ ਕਿ ਆਮ ਲੋਕ ਚੁੱਪ ਨੇ। ਓਕ ਕ੍ਰੀਕ ਦੇ ਵਿੱਚ ਕਦੇ ਸਿੱਖ ਨਸਲਵਾਦੀ ਵੱਲੋਂ ਮਾਰੇ ਜਾਣ, ਐਲ ਪੈਸੋ ਦੇ ਵਿੱਚ ਮੈਕਸੀਕਨ ਮੂਲ ਦੇ ਹਿਸਪੈਨਿਕ ਲੋਕ ਜਿਹੜੇ ਨੇ ਉਹ ਮਾਰੇ ਜਾਣ ਐਲ ਪੈਸੋ 'ਚ 23, ਜਾਂ ਫਿਰ ਸਿਨਾਗੋਗ ਦੇ ਵਿੱਚ ਪਿਟਸਬਰਗ ਦੇ ਵਿੱਚ ਭਗਤੀ ਕਰਨਾ ਹੈ ਯਹੂਦੀ ਮਾਰੇ ਜਾਣ, ਨਿਊਜ਼ੀਲੈਂਡ ਦੇ ਵਿੱਚ ਮਸਜਿਦ ਦੇ ਵਿੱਚ ਬੰਦੇ ਮਾਰੇ ਜਾਣ, ਜਾਂ ਕੁਬੈਕ ਦੇ ਵਿੱਚ ਮਸਜਿਦ ਦੇ ਵਿੱਚ ਬੰਦੇ ਮਾਰੇ ਜਾਣ। ਇਹ ਜਿਹੜਾ ਰੁਮਕ ਦੀਆਂ ਚੀਜ਼ਾਂ ਨੇ ਸਮਾਜ ਦੇ ਵਿੱਚ, ਇਹਦਾ ਕਾਰਨ ਖੈਰ ਆਹ ਜਿਹੜੇ ਦੇਸ਼ ਨੇ, ਜਿਹੜਾ ਅਮਰੀਕਾ ਤੇ ਕੈਨੇਡਾ ਹੈ, ਇਹਦੀ ਇੱਕ ਅਲੱਗ ਥਿਊਰੀ ਹੈ, ਇੱਕ ਅਲੱਗ ਇਤਿਹਾਸ ਹੈ। ਇਸ ਦੇ ਵਿੱਚ ਪ੍ਰਵਾਸੀ ਜਿਹੜੇ ਥੋੜ੍ਹੇ ਜਿਹੇ ਇੱਥੇ ਦੇ ਵੱਧ ਗਿਣਤੀ ਦੇ ਲੋਕਾਂ ਤੋਂ, ਸੁਨੱਖੇ ਲੋਕਾਂ ਤੋਂ, ਚਿੱਟੇ ਲੋਕਾਂ ਤੋਂ ਅਲੱਗ ਦਿਖਦੇ ਨੇ, ਜਿਨ੍ਹਾਂ ਨੂੰ ਵਿਜ਼ੀਬਲ ਮਾਈਨੋਰਿਟੀ ਕਿਹਾ ਜਾਂਦਾ, ਜਿਹੜਾ ਕਿ ਸ਼ਬਦ ਠੀਕ ਨਹੀਂ, ਘੱਟ ਗਿਣਤੀ। ਉਹ ਜਦ ਇਸ ਨੂੰ ਠੁੰਮਣਾ ਦੇ ਕੇ ਆਪਣੇ ਆਪ ਨੂੰ ਖੜਾ ਇਹਨਾਂ ਦੇ ਬਰਾਬਰ ਕਰਦੇ ਨੇ, ਜੇ ਕਿਤੇ ਡਿਸਕਸ਼ਨ ਹੋ ਜਾਵੇ, ਉਹ ਕਹਿੰਦਾ ਲੈਂਡ ਆਫ ਇਮੀਗ੍ਰੈਂਟਸ ਹੈ ਇਹ। ਮੈਂ ਬੇਨਤੀ ਕਰਾਂ ਕਾਲਰਸ ਨੂੰ, ਮੈਂ 5-7 ਮਿੰਟ ਲਾ ਲਵਾਂ, ਤੁਹਾਨੂੰ ਫਿਰ ਮੈਂ ਫੋਨ ਕਰਦਾ ਜੀ। ਸੁਣ ਲਿਓ, ਪਹਿਲਾਂ ਕਾਹਲੀ ਨਾ ਕਰਿਓ। ਤੇ ਇਸ ਚੀਜ਼ 'ਤੇ ਪੇਤਲੀ ਗੱਲ ਨਹੀਂ ਮੈਂ ਕਰਨੀ, ਨਾ ਹੀ ਤੁਸੀਂ ਕਰਿਓ। ਇਹਦੀ ਗੰਭੀਰਤਾ ਨੂੰ ਵੇਖ ਕੇ ਭਾਈਚਾਰਾ ਕਿੱਧਰ ਨੂੰ ਹੁਣ ਜਾਵੇ, ਭਾਈਚਾਰੇ ਦੇ ਉੱਦਮ ਕੀ ਚਾਹੀਦੇ ਨੇ, ਇਸ 'ਤੇ ਮੈਂ ਆਉਣਾ। ਬੇਸਿਕਲੀ ਗੱਲ ਇਹ ਕਰਨੀ ਚਾਹੁੰਦਾ ਮੈਂ, ਜਿਹੜੇ ਲੋਕ ਇਸ ਨੂੰ ਅਸੀਂ ਇਸ ਗੱਲ 'ਤੇ ਲੈ ਕੇ ਆਉਣਾ ਵੀ ਫਰਾਂਸੀਸੀ ਤੇ ਬਲੈਤ ਦੇ ਲੋਕਾਂ ਨੇ ਇਹਨਾਂ ਦੇਸ਼ਾਂ 'ਤੇ ਕਬਜ਼ੇ ਕੀਤੇ, ਉਹਨਾਂ ਨੇ ਮੂਲ ਵਾਸੀ ਧੱਕ ਦਿੱਤੇ ਕੁੰਦਰਾਂ ਦੇ ਵਿੱਚ। ਉਹਦੇ ਬਾਅਦ ਹੋਇਆ ਕੀ, ਗੱਲ ਹੀ ਇਹ ਹੋਈ, ਯੂਰਪ ਦੇ ਵਿੱਚ ਰਾਜੇ ਲੜਦੇ ਰਹਿੰਦੇ ਅਖੀਰ ਇੱਕ ਸੰਧੀ ਹੋ ਗਈ, ਜਿਸ ਨੂੰ ਕਾਰਖਾਨਿਆਂ ਦੀ ਇੱਕ ਲਹਿਰ, ਇੰਡਸਟਰੀਲਾਈਜੇਸ਼ਨ ਦੀ ਗੱਲ ਕਰਕੇ ਕਾਰਖਾਨੇ ਲੱਗਣ ਲੱਗੇ। ਹੁਣ ਕਾਰਖਾਨੇ ਤਾਂ ਲਾਤੇ, ਤੇ ਕਾਰਖਾਨੇ ਚਲਾਉਣੇ ਕਿਹਨੇ ਹੈ, ਤੇ ਕਾਰਖਾਨਿਆਂ 'ਚ ਕੱਚਾ ਮਾਲ ਕਿੱਥੋਂ ਆਉਣਾ ਹੈ? ਉਹ ਕਹਿੰਦੇ ਵੀ ਫੇਰ ਹੁਣ ਇਹਦੇ ਲਈ ਤਾਂ ਜਾਂ ਅਫਰੀਕਾ ਤੇ ਜਾਂ ਫਿਰ ਏਸ਼ੀਆ। ਚੜੋ ਫਿਰ, ਹੁਣ ਚੜੋ ਵਾਸਕੋ ਡੇ ਗਾਮਾ ਜੀ, ਚੜੋ ਕੋਲੰਬਸ ਜੀ, ਬੋਏਜ਼ ਜਿਹੜੇ ਨੇ ਉਹਦੇ 'ਤੇ ਸ਼ੁਰੂ ਕਰਾਏ, ਪੈਸੇ ਦਿੱਤੇ, ਫੰਡਿੰਗ ਕੀਤੀ ਲੋਕਲ ਰਾਜਿਆਂ ਨੇ, ਲਾਗੇ ਜਾ ਕੇ ਤੱਟ 'ਤੇ ਲੱਭ ਲਿਆਏ, ਫੜ ਲਿਆਏ। ਉਸੇ ਤਰਜ਼ 'ਤੇ ਇਹਨਾਂ ਦੇਸ਼ਾਂ 'ਚ, ਅਮਰੀਕਾ ਦੇ ਵਿੱਚ ਬਹੁਤਾਤ ਆਏ ਪ੍ਰਵਾਸੀ ਜਿਹੜੇ ਪਹਿਲੇ ਸੀ ਸੁਨੱਖੇ ਲੋਕ, ਉਹਨਾਂ ਨੇ ਜਹਾਜ਼ ਠਿੱਲ 'ਤੇ ਹੇਲੀ ਦਾ ਨਾਵਲ ਦਾ ਰੂਟਸ, ਉਹਦੇ ਵਿੱਚ ਦੱਸਦੇ ਨੇ ਵੀ ਕੁੰਤੇ ਨੂੰ ਕਿਵੇਂ, ਫਿਰ ਕੁੰਤੇ ਨੂੰ ਬੰਨ੍ਹ ਕੇ ਕਿਵੇਂ ਲਿਆਏ, ਤੇ ਕਿਵੇਂ ਸਮੁੰਦਰ ਦਰਿਆਵਾਂ ਦੇ ਕੰਢੇ ਹੌਲੀ ਦੇ ਕੇ ਸ਼ਿਪ ਖੜੇ ਕਰਦੇ ਤੇ ਜਾਲ ਸਿੱਟ ਕੇ ਫੜ ਕੇ ਲਿਆਏ ਤਾਂ ਆਪਣੀ ਮਜਬੂਰੀ ਲਈ, ਕਿਉਂਕਿ ਚਿਮਨੀਆਂ, ਧੂੰਆਂ ਤੇ ਲੋਹਾ ਗਰਮ ਕਰਕੇ ਕੁੱਟਣਾ, ਤੇ ਸਾਇਰਨ ਤੋਂ ਨਿਕਲਣਾ, ਸਾਇਰਨ 'ਤੇ ਜਾਣਾ, ਤੇ ਕਾਰਡ ਪੰਚ ਕਰਨੇ ਹਰ ਇੱਕ ਦੇ ਵੱਸ ਦੀਆਂ ਗੱਲਾਂ ਨਹੀਂ। ਇਹ ਨਹੀਂ ਹੈ ਕਰਦੇ ਨਹੀਂ, 70% ਲੋਕ ਆਪਣੇ ਨਾਲ ਵੀ ਲੋਕਲ ਕੰਮ ਕਰਦੇ ਆ।
ਪਰ ਕਿਤੇ ਨਾ ਕਿਤੇ ਅੰਦਰ ਉਹਨਾਂ ਦੇ ਗੱਲ ਇਹ ਚੱਲਦੀ ਰਹਿੰਦੀ ਆ ਵੀ ਦੇਸ਼ ਸਾਡਾ। ਇਸ ਕਨਸੈਪਟ ਦੀ ਤਬਦੀਲੀ ਦੇ ਸਿਧਾਂਤ ਦੀ ਜਿਹੜੀ ਕਹਾਣੀ ਚੱਲੀ, ਉਹ ਜਿਹੜੀ ਚੱਲੀ ਇੱਕ ਫਰਾਂਸੀਸੀ ਲੇਖਕ ਕੈਮੂ ਵੱਲੋਂ, ਜਿਸ ਨੇ ਰਿਪਲੇਸਮੈਂਟ ਥਿਊਰੀ ਤੇ ਕਿਤਾਬ ਲਿਖੀ। ਬਹੁਤ ਵੱਡਾ ਲੇਖਕ ਆ, 100 ਤੋਂ ਵੱਧ ਕਿਤਾਬਾਂ ਨੇ। ਰਿਪਲੇਸਮੈਂਟ ਥਿਊਰੀ ਦੀ ਉਹਨੇ ਗੱਲ ਤੋਰੀ। ਰਿਪਲੇਸਮੈਂਟ ਥਿਊਰੀ ਉਹ ਕੀ ਕਹਿੰਦਾ ਹੈ, ਰੈਨੋ ਕੈਮੂ ਉਸ ਦਾ ਨਾਂ ਹੈ। 2012 'ਚ ਉਹਨੇ ਰਿਪਲੇਸਮੈਂਟ ਥਿਊਰੀ ਦੀ ਇੱਕ ਨਾਂ ਦੇ ਥੱਲੇ 2 ਕਿਤਾਬਾਂ ਦੀ ਲੜੀ ਛਾਪੀ। ਜਦ ਉਹਨੇ ਵੇਖਿਆ, ਕਹਿੰਦਾ ਯਾਰ ਫਰਾਂਸ ਦੇ ਵਿੱਚ ਸਾਡੀ ਤਾਂ ਨਸਲਾਂ ਖਰਾਬ ਹੋ ਰਹੀਆਂ ਨੇ। ਉਹਨੇ ਉਹਦੇ 'ਚ ਕੈਪੀਟਲਿਸਟਾਂ ਨੂੰ, ਇੰਡਸਟਰੀਅਲਿਸਟਾਂ ਨੂੰ, ਸਾਰਿਆਂ ਨੂੰ ਕਿਹਾ ਵੀ ਤੁਸੀਂ ਲਿਆਉਂਦੇ ਹੋ ਆਪਣੀ ਮੰਗ ਦੇ ਵਿੱਚੋਂ। ਪਰ ਉਹਨੇ ਕਿਉਂਕਿ ਸਿੱਧਾ ਹਮਲਾ ਕਰਨ ਦੀ ਬਜਾਏ ਇਹ ਚੀਜ਼ ਨੂੰ ਘੁਮਾ ਕੇ ਬੇਸਿਕਲੀ ਉਹਨੇ ਇਹ ਕੀਤਾ ਵੀ ਸਾਡੀਆਂ ਨਸਲਾਂ ਖਰਾਬ ਹੋ ਰਹੀਆਂ ਨੇ, ਸਾਨੂੰ ਸਾਡੀ ਵਾਈਟ ਜੀਨੋਸਾਈਡ ਹੈ ਇਹ। ਬੇਸਿਕਲੀ ਉਹਨੇ ਇਹ ਕਿਹਾ ਵੀ ਸੁਨੱਖੇ ਲੋਕਾਂ ਦੀ, ਚਿੱਟੇ ਲੋਕਾਂ ਦੀ ਇਹ ਨਸਲਕੁਸ਼ੀ ਹੈ। ਬਹੁਤ ਵੱਡੀ ਗਿਣਤੀ ਜਿਹੜੀ ਫਰਾਂਸ ਦੇ ਵਿੱਚ ਮੁਸਲਿਮ ਕਮਿਊਨਿਟੀ ਦੀ। ਅੱਛਾ, ਸੇਮ ਇਸ ਰਾਜਨੀਤੀ ਦੀ ਖੇਡ 'ਚ ਗਦਾਫੀ ਵਰਗੇ ਬਿਆਨ ਵੀ ਦਿੰਦੇ ਰਹੇ ਵੀ ਤੁਸੀਂ ਬੰਬ ਨਾਲ ਲੈ ਕੇ ਜਾਓ ਯੂਰਪ ਦੇ ਵਿੱਚ, ਤੁਸੀਂ ਟੱਬਰਾਂ ਨਾਲ ਚਲੇ ਜਾਓ ਤੇ ਜਵਾਕ ਪੈਦਾ ਕਰੋ, ਲੋਕਲ ਕਮਿਊਨਿਟੀ ਆਪੇ ਮਨਿਊਟ 'ਚ ਹੋ ਜਾਣੀ ਆ। ਉਹਨੇ ਬਲਦੀ ਤੇ ਤੇਲ ਪਾਇਆ, ਨਸਲਵਾਦੀ ਨੂੰ ਹੱਥ ਦੇ ਵਿੱਚ ਮਸ਼ਾਲ ਫੜਾਤੀ ਵੀ ਆਹ ਦੇ ਕੀ ਕਹਿੰਦਾ। ਹੁਣ ਧਰਮ ਹਰ ਇੱਕ ਆਪਣਾ ਵਧਾਉਣਾ ਚਾਹੁੰਦਾ। ਵੱਡੇ ਧਰਮਾਂ ਦੀ ਲੜਾਈ ਇਸ ਤਰ੍ਹਾਂ ਰਹੀ। ਈਸਾਈਅਤ ਅਫਰੀਕਾ ਦੇ ਵਿੱਚ ਜਾ ਕੇ ਬੋਰੀ ਕਣਕ ਦੀ ਦੇ ਕੇ ਉੱਥੇ ਕਹਿੰਦੀ ਆ ਕਰ ਟੇਕ ਮੱਥਾ ਜੀਸਸ ਨੂੰ। ਹੁਣ ਤਾਂ ਖੋਜੇਵਾਲਾ ਦੀ ਇੱਕ ਪੈਸਟਰ ਹੈ ਬੀਬੀ ਬੈਂਸ, ਉਹ ਪੰਜਾਬੀ ਦੇ ਵਿੱਚ ਕਹਿੰਦੀ ਹੈ ਜੀਸਸ ਅੰਮ੍ਰਿਤਸਰ ਤੋਂ, ਸਾਡੇ ਮੱਕੇ ਤੋਂ 15 ਕਿਲੋਮੀਟਰ ਦੂਰ ਤੱਕ ਉਹ ਸ਼ੁਰੂ ਕੀਤਾ ਹੋਇਆ ਉਹਨਾਂ ਨੇ। ਪੈਸਟਰ ਬੀਬੀ ਖੋਜੇਵਾਲਾ, ਪੜ੍ਹਿਓ YouTube ਤੇ ਜਾ ਕੇ ਕੀ ਕਹਿੰਦੀ ਆ ਉਹ। ਸੋ ਇਹ ਧਰਮ ਨੂੰ ਵਧਾਉਣ ਦੇ ਥੱਲੇ ਇਹ ਜਿਹੜੇ ਸੁਨੱਖੇ ਲੋਕ ਨੇ, ਇਹ ਇਨਵੇਡ ਕਰਨ ਅਫਰੀਕਾ ਦੇ ਵਿੱਚ, ਇਹ ਇਨਵੇਡ ਕਰਨ ਭਾਰਤ ਦੇ ਵਿੱਚ, ਇਹ ਕਰਨ ਚੀਨ ਦੇ ਵਿੱਚ। ਇਹਨਾਂ ਦੀ ਦਖਲਅੰਦਾਜ਼ੀ ਨਹੀਂ, ਉੱਥੇ ਜੈਨੋਸਾਈਡ ਨਹੀਂ। ਉੱਥੇ ਜਾ ਕੇ ਇਹ ਕਹਿੰਦੇ ਨੇ ਤੁਹਾਨੂੰ ਤਾਂ ਸੁਧਾਰਨ ਆਇਆ, ਤੁਹਾਨੂੰ ਤਾਂ ਰਿਫਾਰਮ ਕਰਨ ਆਇਆ ਅਸੀਂ। ਉੱਥੇ ਨਹੀਂ ਹੈ ਕਿਉਂਕਿ ਅਸੀਂ ਸੁਪੀਰੀਅਰ ਹਾਂ। ਪਰ ਜੇ ਕੱਚੇ ਮਾਲ ਦੇ ਨਾਲ ਇੱਕ ਲੇਬਰ ਲਿਆ ਕੇ ਦੇਸ਼ਾਂ 'ਚ ਵਸ ਗਏ ਤੇ ਉਹਨਾਂ ਦੇਸ਼ਾਂ 'ਚ ਜਿਹੜੀ ਇਮੀਗਰੈਂਟ ਦੀਆਂ ਦੇਸ਼ ਨੇ, ਪ੍ਰਵਾਸੀਆਂ ਦੇ ਦੇਸ਼ ਨੇ, ਉਹਦੇ ਵਿੱਚ ਫਿਰ ਇੱਕ ਨਸਲਵਾਦ ਨਾਲ ਨਾਲ ਪਣਪਦਾ ਹੈ। ਤੇ ਜਿਹੜਾ ਫਿਰ ਕਦੇ ਐਲ ਪੈਸੋ ਦੇ ਵਿੱਚ ਜਾਂ ਪਿਟਸਬਰਗ ਦੇ ਵਿੱਚ, ਤੁਸੀਂ ਮੈਂ ਤਾਂ ਦੂਰ ਕੀ, ਦੁਨੀਆ ਦੇ ਵਿੱਚ ਪਾਵਰ ਨੂੰ ਗ੍ਰੈਬ ਕਰਨ ਵਾਲੇ ਯਹੂਦੀ ਲੋਕ, ਜਿਨ੍ਹਾਂ ਨੂੰ ਗੱਲ ਕਰਨੀ ਆਉਂਦੀ ਹੈ, ਜਿਨ੍ਹਾਂ ਨੂੰ ਪੈਸੇ ਦੀ ਵਰਤੋਂ ਕਰਨੀ ਆਉਂਦੀ ਹੈ, ਪਰ ਉਹ ਸਾਡੇ ਵਾਂਗੂ ਅਲੱਗ ਹੋ ਕੇ ਕਮਿਊਨਿਟੀ 'ਚ ਨਹੀਂ ਵਿਚਰਦੇ। ਕਦੇ ਯਹੂਦੀ ਬੰਦੇ ਨੂੰ ਵੇਖ ਲਿਓ, ਉਹ ਨਹੀਂ ਚਲਾਉਂਦਾ $1 ਮਿਲੀਅਨ ਦੀ ਕਾਰ, ਉਹ ਨਹੀਂ ਇਹੋ ਜਿਹਾ ਕੁਛ ਕਰਦਾ ਜਿਹਦੇ 'ਚ ਆਮ ਲੋਕਾਂ ਤੋਂ ਅਲੱਗ ਲੱਗੇ। ਉਹ ਬਹੁਤ ਲੋ ਪ੍ਰੋਫਾਈਲ ਰਹਿੰਦਾ। ਪਰ ਫੇਰ ਵੀ ਯਹੂਦੀਆਂ 'ਤੇ ਹਮਲਾ ਹੋਇਆ ਪਿਟਸਬਰਗ ਦੇ ਵਿੱਚ, ਕਿਉਂਕਿ ਇਹ ਜਿਹੜੀ ਨਸਲਵਾਦੀਆਂ ਦੀ ਢਾਣੀ ਹੈ, ਜਿਸ ਨੂੰ ਰਾਜਨੀਤਿਕ ਬੰਦੇ ਵੀ, ਕਿਉਂਕਿ ਰਾਜਨੀਤਿਕ ਨੇ ਤਾਂ ਰਾਜਨੀਤੀ ਕਰਨੀ ਹੈ, ਉਹਨੇ ਰਾਈਟ ਵਿੰਗ ਆਈਡੀਓਲੋਜੀ ਲਿਆ ਕੇ ਨਸਲਵਾਦ ਦੀ ਗੱਲ, ਜਿਹੜੀ ਰਿਪਬਲਿਕਨ ਦੇ ਉੱਪਰ ਗੱਲ ਕਰ ਸਕਦੇ ਹਾਂ, ਪੁਰਾਣੀ ਪਾਰਟੀ GOP, ਰਿਪਬਲਿਕਨ ਤੇ ਕੁਛ ਬੰਦੇ, ਜਾਂ ਫਿਰ ਡੈਮੋਕ੍ਰੈਟਸ ਜਿਹੜੇ ਕਹਿੰਦੇ ਨਾ ਅਸੀਂ ਲੈ ਕੇ ਆਵਾਂਗੇ, ਉਹਨਾਂ ਨੇ ਰਾਜਨੀਤੀ ਕਰਨੀ। ਸੇਮ ਟੋਕਨ 'ਤੇ ਜਿਵੇਂ ਇੱਥੇ ਕਹਿੰਦਾ ਵੀ ਟਰੂਡੋ ਮਸੀਹਾ, ਪਾਵਾਂਗੇ ਜੀ ਵੋਟਾਂ, ਪਾਵਾਂਗੇ ਟਰੂਡੋ, ਤੇਰੇ ਪਿਓ ਦੀ ਸੋਚ 'ਤੇ ਦੇਵਾਂਗੇ, ਪਹਿਰਾ ਦੇਵਾਂਗੇ ਠੋਕ ਕੇ, ਤੈਂ ਤਾਂ ਸਾਨੂੰ ਰਾਹ ਖੋਲ੍ਹਤੇ। ਉਹਨੇ ਉੱਥੇ ਰਾਜਨੀਤੀ ਕਰ ਲਈ, ਬਣਨਾ ਪ੍ਰਾਈਮ ਮਿਨਿਸਟਰ ਹੀ ਹੈ, ਚਾਹੇ ਪਿਓ ਬਣ ਜਾਵੇ ਚਾਹੇ ਪੁੱਤ ਬਣ ਜਾਵੇ। ਹਾਰਪਰ ਹੋਣੀ ਕਹਿੰਦੇ ਕਿਤੇ ਨਾ ਕਿਤੇ ਸਲੋਗਨ ਦੇਖੇ ਵੀ ਅਸੀਂ ਇਮੀਗ੍ਰੇਸ਼ਨ ਨੂੰ ਠੱਲ ਪਾਉਣੀ ਹੈ, ਬੈਕਲੌਗ ਨਹੀਂ ਹੋਊ, ਅਸੀਂ ਤੁਹਾਨੂੰ ਇਮੀਗ੍ਰੇਸ਼ਨ, ਤੁਹਾਡੇ ਪੇਰੈਂਟਸ ਨੂੰ ਸੱਦ ਦਿੰਦੇ ਹਾਂ ਅਸੀਂ, ਅੱਛਾ ਵਿਆਹ ਭੋਗ 'ਤੇ ਆਉਣਾ, ਕੜਾਹੀ 'ਤੇ ਬਹਿਣਾ, ਆ ਕੇ ਆ ਜਾਓ ਵਿਜ਼ਿਟ ਵੀਜ਼ਾ ਲੈ ਲਓ, ਸੁਪਰ ਵੀਜ਼ਾ ਦਿੰਦੇ ਹਾਂ, ਰਹੋ 10 ਸਾਲ 12 ਸਾਲ, ਕੋਈ ਇਮੀਗ੍ਰੇਸ਼ਨ ਨਹੀਂ, ਕੋਈ ਕਦੇ ਪੈਨਸ਼ਨ ਨਹੀਂ, ਕੋਈ ਤੁਹਾਡਾ ਮੈਡੀਕਲ ਨਹੀਂ, ਹਰ ਸਾਲ ਜਾਓ, ਹਰ ਸਾਲ ਵਾਪਸ ਆਓ, ਇਮੀਗ੍ਰੇਸ਼ਨ ਨਹੀਂ ਹੋਣੀ, ਮੈਡੀਕਲ ਲਾਓ। ਉਹਨਾਂ ਦੀ ਵੀ ਰਾਜਨੀਤੀ ਹੈ।
ਨਿਊਯਾਰਕ ਟਾਈਮਜ਼ ਨੇ ਅੱਜ ਸਰਵੇਖਣ ਛਾਪਿਆ ਕਿ ਓਬਾਮਾ, ਜਿਸ ਨੂੰ ਘੱਟ ਗਿਣਤੀ ਦੇ ਵਿੱਚੋਂ ਅਫਰੀਕਨ ਅਮਰੀਕਨ ਦੇ ਦਿੱਤਾ, ਤੁਸੀਂ ਇਹ ਗੱਲ ਮੰਨ ਲਿਓ ਕਿ ਸੋਧੇ ਹੋਏ ਸਰੀਰ ਹੀ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਤੇ ਅਹੁਦਿਆਂ ਤੇ ਬੈਠਣਗੇ, ਉਹ ਆਪਣੀ ਪੁਰਾਣੀ ਖਸਲਤ ਲੈ ਕੇ ਨਹੀਂ ਬਹਿ ਸਕਦੇ। ਬਰਾਕ ਓਬਾਮਾ ਅਫਰੀਕਨ ਅਮਰੀਕਨ ਲਾਈਨ ਦੇ ਵਿੱਚ ਨਹੀਂ ਖੜਦਾ ਕਦੇ। ਉਹਦੇ ਸਮੇਂ ਉਹਨੂੰ ਚੀਫ ਇਨ ਡਿਪੋਰਟੇਸ਼ਨ ਕਿਹਾ ਗਿਆ। ਉਹਨੇ ਇੰਨੇ ਡਿਪੋਰਟ ਇਲੀਗਲ ਮਾਈਗਰੈਂਟਸ ਕੀਤੇ ਨੇ। ਉਸੇ ਸਮਾਂ ਬਾਈਡਨ ਨੇ 13 ਲੱਖ ਬੰਦਾ ਡਿਪੋਰਟ ਕੀਤਾ। ਬਾਈਡਨ ਨੇ 1.3 ਮਿਲੀਅਨ। ਤੇ ਉਹਨਾਂ ਨੂੰ ਵੋਟਾਂ ਕੌਣ ਪਾ ਰਹੇ ਨੇ? ਘੱਟ ਗਿਣਤੀ ਡੈਮੋਕ੍ਰੈਟਸ ਨੂੰ, ਰਿਪਬਲਿਕਨ ਵੀ ਕਹਿ ਰਹੇ ਨੇ। ਸੋ ਇਹ ਇਸੇ ਤਰ੍ਹਾਂ ਹੀ ਰਾਜਨੀਤੀ ਦੋਨੇ ਪਾਸਿਓਂ ਹੋਣੀ ਹੈ ਇਸ ਜਗ੍ਹਾ ਤੇ। ਅੱਛਾ, ਫੌਕਸ ਨਿਊਜ਼ ਦੇ ਜਿਹੜੇ ਵੱਡੇ ਟੱਕਰ ਵਰਗੇ ਜਿਹੜੇ 400 ਦੇ ਕਰੀਬ ਐਪੀਸੋਡ ਕਰ ਦਿੰਦੇ ਨੇ, ਸਭ ਤੋਂ ਵੱਧ ਦੇਖਣ ਵਾਲਾ ਉਹਨੂੰ ਵੇਖਣ ਵਾਲੇ ਲੋਕ ਨੇ, ਜਿਹੜਾ ਰਿਪਲੇਸਮੈਂਟ ਥਿਓਰੀ ਤੇ 400 ਦੇ ਕਰੀਬ ਸ਼ੋਅ ਕਰਦਾ। ਕਾਲਸਨ ਟੱਕਰ ਜਿਸ ਨੂੰ ਕਹਿੰਦੇ ਨੇ, ਹੁਣ ਉਹਨੂੰ ਕੋਈ ਰੋਕ ਰਿਹਾ ਨਹੀਂ, ਲੋਕ ਸੁਣ ਰਹੇ ਨੇ। ਰਿਪਬਲਿਕਨ 5-7 ਘੱਟੋ ਘੱਟ ਜਿਹੜੇ ਨੇਤਾ ਨੇ ਉਹ ਉਸ ਦੇ ਹੱਕ 'ਚ ਬੋਲ ਰਹੇ ਨੇ। ਉਹ ਕਹਿੰਦਾ ਇਨਵੇਡਰ ਨੇ ਇਹ। ਸਰਪੰਚ ਨੇ ਸ਼ਰੇਆਮ ਕਿਹਾ, ਕਹਿੰਦਾ ਮੈਂ ਕੰਧ ਬਣਾਉਣੀ ਹੈ, ਇਨਵੇਡ ਕਰਦੇ ਨੇ ਇਹ ਸਾਡਾ ਦੇਸ਼। ਕਿਉਂਕਿ ਦੁੱਖ ਉਹਨੂੰ ਕੋਈ ਨਹੀਂ ਹੈ। ਉਹਦੇ 200 ਮਿਲੀਅਨ ਦੇ 100 ਮਿਲੀਅਨ 200 ਮਿਲੀਅਨ ਦੇ ਮੈਂਸ਼ਨ 'ਚ ਫਲੋਰੀਡਾ ਦੇ ਆਲੇ ਦੁਆਲੇ ਕੋਈ ਅਫਰੀਕਨ ਅਮਰੀਕਨ ਨਹੀਂ, ਉਹਨੂੰ ਬੌਦਰ ਨਹੀਂ ਕਰਦਾ, ਨਾ ਉਹਨੇ ਮੱਥੇ ਲੱਗਣਾ। ਉਹਦੇ ਕੋਲ ਆਪਣਾ ਜੈਟ ਆ, ਆਪਣੀਆਂ ਯਾਰਡਸ ਨੇ, ਆਪਣਾ ਉਹਦਾ ਅਮੀਰ ਹੈ, ਪਰ ਉਹਨੇ ਪ੍ਰੈਜ਼ੀਡੈਂਟ ਬਣਨਾ, ਉਹਨੂੰ ਸਲੋਗਨ ਚਾਹੀਦਾ ਕੋਈ। ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀਆਂ ਪਣਪ ਰਹੀਆਂ ਨੇ। ਹੁਣ ਭਾਈਚਾਰੇ ਨੇ ਆਪਣੇ ਤੌਰ 'ਤੇ ਇਹਦੇ ਬਾਰੇ ਸੋਚਣਾ ਵੀ ਵਾਟ ਇਜ਼ ਨੈਕਸਟ, ਅਸੀਂ ਕਿੱਥੇ ਖੜ੍ਹੇ ਹਾਂ। ਆਹ ਮੁੰਡਾ ਜਿਹੜਾ 180 ਪੇਜਸ ਦਾ ਇਸ ਨੇ, ਜਿਹਨੇ ਬਫਲੋ 'ਚ ਮਾਰ ਕੱਤੇ, 18 ਵਰਿਆਂ ਦਾ ਮੁੰਡਾ ਹੈ। ਸਿਸਟਮ ਵੀ ਉਹਨੂੰ ਪ੍ਰਵੇਲ ਕਰਦਾ ਹੈ। ਮਾਨਸਿਕ ਮੁਸ਼ਕਲਾਂ ਕਰਕੇ ਅਰੈਸਟ ਹੋਇਆ, ਪੁਲਿਸ ਨੇ ਛੱਡਤਾ। ਜੇ ਉਹੋ ਜਿਹੇ ਵਿਊ ਕੋਈ ਘੱਟ ਗਿਣਤੀ ਦਾ ਬੰਦਾ, ਕੋਈ ਮੁਸਲਿਮ, ਕੋਈ ਸਿੱਖ ਇਸ ਤਰ੍ਹਾਂ ਪਾਉਂਦਾ ਵੀ ਮੇਰੇ ਮਨ 'ਚ ਇਹ ਬਦੀ ਆ ਰਹੀ ਹੈ, ਉਹਨੂੰ ਕਦੇ ਵੀ ਨਹੀਂ ਸੀ ਛੱਡਦੇ, ਪਰ ਉਹ ਛੱਡਤਾ। ਕਿਤੇ ਨਾ ਕਿਤੇ ਆਪਣੀ ਕੌਮ ਦਾ ਪਿਆਰ ਆਪਾਂ ਵੀ ਮੂਹਰੇ ਹੋ ਕੇ ਦੱਸਦੇ ਹਾਂ, ਆਪਣਾ ਕਹਿ ਕੇ ਕਹਿੰਦੇ ਆ ਵੀ ਆਪਣਾ ਆਹ ਘਰ ਹੈ। ਅੱਛਾ, ਨਾਲ ਦਾ ਵਿਕਦਾ, ਕੌਣ ਵੇਚਦਾ? ਜੌਨ ਵੇਚਦਾ। ਕਰ ਫੇ ਭੂਆ ਦੇ ਮੁੰਡੇ ਨੂੰ ਫੋਨ, ਜੌਨ ਚੱਲਿਆ, ਚਮਕੌਰ ਤੂੰ ਆ ਜਾ ਇੱਥੇ। ਜੌਨ ਤੋਂ ਪਰਲੇ ਬੰਨੇ ਜੋਸਫ ਚੱਲਿਆ, ਕਹਿੰਦਾ ਫਿਰ ਕਹਿ ਹੁਣ ਸਾਲੇ ਨੂੰ, ਹਰਬੰਸ ਨੂੰ, ਹਰਬੰਸ ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਘਰ ਵੇਖਦਾ ਸਾਡਾ 3 ਨੰਬਰ 'ਤੇ, ਆ ਜਾ। ਹੋਰ ਜਿੱਦਣ ਵਿਆਹ ਕਰਨਾ ਹੈ ਫਿਰ ਗੱਭਿਓਂ ਕੰਧ ਚੱਕ ਦਿਆਂਗੇ ਤਿੰਨਾਂ ਦੀ, ਇਕੱਠਾ ਚੱਲੂ ਧੂਤਕੜਾ ਪਊ ਅੱਧੀ ਰਾਤ ਤੱਕ, 1 ਵਜੇ ਤੱਕ। ਬੱਕਰੇ ਬੁਲਾਵਾਂਗੇ ਪੂਰੇ, ਤੇ ਰਾਤ ਨੂੰ ਫਿਰ ਆਤਿਸ਼ਬਾਜ਼ੀ ਵੀ ਚੱਲੂ। ਗੁਆਂਢੀ ਕਹਿੰਦਾ ਦੇਖਾਂਗੇ। ਗੁਆਂਢੀ ਨੂੰ ਥੋੜ੍ਹਾ, ਹੁਣ ਆਤਿਸ਼ਬਾਜ਼ੀ ਤਾਂ ਮੱਚਦੇ ਨੇ ਸਾਡੇ ਘਰਾਂ 'ਚ, ਅਸੀਂ ਕੰਮ ਕਰਦੇ ਹਾਂ ਜਿਵੇਂ ਉਹ ਨਹੀਂ ਕਰਦੇ ਹੁੰਦੇ। ਦੇਸ਼ ਉਹਨਾਂ ਨੇ ਬਣਾਇਆ, ਉਹਨਾਂ ਨੇ ਕੰਮ ਕਰਕੇ ਹੀ ਦੇਸ਼ ਬਣਾਇਆ। ਚਾਹੇ ਅਸੀਂ ਵੀ 100 ਸਾਲ ਪੁਰਾਣੇ ਆ, ਪਰ ਪੁਰਾਣਾ ਜਿਹੜੀ ਸਾਡੀ ਕਮਿਊਨਿਟੀ ਨੂੰ ਅਸੀਂ ਵੇਖਦੇ ਹਾਂ, ਉਹਨਾਂ ਨੂੰ ਵਿਚਰਦੇ ਵੇਖਦੇ ਹਾਂ, ਉਹਨਾਂ ਦੀਆਂ ਫੋਟੋਆਂ ਵੇਖਦੇ ਹਾਂ, ਉਹਨਾਂ ਨੂੰ ਵੇਖਿਓ ਉਹ ਕਿਹੋ ਜਿਹੇ ਲੱਗਦੇ ਨੇ। ਅਤੇ ਅੱਜ ਭਾਈਚਾਰਾ ਸਾਡਾ, ਅਸੀਂ ਕਿੱਥੇ ਖੜ੍ਹੇ। ਹੁਣ ਇਹ 'ਚ ਸਿੱਖ ਸਿਧਾਂਤ ਹੈ ਜਿਹੜਾ ਧਰਮ ਦੀ ਗੱਲ ਹੈ ਜਿਹੜੀ। ਹੁਣ ਇੱਕ ਬੰਨੇ ਤਾਂ ਜੇ ਸਾਡੀ ਕੋਈ ਹੋਂਦ ਨੂੰ ਖਤਰਾ ਹੈ ਤਾਂ ਅਸੀਂ ਕਹਿੰਦੇ ਨਹੀਂ, ਸਾਨੂੰ ਤਾਂ ਇਹ ਐਲੀਮੀਨੇਟ ਕਰ ਰਹੇ ਨੇ, ਅਸਿਮੀਲੇਸ਼ਨ ਕਰ ਰਹੇ ਨੇ, ਜਾਂ ਇਹ ਖਤਮ ਕਰ ਰਹੇ ਨੇ, ਜਾਂ ਆਪਣੇ 'ਚ ਰਲਾ ਰਹੇ ਨੇ। ਅਸਿਮੀਲੇਸ਼ਨ ਇੱਕ ਚੀਜ਼ ਹੈ, ਇੰਟੀਗ੍ਰੇਸ਼ਨ ਇੱਕ ਚੀਜ਼ ਹੈ। ਅਸਿਮੀਲੇਸ਼ਨ ਤਾਂ ਇਹ ਹੈ ਬਈ ਇੱਕ ਚਾਹ ਧਰਨੀ ਆ, ਪਾਣੀ ਦੇ ਵਿੱਚ ਚਾਹ ਪੱਤੀ, ਲੌਂਗ, ਇਲਾਇਚੀ, ਸੌਂਫ ਪਾ ਕੇ ਉਹ ਸਾਰਾ ਕੁਛ ਇੱਕ ਚੀਜ਼ ਬਣ ਗਈ। ਉਹ ਸਾਰੀਆਂ ਚੀਜ਼ਾਂ ਦੀ ਅਸਿਮੀਲੇਸ਼ਨ ਹੈ। ਇੰਟੀਗ੍ਰੇਸ਼ਨ ਕੀ ਹੈ ਵੀ ਇੱਕ ਪਲੇਟ ਦੇ ਵਿੱਚ ਚਾਹ ਵੀ ਪਈ ਆ, ਪੱਤੀ ਵੀ, ਸੌਂਫ ਵੀ ਪਈ ਆ, ਲੌਂਗ ਵੀ ਪਈ ਆ, ਇਲਾਇਚੀ ਵੀ ਪਈ ਆ, ਕਾਲੀ ਮਿਰਚ ਵੀ ਪਈ ਆ, ਅਤੇ ਇਸ ਤਰ੍ਹਾਂ ਪਈਆਂ ਉਹ ਜਿਹੜੀਆਂ ਅਲੱਗ-ਅਲੱਗ ਦਿਖਦੀਆਂ ਨੇ। ਪਾਣੀ ਪੀ ਕੇ ਚਾਹ ਨੂੰ ਦੱਸ ਕੇ ਉਹਨੂੰ ਦੱਸਣਾ ਪਊ ਇਹ 'ਚ ਕੀ ਪਾਇਆ, ਸਾਹਮਣੇ ਪਈ ਜਿਹੜੀ ਚੀਜ਼ ਆ ਉਹ ਦਿਖਦੀ ਹੈ। ਜੇ ਅਸੀਂ ਉਸ ਕੌਨਸੈਪਟ ਦੇ ਖਿਲਾਫ ਹਾਂ, ਦੇਖੋ ਜੀ, ਇੱਕ ਭਾਸ਼ਾ, ਇੱਕ ਦੇਸ਼, ਇੱਕ ਧਰਮ ਦੇ ਥੱਲੇ ਸਾਨੂੰ ਖਤਮ, ਸਾਡੀ ਹੋਂਦ ਨੂੰ ਖਤਰਾ ਹੈ। ਅਤੇ ਉਸੇ ਸਮੇਂ ਕੀ ਅਸੀਂ ਜਿੱਥੇ ਵਸਦੇ ਹਾਂ
ਉੱਥੇ ਅਸੀਂ ਆਲੇ ਦੁਆਲਿਆਂ ਦੀ ਅਸਿਮੀਲੇਸ਼ਨ ਤਾਂ ਨਹੀਂ ਕਰ ਰਹੇ, ਕਿਤੇ ਉਹਨਾਂ ਨੂੰ ਜਜ਼ਬ ਤਾਂ ਨਹੀਂ ਕਰ ਰਹੇ, ਅਸੀਂ ਗੈਟੋ ਤਾਂ ਨਹੀਂ ਬਣਾ ਰਹੇ, ਕਿ ਸਾਡੇ ਕਰਕੇ ਮੁਸ਼ਕਲਾਂ ਤਾਂ ਨਹੀਂ ਆ ਰਹੀਆਂ। ਮੈਨੂੰ ਸੁਖਦੀਪ ਸਿੰਘ ਬਰਨਾਲੇ ਦਾ ਇੱਕ ਲੇਖ ਯਾਦ ਆ ਗਿਆ 2019 ਦੇ ਵਿੱਚ ਲਿਖਿਆ ਉਸਨੇ, ਜਿਹੜੇ ਸਾਲ ਵੱਡਾ ਸਾਡਾ ਨਗਰ ਕੀਰਤਨ ਤੋਂ ਬਾਅਦ ਇੱਕ ਸ਼ਖਸ ਨੇ ਪਹਿਲੀ ਵਾਰ ਸਰੀ ਦੇ ਨੇ ਕਿਹਾ, ਕਹਿੰਦਾ ਬਹੁਤ ਵੱਡਾ ਇਕੱਠ ਸੀ ਅਤੇ ਇੱਕ ਪ੍ਰੈਸ਼ਰ ਕੁੱਕਰ ਬਹੁਤ ਸੀ, ਓਪਰਚੁਨਿਟੀ ਮੈਂ ਮਿਸ ਕਰ ਗਿਆ। ਇਹਦੇ 'ਤੇ ਕੀ ਸਵੈ ਪੜਚੋਲ ਦੀ ਕਰਨ ਦੀ ਲੋੜ ਆ ਕਿ ਅਸੀਂ ਕਿੱਧਰ ਨੂੰ ਚੱਲੇ ਹਾਂ? ਦੁਨੀਆ ਦੇ ਵਿੱਚ ਆਉਂਦੇ ਬਦਲਾਅ, ਵਿਜ਼ੀਬਲ ਮਿਨੋਰਿਟੀਜ਼ ਕਹਿਣ ਦੀ ਸੋ ਕਾਲਡ ਅਲੱਗ ਦਿਖਣ ਵਾਲੇ ਲੋਕਾਂ 'ਤੇ ਹਮਲਾ ਅਤੇ ਭਾਈਚਾਰੇ ਦੇ ਤੌਰ 'ਤੇ ਸਾਡੇ ਉਪਰਾਲੇ, ਇਸ ਦੀ ਸ਼ੁਰੂਆਤ ਹੈ। ਹੁਣ ਤੁਸੀਂ ਹੋਣਾ ਸ਼ਾਮਲ, ਕੱਲ੍ਹ ਨੂੰ ਇਸ ਨੂੰ ਕੰਪਲੀਟ ਕਰਾਂਗੇ ਕਿਉਂਕਿ ਅੱਧੇ ਘੰਟੇ ਦੇ ਵਿੱਚ 15-18 ਮਿੰਟ ਹੋਣੇ ਨੇ, ਬਾਹਲੀ ਗੱਲ ਨਹੀਂ ਹੋ ਸਕਦੀ। ਕੱਲ੍ਹ ਨੂੰ ਇਸ ਨੂੰ ਕੰਪਲੀਟ ਕਰਾਂਗੇ ਸ਼ੋਅ ਨੂੰ। 604-204-0600 ਹੁਣ ਤੁਸੀਂ ਫੋਨ ਕਰਿਓ ਪਲੀਜ਼। ਜਦੋਂ ਤਬਦੀਲੀ ਦਾ ਸਿਧਾਂਤ ਦੇ ਥੱਲੇ ਇੱਕ ਚੀਜ਼ ਵੱਧ ਰਹੀ ਹੈ ਕਿ ਇਨਵੇਡਰਸ ਨੇ, ਬਾਹਰੋਂ ਆਏ ਲੋਕ ਸਾਡੀਆਂ ਨਸਲਾਂ ਖਰਾਬ ਕਰ ਰਹੇ ਨੇ, ਉਸ ਸਮੇਂ ਸਾਨੂੰ ਧਾਰਮਿਕ, ਸਮਾਜਿਕ, ਸੱਭਿਆਚਾਰ ਅਤੇ ਰਾਜਨੀਤਿਕ ਤੌਰ 'ਤੇ ਵਿਚਰਨਾ ਕਿਵੇਂ ਚਾਹੀਦਾ ਹੈ, ਕਿੱਥੇ ਸੁਧਾਰ ਦੀ ਲੋੜ ਹੈ। 604-204-0600 ਸਰ ਹਰਪਾਲ ਸਿੰਘ ਬਰਾੜ। ਹਾਂ, ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਗਿੱਲ ਸਾਹਿਬ, ਇਹ ਬੰਦੇ ਦੀ ਬਹੁਤ ਛੋਟੀ ਸੋਚ ਹੈ। ਜੇ ਕੋਈ ਇਹ ਸੋਚਦਾ ਹੈ ਇਹ ਦੂਜੀ ਨਸਲ ਹੈ, ਇਹ ਦੂਜਾ ਧਰਮ ਹੈ, ਇਹ ਹੋਰ ਧਰਤੀ ਤੋਂ ਆਇਆ। ਦੇਖੋ ਹੁਣ ਤਾਂ ਇਹ ਪ੍ਰੂਵ ਹੋ ਚੁੱਕਿਆ ਹੈ, ਜੇ ਜਾਨਵਰਾਂ ਚੋਂ ਬੰਦਾ ਨਿਕਲਿਆ, ਇੱਕ ਇਨਸਾਨੀ ਦਿਮਾਗ ਉਹਦਾ ਬਣਿਆ ਜੀ, ਤਾਂ ਉਹ ਅਫਰੀਕਾ 'ਚ ਬਣਿਆ। ਅਫਰੀਕਾ ਕੌਂਟੀਨੈਂਟ 'ਚ ਬੰਦਾ ਪੈਦਾ ਹੋਇਆ। ਉਦੋਂ ਬਾਅਦ ਜਿਹੋ ਜਿਹੇ ਇਲਾਕਿਆਂ 'ਚ ਉਹ ਰਹਿਣ ਲੱਗ ਗਿਆ, ਉਹੋ ਜਿਹਾ ਉਹਦੀ ਸ਼ੇਪ ਆ ਗਈ। ਠੰਡੇ ਇਲਾਕਿਆਂ ਵਾਲਾ ਗੋਰਾ ਹੋ ਗਿਆ, ਦੂਜਾ ਕੋਈ ਸਾਡੇ ਵਰਗਾ ਹੋ ਗਿਆ, ਕੋਈ ਕਾਲਾ ਹੋ ਗਿਆ। ਅਸਲ ਤਾਂ ਸਾਰੇ ਅਸੀਂ ਅਫਰੀਕਨ ਆ, ਤੇ ਅਸੀਂ ਜੇ ਆਪਦੀਆਂ ਹੱਦਾਂ ਬਣਾ ਲਈਆਂ ਵੀ ਇਹ ਸਾਡਾ ਦੇਸ਼ ਹੈ, ਉਹਨਾਂ ਦਾ ਦੇਸ਼ ਕਿਵੇਂ ਹੋ ਗਿਆ? ਇਹ ਤਾਂ ਇਨਵੇਟਰ ਹੋ ਗਏ ਫਿਰ ਉਹ ਸਾਰੇ। ਜਦੋਂ ਬੰਦਾ ਪੈਦਾ ਹੀ ਅਫਰੀਕਾ 'ਚ ਹੋਇਆ, ਇਹ 'ਚ ਕੋਈ ਰੌਲਾ ਹੀ ਨਹੀਂ, ਕੋਈ ਭੁਲੇਖਾ ਹੀ ਨਹੀਂ। ਤੇ ਜੇ ਦੇਸ਼ ਬਣਾ ਵੀ ਲਏ, ਜੇ ਉਹਦੇ 'ਚ ਕੋਈ ਲੀਗਲ ਆ ਗਿਆ ਤਾਂ ਉਹ ਤਾਂ ਹੋਰ ਵੀ ਮਤਲਬ ਪੱਕਾ ਹੈ। ਇਹ ਤਾਂ ਮਾੜੀ ਸੋਚ ਹੈ। ਇਹ ਵੀ ਸਾਨੂੰ ਕਹਿਣਾ ਚਾਹੀਦਾ ਹੈ ਵੀ ਤੁਸੀਂ ਕਿੱਥੋਂ ਆਏ ਦੱਸੋ, ਤੁਸੀਂ ਅਫਰੀਕਾ 'ਚੋਂ ਆਏ ਸਾਰੇ। ਇਹ ਤਾਂ ਬਰਾੜ ਸਾਹਿਬ ਗੱਲ ਹੋ ਗਈ, ਇੱਕ ਸੋਚ ਜਿਹੜੀ ਚੱਲ ਪਈ, ਜਿਹਨੂੰ ਤੁਸੀਂ ਕਰੈਕਟ ਕਰਨ ਦੀ ਜਗ੍ਹਾ ਕੁਛ ਆਪਾਂ ਆਪਣੇ ਤੌਰ 'ਤੇ ਕਿਸ ਤਰ੍ਹਾਂ ਕੀ ਕਰ ਸਕਦੇ ਹਾਂ ਕਿ ਇਹ ਸੋਚ ਨੂੰ ਤੁਸੀਂ, ਇੱਕ ਤਾਂ ਹੈ ਮੂਹਰੇ ਖੜ ਕੇ ਕਹਿਣ ਵੀ ਤੂੰ ਕੌਣ ਹੈ, ਨਹੀਂ ਇਹ ਨਹੀਂ। ਅੱਜ ਅਮੀਰ ਹੋਇਆ ਬੰਦਾ ਕੱਲ੍ਹ ਦੀ ਗਰੀਬੀ ਦੀ ਗੱਲ ਸੁਣ ਕੇ ਨਹੀਂ ਰਾਜੀ। ਉਹ ਜਿਹੜਾ ਐਵੋਲਿਊਸ਼ਨ ਹੋ ਗਿਆ, ਦੁਨੀਆ 'ਚ ਆਪਾਂ ਚਲੇ ਗਏ, ਪਰ ਜਿਹੜੀ ਇਹ ਸੋਚ ਜਿਹੜੀ ਜ਼ੋਰ ਕਰ ਰਹੀ ਹੈ, ਜਿਹੜੀ 5-4 ਮਹੀਨੇ ਬਾਅਦ ਇਸ ਤਰ੍ਹਾਂ ਕਤਲੋਗਾਰਤ ਹੋ ਰਹੀ ਹੈ, ਉਹਦੇ ਸੰਦਰਭ ਦੇ ਵਿੱਚ ਅਸੀਂ ਕਿਵੇਂ ਹੁਣ ਵਿਚਰਨਾ ਕਿਵੇਂ ਹੈ, ਮੇਰਾ ਇਹ ਸਵਾਲ ਹੈ। ਨਹੀਂ, ਤੁਹਾਡੀ ਗੱਲ ਤਾਂ ਬਿਲਕੁਲ ਠੀਕ ਹੈ ਜੀ। ਅਸੀਂ ਵਿਚਰਨਾ, ਜੇ ਅਸੀਂ ਕੁਝ ਨਰਮਾਈ ਨਾਲ ਦਿਖਾਵਾ ਰੋਕ ਕੇ ਆਪੇ 'ਚ ਰਹਿ ਕੇ ਰਹੀਏ ਤਾਂ ਬਹੁਤ ਚੰਗੀ ਗੱਲ ਹੈ। ਜਿਵੇਂ ਖਾਸ ਤੌਰ ਤੇ ਮੈਂ ਇੱਕ ਹੋਰ ਵੀ ਗੱਲ ਤੁਹਾਨੂੰ ਕਰਨੀ ਚਾਹੁੰਦਾ ਇਸ ਸੰਬੰਧ 'ਚ, ਜਿਵੇਂ ਖਾਲਿਸਤਾਨ ਹੈ। ਖਾਲਿਸਤਾਨ ਮੰਗਿਆ ਜਾ ਸਕਦਾ ਹੈ, ਲਿਆ ਜਾ ਸਕਦਾ ਹੈ, ਪਰ ਉਹਦੇ 'ਚ ਕੋਈ ਹਿੰਸਾ ਨਾ ਹੋਵੇ। ਚਲੋ, ਜੇ ਕੋਈ ਮੰਗਦਾ ਉਹਦੇ ਤੇ ਰੋਕ ਨਹੀਂ ਹੋਣੀ ਚਾਹੀਦੀ। ਜੇ ਕੋਈ ਨਹੀਂ ਮੰਗਦਾ ਤੇ ਉਹ ਇਹ ਨਹੀਂ ਮਤਲਬ ਇਹ ਨਹੀਂ ਵੀ ਉਹ ਬਾਹਲਾ ਚੰਗਾ ਹੋਗਾ ਜੇ ਨਹੀਂ ਮੰਗਦਾ। ਇਹ ਸੋਚ ਹੈ ਲੋਕਾਂ ਦੀ। ਪਰ ਸਾਨੂੰ ਇਹ ਵੀ ਜ਼ਰੂਰੀ ਨਹੀਂ ਵੀ ਅਸੀਂ ਖਾਲਿਸਤਾਨ ਦਾ ਰੌਲਾ ਪਾ ਕੇ ਪ੍ਰਾਪਤੀ ਕੋਈ ਕਰੀਏ ਨਾ ਆਪਣਾ ਨੁਕਸਾਨ ਕਰਾਈਏ। ਸਾਡੇ ਲੋਕਾਂ 'ਚ ਇਹ ਬਹੁਤ ਜ਼ਿਆਦਾ ਦਿਖਾਵੇ ਆ। ਥੈਂਕ ਯੂ। ਧੰਨਵਾਦ ਜੀ। ਖੈਰ, ਇਹ ਵਿਸ਼ਾ ਅਲੱਗ ਹੈ, ਇੱਕ ਉਹ ਨਿੱਜੀ ਆਪਣਾ ਵਿਸ਼ਾ। ਅੱਜ ਮੈਂ ਸਥਾਨਕ ਪੱਧਰ 'ਤੇ ਇਹਨਾਂ ਲੋਕਾਂ 'ਚ ਅਸੀਂ ਵਿਚਰਨਾ ਕਿਵੇਂ। ਬਹੁ ਗਿਣਤੀ ਲੋਕ ਸਾਰੇ ਪਿਆਰ ਕਰਨ ਵਾਲੇ ਨੇ। ਉਹ ਸਾਰੇ ਪਿਆਰ ਕਰਨ ਵਾਲਿਆਂ ਦੇ ਵਿੱਚ ਜੇ ਮੈਂ ਅੱਜ ਵੇਖ ਰਿਹਾ, ਲੋਕ ਤੜਫ ਰਹੇ ਨੇ, ਲੋਕ ਰੋ ਰਹੇ ਨੇ ਬਫਲੋਜ਼ ਦੇ ਵਿੱਚ। ਸਿਆਹ ਰੰਗ ਦੇ ਨਹੀਂ, ਸਾਰੇ ਲੋਕ, ਸੁਨੱਖੇ ਲੋਕ ਵੀ, ਚਿੱਟੇ ਲੋਕ ਵੀ ਆ ਕੇ ਫੁੱਲ ਰੱਖ ਰਹੇ ਨੇ, ਰੋ ਰਹੇ ਨੇ, ਪਿੱਟ ਰਹੇ ਨੇ। ਇਹ ਸਾਰਾ ਪ੍ਰੈਕਟਿਸ ਇਸ ਕਰਨ ਦਾ ਸਿਸਟਮ ਨੇ ਸਾਨੂੰ ਅਲਾਓ ਕੀਤਾ। ਪਰ ਮਸਲਨ ਜੇ ਸਾਡੀ ਸਰਬ ਸਾਂਝੀ ਸੋਚ, ਇਹ ਧਰਤ ਸਾਂਝੀ ਹੈ, ਸਾਡਾ ਜਿਹੜਾ ਕੌਨਸੈਪਟ ਹੈ
ਉਹ ਸਭੇ ਸਾਂਝੀਵਾਲ ਸਦਾਇਨ ਦਾ ਹੈ। ਜੇ ਇਹ ਅਸੀਂ ਕਹਿੰਦੇ ਕੋਈ ਨਾ ਦਿਸੇ ਬਾਹਰਾ ਜੀਓ, ਉਸ ਸਮੇਂ ਫਿਰ ਅਸੀਂ ਆਪਣੇ ਆਪ ਨੂੰ ਵੀ ਉਸ ਕੁੰਡੇ 'ਤੇ ਰੱਖਣਾ ਕਿ ਮੈਂ ਸ਼ੋਅ ਆਫ ਤਾਂ ਨਹੀਂ ਕਰ ਰਿਹਾ, ਕਿ ਮੈਂ ਫੁਕਰਾਪਣੀ ਤਾਂ ਨਹੀਂ ਕਰ ਰਿਹਾ, ਕਿ ਮੇਰੇ ਕਰਕੇ ਗੁਆਂਢੀ ਨੂੰ ਕੋਈ ਤੰਗੀ ਤਾਂ ਨਹੀਂ ਆ ਰਹੀ, ਜਾਂ ਸਾਡੇ ਕਰਕੇ ਸ਼ਹਿਰ 'ਚ ਨੂੰ ਤਾਂ ਨਹੀਂ ਕੋਈ ਤੰਗੀ ਆ ਰਹੀ। ਅਸੀਂ ਕਿਵੇਂ ਵਿਚਰ ਰਹੇ ਹਾਂ, ਅਸੀਂ ਜਦ ਆਏ ਸੀ ਅੱਜ ਕੀ ਸਾਡੇ ਕੋਲ ਵੱਧ ਪੈਸਾ ਹੈ ਜਾਂ ਹੋਰ ਲੋਕਾਂ ਕੋਲ ਵੀ ਪੈਸਾ, ਅਸੀਂ ਕਿੱਥੇ ਮਨੀ ਦਿਖਾ ਰਹੇ ਹਾਂ, ਕੀ ਇਹਦੇ ਬਿਨਾਂ ਸਾਡਾ ਸਰ ਸਕਦਾ ਹੈ, ਅਸੀਂ ਕੀ ਕਰਨਾ। ਮਸਲਨ ਮੈਨੂੰ ਇੱਕ ਚੀਜ਼ ਆ ਜਿਹੜੀ ਹੈਰੀਟੇਜ ਮੰਥ ਦੀ ਰਾਜਨੀਤੀ ਹੋ ਰਹੀ ਆ, ਸਾਡੇ ਵੀ ਰਾਜਨੀਤਿਕ ਹੈਰੀਟੇਜ ਮੰਥ ਜੀ, ਮੀਡੀਆ ਵੀ ਹੈਰੀਟੇਜ ਮੰਥ, ਕਾਹਦੇ ਲਈ ਹੈਰੀਟੇਜ ਮੰਥ ਆ? ਕੀ ਤੁਸੀਂ ਅਲੱਗ ਪ੍ਰਗਟਾਉਣਾ? ਤੁਹਾਨੂੰ ਆਪਣੇ ਧਰਮਿਕ ਸਥਾਨ ਨੇ, ਤੁਹਾਡੇ ਕੇਸਰੀ ਨਿਸ਼ਾਨ ਸਾਹਿਬ ਝੂਲਦੇ ਨੇ, ਤੁਸੀਂ ਮਰਜ਼ੀ ਨਾਲ ਆਪਣੇ ਨਗਰ ਕੀਰਤਨ ਕਰਦੇ ਹੋ। ਹਾਲੇ ਹੈਰੀਟੇਜ ਮੰਥ ਦੀ ਖਾਸ ਤੁਹਾਨੂੰ ਕੁਛ ਕਰਾਉਣ ਦੀ ਜ਼ਰੂਰਤ ਹੈ, ਕਿਉਂਕਿ ਉਹ ਚੀਜ਼ ਉਹ ਗੁਰਜ ਲੈ ਕੇ ਲੋਕਾਂ 'ਚ ਆਉਣਾ। ਫਿਰ ਰਾਜਨੀਤਿਕ ਬੰਦੇ ਨੇ ਉਹਨੇ ਕਹਿਣਾ ਦੇਖ ਹੈਰੀਟੇਜ ਮੰਥ ਲਈ ਮੈਂ ਫਿਰ ਬੋਲਿਆ, ਉਹਦੀ ਜ਼ਰੂਰਤ ਨਹੀਂ ਹੈ। ਸੁਪੀਰੀਅਰ ਨਹੀਂ ਹੋਣਾ, ਅਲੱਗ ਨਹੀਂ ਹੋਣਾ ਕਿਸੇ ਤੋਂ। ਜਿਹੜੀ ਵਿਭਿੰਨਤਾ ਦੇ ਵਿੱਚ ਰਹਿੰਦੇ ਆ ਉਹੀ ਸਭ ਤੋਂ ਸੇਵਾ ਦੀ ਗੱਲ ਹੈ। ਇੱਕ ਦਾਲ ਕਿਲੋ ਫੜਾ ਕੇ, ਕਿਲੋ ਚੌਲ ਫੜਾ ਕੇ ਖਿੱਚ ਫੋਟੋ ਲਾ ਫੇਸਬੁੱਕ 'ਤੇ, ਸੇਵਾ ਦੇ ਲਈ ਦਿਖਾਉਣ ਦੀ ਲੋੜ ਹੈ। ਲਾਲਸਾ ਜਿਹੜੀ ਜਦ ਅੰਨੀ ਹੁੰਦੀ ਹੈ ਅਤੇ ਉਹਦੇ ਬਾਅਦ ਜਿਹੜਾ ਛੱਜ ਬੰਨ੍ਹਣਾ ਨਾਲ ਕਿ ਅਲੱਗ ਵਾਈਟ ਸੁਪਰਮੇਸੀ ਇੱਕ ਬੰਦਾ ਸਾਨੂੰ ਪਤਾ ਸ਼ਹਿਰ ਦੇ ਵਿੱਚ ਉਹ ਇੱਕ ਚੀਜ਼ ਚੱਲ ਰਹੀ ਹੈ। ਪਰ ਜੇ ਉਸ 'ਤੇ ਅਸੀਂ ਘਿਓ ਪਾਉਣਾ ਹੈ ਫਿਰ ਕੀ ਕੁਛ ਐਸਾ ਅਸੀਂ ਕਰਾਂਗੇ ਵੀ ਹਾਂ ਇਹ ਚੱਕ ਕੇ ਹੁਣ ਰਫਲ ਆਵੇ ਅਤੇ ਗੋਲੀਆਂ ਮਾਰੇ? ਸਾਡਾ ਕੀ ਹੈ? ਕੀ ਸਾਨੂੰ ਕੁਝ ਅਲੱਗ ਕਰਨ ਦੀ ਲੋੜ ਹੈ? ਕੀ ਸਾਨੂੰ ਇਸ ਕਰਨ ਦੀ ਲੋੜ ਹੈ ਵੀ ਚਲੋ ਸਾਡਾ ਸਰਬ ਸਾਂਝਾ ਇੱਕ ਸ਼ਹਿਰ ਦੇ ਵਿੱਚ ਇੱਕ ਸਾਡਾ ਇਕੱਠ ਹੈ, ਨਗਰ ਕੀਰਤਨ ਇੱਕ ਹੈ, ਉਹ ਹੋ ਗਿਆ। ਕੀ ਸਾਨੂੰ ਸੱਤ ਕੱਢਣ ਦੀ ਜ਼ਰੂਰਤ ਹੈ? ਕੀ ਹਰ ਰੋਜ਼ ਬਲੌਕੇਡ? ਮੈਂ ਇੱਕ ਮਸਲਨ ਕਹਿ ਰਿਹਾ, ਕੱਢਣਾ ਹੋਵੇ ਮਰਜ਼ੀ ਆ, ਕੱਢਣ ਵਾਲਿਆਂ ਦੀ ਮਰਜ਼ੀ ਆ, ਕਢਾਉਣ ਵਾਲਿਆਂ ਦੀ ਮਰਜ਼ੀ ਆ। ਮੈਂ ਇੱਕ ਗੱਲ ਕਰਦਾ, ਹੈਰੀਟੇਜ ਮੰਥ ਦਾ ਮੇਰੇ ਦਿਮਾਗ 'ਚ ਆ ਵੀ ਕਾਹਦਾ ਹੈਰੀਟੇਜ ਮੰਥ ਤੁਸੀਂ ਅਲੱਗ ਮਨਾਉਣਾ? ਵੀ ਕਿਹੜੀ ਚੀਜ਼ ਆ ਜਿਹੜੀ ਤੁਹਾਨੂੰ ਰੋਕ ਰਹੀ ਆ, ਜਿਹੜੀ ਤੁਸੀਂ ਅੱਜ ਕਰਾਉਣੀ ਹੈ? ਤੁਹਾਡੀ ਆਪਣੀ ਸਭਾ ਹੈ, ਆਪਣਾ ਤੁਹਾਡਾ ਧਰਮ ਹੈ, ਉਹਨੂੰ ਹੀ ਤੁਸੀਂ ਆਪਣੀ ਪ੍ਰੈਕਟਿਸ ਕਰ ਰਹੇ ਹੋ। ਨਿਸ਼ਾਨ ਸਾਹਿਬ ਝੂਲਦੇ ਨੇ, ਸ਼ਹੀਦਾਂ ਯੋਧਿਆਂ ਸਿੰਘਾਂ ਦੀ ਆਪਣਿਆਂ ਦੀ ਗੱਲ ਕਰਦੇ ਹੋ, ਤੁਹਾਨੂੰ ਕੋਈ ਇੰਟਰਪਟ ਨਹੀਂ ਕਰਦਾ। ਪਰ ਹੁਣ ਬਈ ਆ ਕਹੋ ਜੀ ਹਰਜੀਤ ਸਿੰਘ ਨੂੰ ਮੈਂ ਹੈਰੀਟੇਜ ਮੰਥ ਲੈ ਕੇ ਆਇਆ, ਹੈਰੀਟੇਜ ਮੰਥ 'ਤੇ ਗੱਲ ਕਰੋ ਜੀ, ਹੈਰੀਟੇਜ ਮੰਥ ਬਹੁਤ ਵਧੀਆ। ਸਰ ਜਸਵੀਰ ਸਿੰਘ, ਲਾਈਨ ਨੰਬਰ 1। ਧੰਨਵਾਦ ਸਰਦਾਰ ਜੀ, ਬਹੁਤ ਐਕਚੁਅਲੀ ਸੰਜੀਦਾ ਵਿਚਾਰ ਆ ਇਹ ਜਿਹੜੇ ਢੰਗ ਨਾਲ ਅਸੀਂ ਸੁਣਦੇ ਹਾਂ ਜਾਂ ਅਸੀਂ ਪੜ੍ਹਦੇ ਹਾਂ ਉਹ ਨਹੀਂ ਹੈ ਐਕਚੁਅਲੀ, ਇਹ ਬਹੁਤ ਡੀਪ ਹੈ। ਉਹਦੇ ਪਿਛੋਕੜ, ਹਾਂ ਉਹਦੇ ਪਿਛੋਕੜ ਦੇ ਵਿੱਚ ਦੇਖੋ ਇਹ ਜਿਹੜੀ ਨਾ ਜਦੋਂ ਇਹ ਵਰਤਾਰਾ ਵਰਤਦਾ ਇਹਦੇ ਵਰਤਾਰਿਆਂ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਅਹਿਮ ਚੱਲਦਾ ਉਹ ਹੁੰਦਾ ਵੀ ਜਿਹੜੇ ਲੋਕ ਕੁਝ ਚਤੁਰ ਕਿਸਮ ਦੇ ਲੋਕ ਨੇ, ਚਤਰਾਈ ਕਰਨ ਦੀ ਜਿਨ੍ਹਾਂ ਦੇ ਵਿੱਚ ਮੁਹਾਰਤ ਹੈ, ਉਹ ਇਹ ਭਾਲਦੇ ਨੇ ਕਿ ਜਿਹੜੇ ਲੋਕ ਮੇਰੀ ਚਤਰਾਈ ਨੂੰ ਕਦੇ ਵੀ ਸਮਝ ਨਾ ਸਕਣ ਉਹਨਾਂ ਨੂੰ ਗੁੰਮਰਾਹ ਕਿਵੇਂ ਕੀਤਾ ਜਾ ਸਕਦਾ ਜੀ। ਪਹਿਲਾਂ ਤਾਂ ਇੱਕ ਚੀਜ਼ ਇਹ ਕੰਮ ਕਰਦੀ ਹੈ। ਦੂਸਰੀ ਵੱਡੀ ਚੀਜ਼ ਕੰਮ ਕਰਦੀ ਆ ਧਰਮ। ਧਰਮ ਨੂੰ ਵਿਖਾਇਆ ਤੇ ਪ੍ਰਚਾਰਿਆ ਤੇ ਪ੍ਰਸਾਰਿਆ ਜਾਂਦਾ, ਲੇਕਿਨ ਉਹਦੀ ਮਨੌਤ ਨਾਲ ਜੀਵਨ ਗੁਜ਼ਾਰਿਆ ਨਹੀਂ ਜਾਂਦਾ। ਹੁਣ ਜਦੋਂ ਸਾਡੀ ਆਪਣੀ ਕਮਿਊਨਿਟੀ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹਦੇ ਵਿੱਚ ਦੇਖੋ ਪਹਿਲੀ ਗੱਲ ਤਾਂ ਇਹ ਨਗਰ ਕੀਰਤਨ ਸ਼ਬਦ ਦੇ ਉਤਾਰਨ ਦੇ ਕਾਰਨ ਨਗਰ ਦਾ ਮਤਲਬ ਆ ਪਿੰਡ, ਕੀਰਤਨ ਦਾ ਮਤਲਬ ਆ ਪਿੰਡਾਂ ਦੇ ਵਿੱਚ ਜਸ ਗਾਉਣਾ। ਅੱਛਾ, ਜਸ ਉਹਨਾਂ ਲਈ ਗਾਉਣਾ ਜਿਨ੍ਹਾਂ ਨੂੰ ਉਹ ਜਸ ਦਾ ਗਿਆਨ ਹੈ, ਜਿਨ੍ਹਾਂ ਨੂੰ ਤੁਹਾਡੇ ਗੱਲ ਦਾ, ਤੁਹਾਡੀ ਬੋਲੀ ਦਾ, ਤੁਹਾਡੇ ਖਾਣ ਦਾ, ਤੁਹਾਡੇ ਪਹਿਰਾਵੇ ਦਾ ਕੋਈ ਇੰਟਰਸਟ ਨਹੀਂ ਹੈ। ਤੁਸੀਂ ਉਹਦੇ ਕੋਲ ਜਾ ਕੇ ਉਹਨੂੰ ਕਹੋ ਵੀ ਤੂੰ ਸਾਡੀ ਗੱਲ ਸੁਣ, ਜੇ ਮਾੜਾ ਹੋਊ ਤਾਂ ਚੁੱਪ ਕਰ ਜੂ, ਤਕੜਾ ਹੋਊ ਢਾਲੂ ਤੁਹਾਨੂੰ। ਤੋ ਇਹ ਜਿਹੜੀ ਸਾਡੀ ਮਾਨਸਿਕਤਾ ਦੇ ਵਿੱਚ ਇੱਕ ਤਾਂ ਵੱਡੀ ਗੱਲ ਆ ਵੀ ਅਸੀਂ ਜਿਹੜੇ ਪੰਜਾਬ 'ਚ ਹੁਣ ਲੋਕ ਸੋ ਕਾਲਡ ਅਸੀਂ ਸਿੱਖੀ ਦੇ ਨਾਂ ਤੇ ਸਿੱਖ ਕਹਾਉਂਦੇ ਆ, ਅਸੀਂ ਨਾਂ ਗੁਰੂ ਦਾ ਲੈਂਦੇ ਆ, ਕੰਮ ਆਪਣਾ ਕਰਦੇ। ਬਿਲਕੁਲ ਠੀਕ, ਬਿਲਕੁਲ ਠੀਕ। ਨਾਂ ਅਸੀਂ ਧਰਮ ਦਾ ਲੈਂਦੇ ਆ ਤੇ ਫਾਇਦਾ ਆਪਦੇ ਘਰ ਦਾ ਕਰਦੇ ਆ। ਹੁਣ ਧਾਰਮਿਕ ਸਥਾਨ ਜਿਹੜਾ ਸਿੱਖੀ ਫਿਲਾਸਫੀ ਦੀ ਅਸੀਂ ਗੱਲ ਕਰਦੇ ਹਾਂ, ਸਿੱਖੀ ਫਿਲਾਸਫੀ ਦੇ ਵਿੱਚ ਧਰਮ, ਸਿੱਖ ਧਰਮ ਜਿਹੜਾ
ਉਹ ਸਰਬੱਤ ਦੀ ਗੱਲ ਕਰਦਾ ਜੀ, ਪਰ ਸਰਬੱਤ ਨੂੰ ਅਸੀਂ ਉੱਥੇ ਵਰਤਦੇ ਹਾਂ ਜਿੱਥੇ ਸਾਨੂੰ ਫਾਇਦਾ। ਜਾਂ ਜਿਹੜੇ ਲੋਕ ਆਗੂ ਨੇ, ਚਾਤਰ ਨੇ, ਸਾਡੇ ਆਮ ਲੋਕਾਂ ਦੇ ਦਿਮਾਗ ਤੇ, ਕੱਠ ਤੇ ਆਪਣਾ ਉਹ ਰਾਜਨੀਤਿਕ ਤੇ ਆਰਥਿਕ ਜਿਹੜਾ ਉਹ ਫਾਇਦਾ ਲੋੜਦੇ ਨੇ ਨਾ, ਇਹ ਉਹ ਲੋਕ ਕਰਾਉਂਦੇ ਨੇ। ਹੁਣ ਸਮਝ ਤਾਂ ਉਦੋਂ ਆਉਂਦੀ ਆ ਜਦੋਂ ਹਰ ਇੱਕ ਬੰਦਾ, ਮੰਨ ਲਓ ਆਪਾਂ ਘਰ ਦੀ ਉਦਾਹਰਨ ਲੈ ਲਈਏ, ਮੇਰੇ ਘਰ ਦੇ ਵਿੱਚ ਜੇ ਮੈਂ ਆਗੂ ਹਾਂ ਤਾਂ ਮੇਰੇ ਬੱਚੇ, ਘਰ ਵਾਲੀ, ਧੀਆਂ, ਪੁੱਤ, ਨੌ, ਬਾਕੀ ਦੇ ਪੋਤਾ ਪੋਤੀਆਂ, ਜਿੱਦਾਂ ਪਰਿਵਾਰ ਆ, ਜੇ ਉਹ ਸਾਰੇ ਇੱਕ ਵਿਚਾਰਧਾਰਾ ਤੇ ਇੱਕ ਦੀ ਆਗਿਆ ਜਾਂ ਇੱਕ ਦੇ ਸਹਿਯੋਗ ਵਿੱਚ ਜੀਵਨ ਗੁਜ਼ਾਰਨਾ ਖੁਸ਼ ਨਹੀਂ ਹੈਗੇ, ਉਹ ਘਰ ਖੁਸ਼ਹਾਲ ਕਿਵੇਂ ਹੋਊਗਾ? ਇਸੇ ਢੰਗ ਨਾਲ ਐਜ਼ ਏ ਕਮਿਊਨਿਟੀ ਜਿਹੜਾ ਇਹ ਪ੍ਰਚਾਰ ਜਾਂ ਜਿਹੜੇ ਨਗਰ ਕੀਰਤਨ ਤੁਸੀਂ ਗੱਲ ਕਰਦੇ ਹੋ, ਇਹ ਸ਼ੈਤਾਨੀ ਦਿਮਾਗ ਦੀ ਕਾਢ ਹੈ ਔਰ ਉਹਦੇ ਪਿੱਛੇ ਹੈਗਾ ਰਾਜਨੀਤਿਕ ਸਵਾਰਥ ਤੇ ਪੈਸਾ ਤੇ ਸ਼ੋਹਰਤ। ਅਗਰ ਹੁਣ ਤੁਸੀਂ ਦੇਖੋ ਪਿਛਲੇ 2 ਸਾਲਾਂ ਤੋਂ ਨਗਰ ਕੀਰਤਨ ਨਹੀਂ ਹੋਏ, ਕਈਆਂ ਨੇ ਗੁਰਦੁਆਰੇ ਦੇ ਦੁਆਲੇ ਗੇੜਾ ਦਿੱਤਾ ਗੁਰੂ ਸਾਹਿਬ ਨੂੰ ਚੱਕ। ਹੁਣ ਜੇ ਗੁਰੂ ਐਡਾ ਸਮਰੱਥ ਹੈ, ਜੇ ਗੁਰੂ ਬਾਦਸ਼ਾਹ ਹੈ, ਜੇ ਗੁਰੂ ਸਾਡੇ ਸਾਰੀਆਂ ਚੀਜ਼ਾਂ ਦਾ ਕਰਤਾ ਹੈ, ਤੇ ਫਿਰ ਬੰਦਾ ਉਹਨੂੰ ਆਪਦੀ ਮਰਜ਼ੀ ਨਾਲ ਘੁਮਾਈ ਕਿਉਂ ਤੁਰਿਆ ਜਾਂਦਾ? ਜੇ ਉਹਨੂੰ ਘੁਮਾਉਂਦਾ ਤਾਂ ਫਿਰ ਉਹਦੇ ਆਖੇ ਕਿਉਂ ਨਹੀਂ ਲੱਗਦਾ? ਸਵਾਲ ਨੇ ਇਹ ਸਾਡੇ ਸਾਹਮਣੇ। ਸੋ ਸਾਨੂੰ ਇੰਡੀਵਿਜੂਅਲ ਤੌਰ ਤੇ ਦੇਖਣਾ ਪਊਗਾ ਕਿ ਜੇ ਅਸੀਂ ਸਮੁੱਚੇ ਭਾਈਚਾਰੇ ਦਾ ਨੇੜਤਾ ਬਣਾਉਣੀ ਹੈ, ਜਿੰਨਾ ਸਾਨੂੰ ਖਤਰਾ ਮਹਿਸੂਸ ਹੁੰਦਾ ਉਹਨਾਂ ਹੀ ਦੂਜੇ ਨੂੰ ਵੀ ਮਹਿਸੂਸ ਹੁੰਦਾ। ਬਿਲਕੁਲ ਠੀਕ। ਹਾਂ, ਜਿੰਨੀ ਜਿਹਦੇ ਕੋਲ ਪਾਵਰ ਵੱਧ ਜਾਂਦੀ ਆ, ਉਹ ਜਿਹਤੋਂ ਉਹਨੂੰ ਖਤਰਾ ਮਹਿਸੂਸ ਹੁੰਦਾ ਉਹਨੂੰ ਫਿਰ ਢਾਉਂਦਾ। ਉਹ ਹੀਲਾ ਵਸੀਲਾ ਕੋਈ ਵੀ ਹੋ ਸਕਦਾ। ਸੋ ਗੁਰੂ ਸਾਹਿਬ ਇੱਕ ਗੱਲ ਕਹਿੰਦੇ ਨੇ, ਉਹ ਕੱਲ ਇਹ ਸਮਝਾਉਂਦੇ ਨੇ ਕਿ ਸਭੀ ਸਾਂਝੀ ਵਾਲ ਸਦਾਇਨ ਕੋਏ ਨਾ ਦਿਸੇ ਬਾਹਰਾ ਜੀਓ। ਇਹਦਾ ਮਤਲਬ ਕਹਿਣ ਨੂੰ ਨਹੀਂ ਹੈ, ਇਹਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਕੋਲੇ ਪਿੰਡ ਦਾ ਸਾਈਕਲ ਹੈ ਨਹੀਂ ਸੀ, ਹੁਣ ਮੈਂ ਠੱਗੀਆਂ ਮਾਰ ਕੇ ਪੈਸੇ ਇਕੱਠੇ ਕਰ ਲਏ, ਹੁਣ ਮੇਰੇ ਕੋਲ ਮਰਸਡੀ ਚਾਹੀਦੀ ਆ, ਘਰ ਮੇਰਾ ਵੱਡਾ ਚਾਹੀਦਾ, ਲੋਕਾਂ ਨੂੰ, ਜਵਾਕਾਂ ਨੂੰ ਰੱਖ ਕੇ ਮੈਂ ਉਹਨਾਂ ਦੇ ਪੈਸੇ ਮਾਰਾਂ ਤੇ ਉਹ ਮੈਨੂੰ ਲੋਕ ਕਹਿੰਦੇ ਅਮੀਰ ਹੈ। ਇਹ ਜਿਹੜੀ ਵਿਚਾਰਧਾਰਾ ਸਾਡੇ 'ਚ ਕਿੱਥੇ ਤੱਕ ਕੰਮ ਕਰਦੀ ਆ, ਇਹ ਵਿਚਾਰਧਾਰਾ ਸਾਡੇ ਆਪਣੇ ਆਪ ਦੇ ਵਿੱਚ, ਜਿਵੇਂ ਅਸੀਂ ਕਹਿੰਦੇ ਹੁੰਦੇ ਨੇ ਵੀ ਮਨੁੱਖ ਆਪਣੇ ਲਈ ਆਪਣੀ ਖੂਹੀ ਪੱਟਦਾ, ਮੁੜ ਕੇ ਉਹਨੂੰ ਪਤਾ ਨਹੀਂ ਲੱਗਦਾ ਤੇ ਆਪ ਹੀ ਡਿੱਗ ਪੈਂਦਾ। ਧੰਨਵਾਦ ਜੀ। ਧੰਨਵਾਦ ਸਰਦਾਰ ਬਾਦ। ਧੰਨਵਾਦ ਜੀ। ਕੱਲ੍ਹ ਨੂੰ ਇਸ ਨੂੰ ਮੈਂ ਹੋਰ ਕੰਪਲੀਟ ਕਰਾਂਗਾ। ਅੱਜ ਮੈਂ ਇਹਦੇ 'ਚ ਕੋਸ਼ਿਸ਼ ਕੀਤੀ ਹੈ ਇਨਪੁੱਟ ਕਰਨ ਦੀ, ਫਿਰ ਸਾਡਾ ਮੁਲਾਂਕਣ ਮੈਂ ਕੱਲ੍ਹ ਹੋਰ ਗੱਲ ਕਰਨੀ ਚਾਹੁੰਦਾ। ਗੁਰਮਨ ਸਿੰਘ ਸਹੋਤਾ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਮੇਨ ਗੱਲ ਜੀ ਇੱਥੇ ਲਾਅ ਆਫ ਦਾ ਲੈਂਡ ਦੀ ਆਉਂਦੀ ਆ ਵੀ ਜਿਹੜੀ ਚੀਜ਼ ਤੁਹਾਨੂੰ ਲਾਅ ਆਫ ਦਾ ਲੈਂਡ ਪਰਮਿਟ ਕਰਦੀ ਆ, ਉਹ ਤੁਹਾਡੇ ਲਈ ਓਪਰਚੁਨਿਟੀ ਬਰਾਬਰ ਹੋਣੀ ਚਾਹੀਦੀ। ਇਹਦੇ ਲਈ ਆਪਾਂ ਨੂੰ ਖੜਨਾ ਚਾਹੀਦਾ। ਪਹਿਲੀ ਗੱਲ ਇਹ ਸਿਰਫ ਇਸ ਕਰਕੇ ਪਿੱਛੇ ਨਹੀਂ ਹਟ ਜਾਣਾ ਚਾਹੀਦਾ ਵੀ ਉਹਨਾਂ ਨੂੰ ਬੁਰਾ ਲੱਗੂਗਾ ਵੀ ਜੇ ਆਪਾਂ ਐਡਵਾਂਸ ਕਰ ਰਹੇ ਹਾਂ, ਤਾਂ ਜੇ ਕੋਈ ਸੂਟ ਬੂਟ ਪਾ ਕੇ ਰੀਅਲ ਏਸਟੇਟ 'ਚ ਇਨਵੈਸਟ ਕਰ ਰਿਹਾ ਤਾਂ ਉਹ ਵਧੀਆ ਗੋਰੀ ਚਮੜੀ ਦਾ। ਜੇ ਸਾਡਾ ਬੰਦਾ ਕੋਈ ਤਾਂ ਉਹਦੇ 'ਚ ਕੋਈ ਪ੍ਰੋਬਲਮ ਆ। ਫਿਰ ਹਾਂ, ਜੇ ਉਹ ਇੱਕੋ ਹੀ ਲਾਅ ਫੋਲੋ ਕਰਕੇ ਚੱਲ ਰਹੇ ਨੇ ਫਿਰ ਠੀਕ ਆ। ਜੇ ਲਾਅ ਬ੍ਰੇਕ ਹੋ ਰਿਹਾ ਕਿਤੇ, ਫਿਰ ਤੁਸੀਂ ਆਪਣੀ ਕਮਿਊਨਿਟੀ ਦੀ ਲਈ ਬਦਨਾਮੀ ਦਾ ਸੋਰਸ ਹੈਗੇ ਹੋ। ਦੂਜੀ ਗੱਲ ਇਹ ਆ ਵੀ ਜੇ ਆਪਾਂ ਐਕਸਪੈਕਟ ਕਰਦੇ ਹਾਂ ਵੀ ਸਾਡੇ ਕਲਚਰ ਲਈ ਰਿਸਪੈਕਟ ਹੋਵੇ ਇੱਥੇ ਲਾਅ ਦੇ ਵਿੱਚ ਤੇ ਇੱਥੇ ਦੀ ਕਮਿਊਨਿਟੀ ਦੇ ਵਿੱਚ, ਤਾਂ ਆਪਾਂ ਨੂੰ ਵੀ ਉਹਨਾਂ ਦੇ ਕਲਚਰ ਦੀ ਵੀ ਰਿਸਪੈਕਟ ਰੱਖਣੀ ਪੈਣੀ ਆਪਣੇ ਦਿਮਾਗ 'ਚ ਕਿ ਆਪਾਂ ਕੁਛ ਇਹੋ ਜਿਹਾ ਨਾ ਕਰੀਏ ਕਿ ਉਹਨਾਂ ਦੀਆਂ ਕਲਚਰ ਦੇ ਨਾਲ ਕੋਈ ਕਲੈਸ਼ ਹੋਵੇ। ਕੁਛ ਚੀਜ਼ਾਂ ਬਾਏ ਲਾਅ ਵੀ ਕਿਸੇ ਟਾਈਮ ਸੀਗੀਆਂ ਵੀ ਜਿਹੜੀਆਂ ਆਪਾਂ ਨੂੰ ਰੋਕਦੀਆਂ ਸੀਗੀਆਂ ਵੀ ਲਾਅ, ਪਰ ਉਹ ਅਨਜਸਟ ਲਾਅ ਹੁੰਦਾ। ਉਹ ਅਨਜਸਟ ਦੇ ਲਾਅ ਦੇ ਅਗੇਂਸਟ ਖੜਨਾ ਉਹ ਵੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਵੀ ਉਹਨੂੰ ਅੰਦਰੋਂ ਉਹਦੀ ਮਤਲਬ ਡੈਮੋਕ੍ਰੈਟਿਕ ਪ੍ਰੋਸੈਸ ਦੇ ਵਿੱਚ ਰਹਿ ਕੇ ਉਹਨੂੰ ਕਿਵੇਂ ਚੇਂਜ ਕਰਨਾ ਆਪਾਂ। ਤੇ ਮੇਨ ਗੱਲ ਇਹੀ ਆ ਵੀ ਕਲਚਰਲੀ ਸੈਂਸਿਟਿਵ ਦੋਨੋਂ ਪਾਸੇ ਹੋਣਾ ਜ਼ਰੂਰੀ ਆ। ਹਾਂ, ਕੋਈ ਸਿਰਫਿਰਾ ਇਹੋ ਜਿਹਾ ਉਹ ਕਰ ਜਾਂਦਾ, ਆਪਾਂ ਵਿਕਟਿਮ ਬਲੇਮਿੰਗ ਤਾਂ ਨਹੀਂ ਕਰ ਸਕਦੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂ ਵੀ ਉਹ ਜੇ ਮਾਰਦਾ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵੀ ਹਾਂ ਆਪਾਂ ਸਮਝ ਸਕਦੇ ਹਾਂ ਵੀ ਉਹਨਾਂ ਦੇ ਦਿਮਾਗ 'ਚ ਕੀ ਆ। ਜੇ ਮਾਰਨ ਤੱਕ ਹੀ ਗੱਲ ਆ ਗਈ ਫਿਰ ਤਾਂ ਉਹਦਾ ਗੱਲਬਾਤ ਨਾਲ ਤਾਂ ਕੋਈ ਹੱਲ ਨਿਕਲਣਾ ਨਹੀਂ ਕਦੇ ਵੀ। ਪਰ ਕਲੈਸ਼ਜ਼ ਵਧਣ ਤੋਂ ਪਹਿਲਾਂ ਸਵੈ ਪੜਚੋਲ ਦੀ ਵੀ ਜ਼ਰੂਰਤ ਹੈ। ਬਿਲਕੁਲ ਹੈਗੀ ਹੈ ਜੀ, ਨੋ ਡਾਊਟ। ਥੈਂਕ ਯੂ ਸੋਤਾ ਸਾਹਿਬ। ਕਈ ਪੁੱਛ ਰਹੇ ਨੇ ਜੀ ਫਰਾਂਸੀਸੀ ਉਸ ਲੇਖਕ ਦੀ ਜਿਸ ਨੇ ਇਹ ਥਿਊਰੀ ਦੀ ਗੱਲ ਕੀਤੀ, ਰਿਪਲੇਸਮੈਂਟ ਥਿਊਰੀ।
ਰੇਨੋ ਖੈਮੂ ਉਹਦਾ ਨਾਂ RENAUD ਹੈ ਜੀ। ਆਪਾਂ ਜੇ ਪੜ੍ਹੀਏ ਰੇਨੌਡ ਬਣਦਾ ਕੈਮੂਸ CAMUS ਫਰਾਂਸੀਸੀ 'ਚ ਰੇਨੋ ਖੈਮੂ ਇਹਨੂੰ ਕਹਿੰਦੇ ਨੇ। ਤੁਸੀਂ ਵੀ ਆਪ ਪੜ੍ਹ ਸਕਦੇ ਹੋ। ਨਿਕ ਜੀ ਲਾਈਨ ਨੰਬਰ 1। ਨਿਕ ਜੀ। ਰਵਜੋਤਪਾਲ ਸਿੰਘ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਹਾਂਜੀ, ਜਿੱਦਾਂ ਜਿਹੜਾ ਤੁਸੀਂ ਹੁਣ ਪੜ੍ਹਿਆ ਹੈਗਾ ਉਹ ਤਾਂ ਨਹੀਂ ਮੈਂ ਸੁਣਿਆ, ਪਰ ਜਿਹੜਾ ਉਹ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ ਜਿਹੜਾ ਹਮਲੇ ਹੋ ਰਹੇ ਆ ਤੇ ਜਿੱਦਾਂ ਨਸਲਵਾਦੀ ਜਿਹੜੇ ਆ ਅਟੈਕ ਹੈਗੇ ਆ ਇੱਕ ਦੂਏ ਨੂੰ ਈਰਖਾਵਸ ਜਿਹੜੇ ਕਰਦੇ ਆ, ਉਹਦੀ ਗੱਲ ਜਿਸ ਤਰ੍ਹਾਂ ਚੱਲ ਰਹੀ ਸੀ। ਦੇਖੋ ਜਿਹੜਾ ਮੈਂ ਪੰਜਾਬ ਦੇ ਵਿੱਚ ਜਿਹੜਾ ਕੋਈ ਬਾਹਰੋਂ ਪ੍ਰਵਾਸੀ ਆ ਰਿਹਾ ਉਹਦੇ ਬਾਰੇ ਨਾ ਤਾਂ ਕਦੀ ਕੋਈ ਗਲਤ ਗੱਲ ਕੀਤੀ ਆ ਤੇ ਨਾ ਮੈਂ ਇਸ ਹੱਕ 'ਚ ਆ ਵੀ ਉਹਨਾਂ ਨੂੰ ਉੱਥੇ ਨਹੀਂ ਆਉਣਾ ਚਾਹੀਦਾ। ਗੱਲ ਇਸ ਗੱਲ ਦੀ ਜ਼ਰੂਰ ਕਰੀਦੀ ਆ ਜਦੋਂ ਕਿਤੇ ਕੋਈ ਕਿਸੇ ਦੇ ਧਰਮ 'ਚ ਜਾ ਕੇ ਬੇਮਤਲਬੀ ਦਖਲ ਅੰਦਾਜ਼ੀ ਕਰਦਾ ਆ, ਕਿਸੇ ਦੇ ਰਹਿਣ ਸਹਿਣ ਦਾ ਜਾਂ ਵੀ ਉਹ ਅਸੀਂ ਏਦਾਂ ਰਹਿੰਦੇ ਆ ਤੇ ਇਹ ਵੀ ਏਦਾਂ ਰਹਿਣ, ਇਹੋ ਜਿਹੀ ਗੱਲ ਉਸ ਗੱਲ ਤੇ ਜ਼ਰੂਰ ਪ੍ਰਤੀਕਰਮ ਦੇਈਦਾ ਹੈਗਾ। ਹੁਣ ਇੱਥੇ ਗੱਲ ਆ ਜਿਹੜੀ ਇੱਥੇ ਵੀ ਆ ਕੇ ਦੇਖੋ ਜਿਹੜੇ ਹਮਲੇ ਹੋ ਰਹੇ ਆ ਜਿਹੜੇ ਰੰਗਾਂ ਤੇ ਜਾਂ ਜਿਹੜੇ ਬਾਹਰੋਂ ਆਇਆਂ ਨੂੰ ਦੇਖ ਕੇ ਵੀ ਇਹ ਬਾਹਰੋਂ ਆ ਕੇ ਜਿੱਦਾਂ ਸਾਡੇ ਐਡਮਿੰਟਨ ਤੋਂ ਵੀ ਇੱਕ ਹੈਗਾ ਆ ਕਿੰਗ ਜਿਹੜਾ ਫਰੀडम ਰੈਲੀ ਜੇ ਲੀਡ ਕੀਤੀ ਸੀ, ਉਹ ਵੀ ਇਸੇ ਤਰ੍ਹਾਂ ਹੀ ਕਹਿੰਦਾ ਕਿ ਇਹ ਤਾਂ ਹੋਰ ਕਿਸੇ ਨੂੰ ਕੰਮ ਹੀ ਨਹੀਂ ਦਿੰਦੇ, ਜਿੱਥੇ ਜਾਂਦੇ ਆਪਣੇ ਬੰਦੇ ਰੱਖ ਲੈਂਦੇ ਹੈਗੇ ਆ। ਉਹ ਇੱਥੇ ਮੈਨੂੰ ਲੱਗਦਾ ਆ ਵੀ ਇਹ ਕਦੀ ਏਦਾਂ ਨਹੀਂ ਇਹ ਨਹੀਂ ਦੇਖਿਆ ਜਿੱਥੇ ਚਿੱਟੀ ਚਮੜੀ ਸਾਰੀ ਕੰਮ ਕਰਦੀ ਆ ਉੱਥੇ ਇਹਨਾਂ ਨੇ ਕਦੀ ਇੱਦਾਂ ਦਾ ਵਖਰੇਵਾਂ ਨਹੀਂ ਕੀਤਾ। ਸਾਡਾ ਰੰਗ ਵੱਖਰਾ ਦਿਸਦਾ ਕਰਕੇ ਤੇ ਇਸ ਤਰ੍ਹਾਂ ਵਖਰੇਵਾਂ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਮੈਨੂੰ ਇੱਥੇ ਇਹੋ ਹੀ ਲੱਗਦਾ ਜਿਹੜਾ ਗੱਲ ਇਹੋ ਰੰਗ ਦੀ ਨਹੀਂ ਹੈਗੀ, ਗੱਲ ਜਿਹੜੀ ਜਿੱਦਾਂ ਊਚ ਨੀਚ ਵਾਲੀ ਗੱਲ ਜਿੱਦਾਂ ਸਾਡੇ ਉੱਥੇ ਜਾਤ ਪਾਤ ਹੈ ਏਦਾਂ ਹੀ ਇਹ ਵੀ ਉਹ ਜਾਤ ਪਾਤ ਦੇ ਆਧਾਰ ਤੇ ਇਹ ਸਭ ਕੁਛ ਹੋ ਰਿਹਾ ਆ। ਇਹ ਤੋਂ ਸਿਵਾਏ ਹੋਰ ਕੁਛ ਨਹੀਂ। ਨਹੀਂ ਤਾਂ ਜਿਹੜੇ ਮੈਂ ਦੇਖਦਾ ਦੂਜਾ 10-20 ਮਿਲੀਅਨ ਡਾਲਰ ਦੇ ਕੈਲਗਰੀ 'ਚ ਘਰ ਹੈਗੇ ਆ, ਕਦੀ ਜਾ ਕੇ ਉਹਨਾਂ ਤੇ ਕਦੀ ਹਮਲਾ ਨਹੀਂ ਹੋਇਆ। ਕਿਉਂ ਜਿਹੜਾ ਆ ਜੇ ਕੋਈ ਹੋਰ ਕਿਸੇ ਰੰਗ ਦਾ ਕਿ ਉਹ ਵੱਧ ਗਿਆ ਹੈਗਾ ਤਾਂ ਉਹਦੇ ਖਿਲਾਫ ਹੀ ਇਹੋ ਜਿਹੇ ਹਮਲੇ ਹੋਣੇ ਆ। ਇਹ ਜਿੱਦਾਂ ਜਿਹੜਾ ਹੈਗਾ ਆ ਅਨਅਵੇਅਰਨੈਸ ਤੇ ਈਰਖਾ ਜਾਣੀ ਕਿ ਕਹਿ ਲਓ ਵੀ ਛੋਟੇਪਨ ਦੀ ਨਿਸ਼ਾਨੀ ਆ ਜਿਹੜਾ ਕਿਸੇ ਤੇ ਹਮਲਾ ਕਰਦੇ ਆ, ਨਾ ਕਿ ਇਹ ਕੋਈ ਸਾਡਾ ਦੋਸ਼ ਹੈਗਾ। ਲੁੱਟਾਂ ਖਸੁੱਟਾਂ ਜਿਹੜੀ ਆ ਚਿੱਟੀ ਚਮੜੀ ਵੀ ਬਥੇਰੀ ਕਰਦੀ ਆ ਤੇ ਜਿਹੜੇ ਬਾਹਰੋਂ ਆ ਰਹੇ ਆ ਉਹ ਵੀ ਬਥੇਰੇ ਕਰਦੇ ਆ। ਉਹ ਸਾਰਿਆਂ ਲਈ ਗਲਤ ਹੈਗਾ ਆ। ਅਸੀਂ ਜਦੋਂ ਏਦਾਂ ਦੇ ਹਮਲੇ ਹੁੰਦੇ ਆ ਤੇ ਏਦਾਂ ਸੋਚਣ ਲੱਗ ਪੈਂਦੇ ਵੀ ਸਾਡਾ ਇਹ 'ਚ ਬਹੁਤ ਵੱਡਾ ਦੋਸ਼ ਆ। ਨਹੀਂ ਦੋਸ਼ ਨਹੀਂ, ਪਰ ਸਾਨੂੰ ਡਿਸਪਲਿਨ ਵੀ ਹੋਣਾ ਪੈਣਾ ਨਾ ਜੀ। ਦੋਸ਼ ਨਹੀਂ ਮੈਂ ਕਹਿ ਰਿਹਾ, ਜਿੱਥੇ ਸਾਨੂੰ ਇਹ ਲੱਗੇ ਵੀ ਬਲਦੀ ਦੇ ਉੱਪਰ ਇਹ ਘਿਓ ਪਾਉਂਦਾ ਫਿਰ ਉੱਥੇ ਸਾਨੂੰ ਬਚਤ ਰੱਖਣ ਦੀ ਵੀ ਲੋੜ ਹੈ। ਮੈਂ ਉਹੀ ਗੱਲ ਜਿੱਦਾਂ ਤੁਹਾਡੇ ਕਹਿਣ ਤੋਂ ਪਹਿਲਾਂ ਮੈਂ ਇਹ ਗੱਲ ਕਹੀ ਸੀ ਵੀ ਇਹ ਸਾਡਾ ਸਾਰਿਆਂ ਦਾ ਦੋਸ਼ ਨਹੀਂ ਹੈਗਾ। ਕੁਛ ਕੁ ਜਿਹੜੇ ਮਾੜੇ ਕੋਈ ਗਲਤੀ ਕਰਦੇ ਆ। ਹੁਣ ਜਿੱਦਾਂ ਦੇਖਿਆ ਜਦੋਂ ਚਿੱਟੀ ਚਮੜੀ ਵਾਲਾ ਕੋਈ ਹਮਲਾ ਕਰਦਾ ਤਾਂ ਉੱਥੇ ਇਹੋ ਕਿਹਾ ਜਾਂਦਾ ਵੀ ਇਹ ਇਕੱਲਾ ਕਰ ਰਿਹਾ। ਜੇ ਕਿਤੇ ਮੁਸਲਮਾਨ ਕਰਦਾ, ਸਿੱਖ ਕਰਦਾ ਜਾਂ ਡਾਰਕ ਚਮੜੀ ਵਾਲਾ ਕਰਦਾ ਹੈਗਾ ਤਾਂ ਫਿਰ ਉੱਥੇ ਉਹ ਕਮਿਊਨਿਟੀ ਨੂੰ ਦੋਸ਼ ਦਿੱਤਾ ਜਾਂਦਾ ਹੈਗਾ ਆ। ਇਹ ਇਸ ਗੱਲ ਦਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜਿਹਨੇ ਕੀਤਾ ਆ ਉਹਨੂੰ ਹੀ ਸਿਰਫ ਜਿਹੜਾ ਉਹਦੀ ਜਿਹੜੀ ਮਾਨਸਿਕ ਹਾਲਤ ਉਹਦੇ ਪਿੱਛੇ ਜਿਹੜੇ ਕੋਈ 2-4 ਬੰਦੇ ਕੰਮ ਕਰ ਰਹੇ ਹੈਗੇ ਆ, ਜੇ ਉਹਨਾਂ ਨੂੰ ਪਿੰਨ ਪੁਆਇੰਟ ਕਰਕੇ ਜੇ ਸਾਰਿਆਂ ਤੇ ਇੱਕੋ ਪੈਮਾਨਾ ਰੱਖਿਆ ਜਾਵੇ ਤਾਂ ਵਧੀਆ ਗੱਲ ਹੋਊਗੀ। ਜਿੱਦਾਂ ਇਹ 2 ਪੈਮਾਨੇ ਇੱਥੇ ਵੀ ਜਿਹੜੇ ਮੈਂ ਤਾਂ ਇਸ ਤਰ੍ਹਾਂ ਮਹਿਸੂਸ ਕਰਦਾ ਵੀ ਉਹ ਜਿਹੜਾ ਸਰਦਾਰ ਕਪੂਰ ਸਿੰਘ ਹੋਣਾ ਉਹ ਜਿਹੜਾ ਮਾਨਸਿਕਤਾ ਆ ਵੀ ਅਸੀਂ ਭਾਈ ਅਸੀਂ ਕਹਿਣਾ ਸ਼ੁਰੂ ਕਰ ਦਿੰਦੇ ਆ ਵੀ ਅਸੀਂ ਭਾਈ ਆ। ਹਾਲਾਂਕਿ ਸਾਡੇ ਮਨ 'ਚ ਕਦੀ ਦੁਸ਼ਮਣੀ ਵਾਲੀ ਗੱਲ ਹੀ ਕਿਸੇ ਲਈ ਨਹੀਂ ਹੁੰਦੀ, ਪਰ ਅਸੀਂ ਡਰ ਦੇ ਵਿੱਚੋਂ ਹੀ ਆਪਣੇ ਆਪ ਨੂੰ ਦੱਸਣ ਲੱਗ ਪੈਂਦੇ ਵੀ ਸਾਡੇ ਦਿਲ 'ਚ ਤੁਹਾਡੇ ਲਈ ਕੋਈ ਈਰਖਾ ਹੈ ਹੀ ਨਹੀਂ, ਜਦ ਕਿ ਈਰਖਾ ਕੋਈ ਹੋਰ ਹੀ ਰੱਖੀ ਬੈਠਾ ਹੈਗਾ ਆ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ। ਹੋਰ ਇਸ ਨੂੰ ਕੱਲ੍ਹ ਨੂੰ ਖੋਲਾਂਗੇ ਜੀ। ਸਮਾਂ ਜਿਵੇਂ ਤੁਹਾਨੂੰ ਦੱਸਿਆ ਸੀ, ਜਾਨੂੰ ਮੈਂ ਸ਼ੁਰੂ ਆਪਾਂ ਗੱਲਬਾਤ ਕਰਦੇ ਹਾਂ, ਜਾਨੂੰ ਸਮਾਂ ਘੱਟ ਜਾਂਦਾ। ਮੈਂ ਕੱਲ੍ਹ ਹੋਰ ਤੁਹਾਡੀਆਂ ਕਾਲਸ ਲੈਣੀਆਂ ਚਾਹੁੰਦਾ ਇਸ ਵਿਸ਼ੇ 'ਤੇ ਕਿ ਇਹ ਜਿਹੜੀ ਚੀਜ਼ ਚੱਲ ਰਹੀ ਹੈ ਕਿੱਧਰ ਨੂੰ ਜਾ ਰਹੀ ਹੈ ਅਤੇ ਇਹਦੇ ਵਿੱਚੋਂ ਕੀ ਨਿਕਲੇਗਾ।
ਇਹ ਗੱਲ ਠੀਕ ਹੈ ਵੀ ਵਿਕਟਮ ਕਾਰਡ ਵੀ ਨਹੀਂ ਖੇਲਣਾ ਅਸੀਂ, ਪਰ ਇਹ ਵੀ ਖਿਆਲ ਰੱਖਣ ਦੀ ਲੋੜ ਹੈ ਕਿ ਸਾਡਾ ਕੁਝ ਕਰਨਾ ਜਿਹੜਾ ਹੈ ਅਸੀਂ ਕਿੱਥੋਂ ਖਿਆਲ ਰੱਖ ਸਕਦੇ ਹਾਂ। ਅਸੀਂ ਜੇ ਬਰਾਬਰਤਾ ਦੀ ਗੱਲ ਕਰਦੇ ਹਾਂ ਤਾਂ ਕੀ ਅਸੀਂ ਬਰਾਬਰਤਾ 'ਚ ਰਹਿੰਦੇ ਹਾਂ? ਸਾਡੇ ਜਿਹੜੇ ਐਕਟ ਨੇ ਕੀ ਉਹ ਸਾਨੂੰ ਅਲੱਗ ਥਲੱਗ ਤਾਂ ਨਹੀਂ ਕਰ ਰਹੇ? ਅਤੇ ਇੱਕ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਜਦ ਕੋਈ ਮਾੜਾ ਸਮਾਂ ਆਉਂਦਾ ਹੈ ਤਾਂ ਵਰਲਡ ਦੇ ਵਿੱਚ ਜਿਹੜੀ ਇਤਿਹਾਸ ਦੇ ਪ੍ਰਪੇਖ ਦੇ ਵਿੱਚੋਂ ਜ਼ਰੂਰ ਵੇਖ ਲੈਣਾ ਚਾਹੀਦਾ ਵੀ ਸਦੀਆਂ ਦੇ ਬਾਹਰੋਂ ਆਏ ਬੰਦੇ ਉਸ ਦੇਸ਼ ਦੇ ਮਾਲਕ ਨਹੀਂ ਬਣ ਸਕੇ, ਦੇਸ਼ ਨੇ ਉਹਨਾਂ ਨੂੰ ਐਕਸੈਪਟ ਨਹੀਂ ਕੀਤਾ। ਉਸ ਜਗ੍ਹਾ 'ਤੇ ਜਾਣ ਤੋਂ ਪਹਿਲਾਂ ਕੁਛ ਉੱਦਮ ਨੇ ਜਿਹੜੇ ਸਾਨੂੰ ਕਰਨੇ ਚਾਹੀਦੇ ਨੇ ਲੰਬੀ ਸੋਚ ਕੇ। ਕੱਲ੍ਹ ਨੂੰ ਇਸ ਨੂੰ ਪੂਰਾ ਕਰਾਂਗੇ ਜੀ। ਇਸ 'ਤੇ ਹੋਰ ਕੁਝ ਨੁਕਤੇ ਮੈਂ ਤੁਹਾਡੇ ਸਨਮੁਖ ਕਰਾਂਗਾ, ਤੁਸੀਂ ਵੀ ਰਾਏ ਲੈ ਕੇ ਆਉਣਾ। ਸ਼ੁਰੂ ਦੇ ਵਿੱਚ 10:10 ਤੇ ਤੁਹਾਡੇ ਲਈ ਲਾਈਨਾਂ ਸ਼ੁਰੂ ਹੋਣਗੀਆਂ।